मैं कहया सब हुक्म जियो। हर भगत खजाना बख्शिया। गुरु नानक किया पसाओ जियो। मैं बहुड़ न तृष्णा पुखड़ी। हाँ रज्जा तिवत गाय जियो। जो गुर दिसै सिखड़ा तिस निव निव लागो पाए जियो। उमारा कसे साहे आयत बुझे। बरो दस्त दारद न जागो दुले। कसे पुष्ट उफतद पसे शेर नर। नगीरद बोझो बेशुआहू गुजर। ना साजो ना बाजो ना फौजो ना फर्श। खुदाबंद बख्शिंद यो ऐश अर्श। चवर छत्र तख्त दे मालक साहिब श्री गुरु ग्रंथ साहिब जी की पवित्र गोद विच विराजमान गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु ग्रंथ साहिब सच्चे पातशाह जी दे चरना विच इकत्र हो करके अपने समय नूं जीवन नूं सफलियां करन लई आप संगतां हाजरियां भर रहे हो। दीन दुनिया दे पातशाह जी दा जो महीने दा उपदेश है, अज संगरांद दा दिहाड़ा है। भादरों दे महीने दी आरंभता है। कुछ समा एकाग्रता बख्श के ये जो महीने दे प्रथाए साहिब श्री गुरु अर्जन देव सच्चे पातशाह ने बाणी लिखी है, आप सरबत संगतां सरवण करना करो जी। सतनाम श्री वाहिगुरू साहिब जी। भादोए भरम भुलाणिया दूजा लगा हेत। लख सीगार बनाया कारज नाही केत। भादोए परम भुलाणिया दूजा लगा हेत। लख सीगार बनाया कारज नाही केत। गुरु महाराज सच्चे पातशाह जीवन नूं सफलियां करन दे लई मनुखता दे लई ये उपदेश करते ने। देखो संक्रांत दा अज दिहाड़ा है। संक्रांत
ਇਹ ਸੰਸਕ੍ਰਿਤ ਤੋਂ ਡਰਾਈਵ ਕੀਤਾ ਹੋਇਆ ਲਫ਼ਜ਼ ਹੈ। ਸੰਕਰਾਂਤ ਦਾ ਮਤਲਬ ਹੈ ਜਦੋਂ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਕਦਮ ਰੱਖਦਾ ਹੈ। 12 ਕਦਮ ਉਹ ਸਾਲ ਦੇ ਦਰਮਿਆਨ ਪੁੱਟਦਾ ਹੈ, 12 ਰਾਸਾਂ ਵਿੱਚ ਕਦਮ ਰੱਖਦਾ ਹੈ। ਪਰ ਸੂਰਜ ਜਦੋਂ ਕਦਮ ਅਗਾਂਹ ਪਿਛਾਂਹ ਪੁੱਟਦਾ ਹੈ, ਉਹਦੇ ਨਾਲ ਮੌਸਮ ਵਿੱਚ ਕੁਝ ਨਾ ਕੁਝ ਤਬਦੀਲੀ ਆਉਂਦੀ ਹੈ। ਇਸ ਤਬਦੀਲੀ ਨੂੰ ਨਵੀਂ ਰਾਸ਼ੀ ਦੇ ਵਿੱਚ ਸੂਰਜ ਦੇ ਵੱਲੋਂ ਸੰਕਰਮਣ ਕਰਨ ਨੂੰ ਸੰਗਰਾਂਦ ਕਹਿੰਦੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਵੀ ਭਾਰਤ ਵਰਸ਼ ਦੇ ਅੰਦਰ ਤਿਉਹਾਰ ਸਨ, ਕਿਸੇ ਵੀ ਤਿਉਹਾਰ ਦਾ ਉਹਨਾਂ ਖੰਡਨ ਨਹੀਂ ਕੀਤਾ, ਬਲਕਿ ਹਰ ਤਿਉਹਾਰ ਨੂੰ ਗੁਰਮਤ ਵੱਲ ਨੂੰ ਪ੍ਰੇਰਿਤ ਕਰ ਦਿੱਤਾ। ਹੁਣ ਸਮਾਂ ਜਿਹੜਾ ਹੈ, ਜੀਵਨ ਜਿਹੜਾ ਹੈ, ਇਹ ਸਫਲਾ ਹੋਣਾ ਗੁਰੂ ਦੇ ਦਰ ਤੇ। ਹਾਂ, ਸੰਗਰਾਂਦ ਉਦੋਂ ਪਖੰਡ ਸੀ ਜਦੋਂ ਪੰਡਤਾਂ ਨੂੰ ਹੱਥ ਵਿਖਾਉਂਦੇ ਸੀ ਅਸੀਂ। ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਦੇਵ ਨੇ ਤੈਸੀ ਹੈ, ਜੋ ਉਸਨੇ ਲਿਖਿਆ ਹੈ ਉਹ ਤੇ ਹੋਣਾ ਹੀ ਹੈ। ਦੁੱਖ ਹੈ ਸੁੱਖ ਹੈ ਉਹ ਤੇ ਆਉਣੇ ਨੇ। ਗੁਰੂ ਪਰਮਾਤਮਾ ਦਾ ਨਿਰਗੁਣ ਸਰੂਪ ਹੈ। ਗੁਰੂ ਦੇ ਕੋਲ ਇਹ ਤਾਕਤ ਹੈ, ਐਸੀ ਅਵਸਥਾ ਬਖਸ਼ ਦਿੰਦਾ ਹੈ, ਵੱਡਿਓਂ ਵੱਡਾ ਵੀ ਆਫਤ ਆਵੇ, ਵਿਘਨ ਪੈ ਜਾਵੇ, ਦੁੱਖ ਆਵੇ, ਰੰਚਕ ਮਾਤਰ ਵੀ ਗੁਰੂ ਕੇ ਸਿੱਖਾਂ ਨੂੰ ਹੋ ਕੇ ਨਹੀਂ ਲੱਗਦਾ। ਉਹ ਅਵਸਥਾ ਹੈ। ਅਸੀਂ ਕੰਡਾ ਚੁੱਭ ਜਾਵੇ ਤੇ ਸਾਰਾ ਪਿੰਡ ਸਿਰ ਤੇ ਚੁੱਕ ਲੈਂਦੇ ਆ ਵੀ ਦਰਦ ਹੋਈ ਹੈ, ਤੇ ਖੋਪੜ ਦੇ ਉੱਤੇ ਰੰਬਾ ਰੱਖ ਕੇ ਸੱਟ ਵੱਜੀ ਹੈ ਭਾਈ ਤਾਰੂ ਸਿੰਘ ਦੇ, ਤੇ ਕੋਈ ਸੀ ਨਹੀਂ ਕਰਦਾ। ਸੁੱਖ ਵਿੱਚ ਤੇ ਖੈਰ ਕੋਈ ਵੀ ਨਹੀਂ ਰੋਂਦਾ, ਦੁੱਖ ਵਿੱਚ ਵੀ ਐਸੀ ਅਵਸਥਾ ਦੇ ਦਿੰਦਾ, ਦੁੱਖ ਲੱਗਦਾ ਹੀ ਨਹੀਂ ਹੈ ਗੁਰੂ ਕੇ ਸਿੱਖ ਨੂੰ। ਪੰਡਤਾਂ ਕੋਲ ਕਿਉਂ ਜਾਂਦੇ ਨੇ? ਦੁੱਖ ਸੁੱਖਾਂ ਵਿੱਚ ਤਬਦੀਲ ਹੋ ਜਾਣ, ਵਿਘਨ ਖਤਮ ਹੋ ਜਾਣ। ਨਵਾਂ ਸਾਲ ਆਉਣਾ ਤੇ ਲੋਕਾਂ ਪੰਡਤਾਂ ਕੋਲ ਜਾਣਾ, ਦੀਵਾਲੀ ਆਉਣੀ ਤੇ ਪੰਡਤਾਂ ਤੋਂ ਭੱਜੇ ਫਿਰਦੇ ਨੇ, ਮਹੀਨਾ ਚੜ੍ਹਨਾ ਤੇ ਪੰਡਤਾਂ ਤੋਂ ਭੱਜੇ ਫਿਰਦੇ ਨੇ। ਠੀਕ ਹੈ, ਜੋਤਿਸ਼ ਵਿਦਿਆ ਦੇ ਨਾਲ ਕਿਸੇ ਹੱਦ ਤੱਕ ਕੁਝ ਨਾ ਕੁਝ ਉਹ ਤੁਹਾਨੂੰ ਦੱਸ ਦਿੰਦੇ ਨੇ ਵੀ ਐਦਾਂ ਹੋਵੇਗਾ, ਉੱਦਾਂ ਹੋਵੇਗਾ। ਉਹ ਸਿਰਫ ਇੰਨਾ ਕੀ ਅੰਦਾਜ਼ਾ ਹੈ ਜਿੰਨਾ ਕੁ ਮੌਸਮ ਵਿਭਾਗ ਨੂੰ ਮੀਂਹ ਪੈਣ ਦਾ ਹੈ ਜਾਂ ਗਰਮੀ ਹੋਣ ਦਾ ਹੈ। ਕਈ ਵਾਰ ਮੌਸਮ ਵਿਭਾਗ ਕਹਿ ਰਿਹਾ ਹੁੰਦਾ ਜੀ ਅੱਜ ਮੀਂਹ ਪਵੇਗਾ, ਤੇ ਉਹਦੇ ਧੁੱਪ ਲਾਈ ਹੁੰਦੀ ਪਰਮਾਤਮਾ ਨੇ। ਇੱਦਾਂ ਜੋਤਿਸ਼ ਵਿਦਿਆ ਇੱਕ ਅੰਦਾਜ਼ਾ ਦੱਸ ਸਕਦੀ ਹੈ, ਜਿਵੇਂ ਸਾਇੰਟਿਸਟ ਲੋਕ ਸੈਟੇਲਾਈਟ ਦੇ ਰਾਹੀਂ ਮੌਸਮ ਸਾਨੂੰ ਦੱਸ ਦਿੰਦੇ ਨੇ। ਹੁਣ ਤੁਸੀਂ ਮੇਰੀ ਨਬਜ਼ ਫੜੋ, ਤੁਹਾਨੂੰ ਰੋਗ ਦਾ ਪਤਾ ਨਹੀਂ ਲੱਗੇਗਾ, ਕਿਉਂਕਿ ਤੁਹਾਡੇ ਕੋਲ ਹਕੀਮੀ ਵਾਲੀ ਵਿਦਿਆ ਨਹੀਂ। ਇੱਕ ਡਾਕਟਰ ਨਬਜ਼ ਫੜੇ ਉਹ ਦੱਸ ਦਿੰਦਾ ਹੈ। ਇੱਦਾਂ ਜੋਤਿਸ਼ ਵੀ ਇੱਕ ਵਿਦਿਆ ਹੈ, ਆਪਾਂ ਜਾਣਦੇ ਨਹੀਂ, ਆਪਾਂ ਨਹੀਂ ਦੱਸ ਪਾਉਂਦੇ। ਜਿਹਨੇ ਵਿਦਿਆ ਪੜ੍ਹੀ ਹੈ ਕੁਝ ਨਾ ਕੁਝ ਦੱਸ ਦਿੰਦਾ ਹੈ। ਹੁਣ ਨਬਜ਼ ਫੜ ਕੇ ਡਾਕਟਰ ਰੋਗ ਦੱਸ ਦਿੰਦੇ ਨੇ, ਆਪਣੇ ਭਾਦਾ ਇਹ ਝੂਠ ਹੀ ਹੈ ਵੀ ਇਹ ਕਿੱਦਾਂ ਹੋ ਸਕਦਾ, ਪਰ ਉਹ ਉਹੀ ਰੋਗ ਹੁੰਦਾ ਜਿਹੜਾ ਡਾਕਟਰ ਦੱਸਦੇ ਨੇ। ਹਾਂ, ਡਾਕਟਰ ਦਵਾਈ ਵੀ ਦਿੰਦਾ ਹੈ, ਰਮਾਨ ਆ ਜਾਵੇ, ਪਰ ਇੱਕ ਗੱਲ ਤੈਅ ਹੈ, ਦਵਾਈ ਤੇ ਇੱਕ ਸਾਧਨ ਹੈ। ਜੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤੇ ਰਮਾਨ ਆਉਂਦਾ ਹੈ, ਨਹੀਂ ਤੇ ਇੱਥੇ ਦਵਾਈਆਂ ਵੀ ਸਰਾਣੇ ਪਈਆਂ ਰਹਿ ਜਾਂਦੀਆਂ ਹੈ। ਹੁਣ ਪੰਡਤ ਗੁੰਮਰਾਹ ਕਰ ਰਿਹਾ ਹੈ ਲੋਕਾਂ ਨੂੰ। ਗੁੰਮਰਾਹ ਇਸ ਤਰ੍ਹਾਂ ਕਰ ਰਿਹਾ ਵੀ ਇਹ ਤੇ ਠੀਕ ਸੀ, ਜਿਵੇਂ ਡਾਕਟਰ ਨੇ ਨਬਜ਼ ਫੜ ਕੇ ਰੋਗ ਦੱਸ ਦਿੱਤਾ, ਦਿਖਦਾ ਨਹੀਂ। ਕੁਝ ਨਾ ਕੁਝ ਜੋਤਿਸ਼ ਵਿਦਿਆ ਦੇ ਆਧਾਰ ਤੇ ਉਸ ਪੰਡਤ ਨੇ ਮੰਨ ਲਵੋ ਵੀ ਕੁਝ ਭਵਿੱਖ ਦੀਆਂ ਗੱਲਾਂ ਦੱਸ ਦਿੱਤੀਆਂ ਹੋਣ। ਕੁਝ ਨਾ ਕੁਝ ਉਸ ਪੰਡਤ ਨੇ ਦੱਸ ਦਿੱਤਾ ਹੋਵੇ, ਪਰ ਹੈ ਕੀ? ਭੁਲੇਖਾ ਅਸੀਂ ਇੱਥੇ ਖਾ ਜਾਂਦੇ ਹਾਂ ਜਦੋਂ ਪੰਡਤ ਇਹ ਗੱਲ ਕਹਿ ਦਿੰਦੇ ਨੇ ਵੀ ਤੁਹਾਡੇ ਆਉਣ ਵਾਲੇ ਜੀਵਨ ਕਾਲ ਵਿੱਚ ਆਹ ਦੁੱਖ ਦੀ ਘੜੀ ਆਉਣੀ ਹੈ, ਇੰਨੇ ਕੁ ਨੋਟ ਦੇ ਦਿਓ,
ਇੰਨਾ ਕੁ ਦਾਨ ਕਰ ਦਿਓ ਤੇ ਮੈਂ ਤੁਹਾਡੇ ਦੁੱਖ ਕੱਟ ਦੇਵਾਂਗਾ। ਇੱਥੇ ਪੰਡਤ ਧੋਖਾ ਕਰ ਰਿਹਾ ਹੈ, ਇੱਥੇ ਪੰਡਤ ਸਾਡੇ ਨਾਲ ਛਲ ਕਪਟ ਕਰ ਰਿਹਾ ਹੈ। ਇਹ ਜਿਹੜੀ ਹੋਣੀ ਹੈ ਇਹਨੂੰ ਟਾਲਣ ਦੀ ਸਮਰੱਥਾ ਪੰਡਤਾਂ ਵਿੱਚ ਨਹੀਂ ਹੈ। ਤੇ ਜੇ ਪੰਡਤਾਂ ਕੋਲੇ ਸਮਰੱਥਾ ਹੋਵੇ ਵੀ ਤੁਹਾਡੇ ਕੰਡਿਆਂ ਨੂੰ ਫੁੱਲਾਂ 'ਚ ਤਬਦੀਲ ਕਰ ਸਕਦੇ ਹੋਣ ਤੇ ਪੰਡਤਾਂ ਦੇ ਘਰ ਕਦੀ ਦੁੱਖ ਨਹੀਂ ਸੀ ਆਉਣਾ ਚਾਹੀਦਾ। ਫਿਰ ਪੰਡਤ ਕਦੇ ਵੀ ਮਰਨੇ ਨਹੀਂ ਚਾਹੀਦੇ, ਆਪਣਾ ਉਪਾਅ ਕਰ ਲਿਆ ਕਰਨ। ਆਪ ਤੇ ਕੋਈ ਅੱਜ ਦਿਖਦਾ ਨਹੀਂ ਹੈ, ਜਿਹੜਾ ਕੱਲ ਸੀ ਉਹ ਅੱਜ ਨਹੀਂ ਦਿਖ ਰਿਹਾ, ਜੋ ਅੱਜ ਹੈ ਉਹ ਕੱਲ ਨਹੀਂ ਦਿਖੇਗਾ। ਉਪਾਅ ਕਰਨ ਵਾਲਾ ਕੇਵਲ ਪਰਮਾਤਮਾ ਹੈ, ਨਾਨਕ ਨਿਰੰਕਾਰੀ ਹੈ, ਗੁਰੂ ਹੈ। ਹਾਂ, ਇੱਥੇ ਮੈਂ ਇਹ ਕਹਿ ਸਕਦਾ ਹਾਂ ਵੀ ਵਿਦਿਆ ਤੇ ਹੈ, ਉਹ ਦੱਸ ਦਿੰਦੇ ਨੇ, ਕਈ ਗੱਲਾਂ ਦੱਸ ਦਿੰਦੇ ਨੇ। ਡਾਕਟਰ ਦੱਸ ਦਿੰਦਾ ਹੈ ਨਬਜ਼ ਫੜ ਕੇ ਰੋਗ ਕੀ ਹੈ, ਮਾਮੂਲੀ ਬੰਦਾ ਨਹੀਂ ਦੱਸ ਸਕਦਾ। ਹੁਣ ਸਾਰੇ ਹੀ ਤਿਉਹਾਰਾਂ ਤੇ ਲੋਕ ਪੰਡਤਾਂ ਤੋਂ ਜਾਂਦੇ ਸਨ। ਮਹਾਰਾਜ ਕਹਿੰਦੇ ਵੀ ਇਹ ਤੇ ਧੋਖੇ 'ਚ ਰੱਖ ਰਹੇ ਨੇ। ਕਰਮਗਤ ਤੇ ਪ੍ਰਮਾਤਮਾ ਬਦਲਦਾ ਹੈ, ਉਹਦਾ ਨਾਮ ਇਹ ਤੇ ਆਉਂਦੇ ਨਹੀਂ, ਇਹ ਪੰਡਤਾਂ ਕੋਈ ਬੈਠੇ ਰਹਿੰਦੇ ਨੇ। ਫਿਰ ਪਾਤਸ਼ਾਹ ਨੇ ਸਾਰੀ ਹੀ ਮਰਿਆਦਾ ਪਰਮਾਤਮਾ ਦੇ ਗੁਣ ਗਾਇਨ ਵੱਲ ਤਬਦੀਲ ਕਰ ਦਿੱਤੀ ਵੀ ਦੁੱਖਾਂ ਨੂੰ ਕੱਟਿਆ ਜਾ ਸਕਦਾ ਹੈ ਜੇ ਹਰੀ ਦੇ ਗੁਣ ਗਾਓਗੇ ਤੇ। ਦੁੱਖ ਦਾਰੂ ਸੁਖ ਰੋਗ ਭਇਆ। ਜਦੋਂ ਦੁੱਖ ਆਵੇ ਨਾ, ਪਰਮਾਤਮਾ ਦਾ ਨਾਮ ਗਾਇਓ, ਕਿਉਂਕਿ ਦੁੱਖ ਐਸਾ ਰੋਗ ਹੈ, ਉਸ ਰੋਗ ਦੇ ਦਰਮਿਆਨ ਖੁਦ ਹੀ ਰੱਬ ਦੇ ਗੁਣ ਗਾਉਣ ਨੂੰ ਚਿੱਤ ਕਰਦਾ ਹੈ ਤੇ ਉਹ ਜਿਹੜੇ ਗੁਣ ਗਾਏ ਨੇ ਉਹ ਦਾਰੂ ਬਣ ਜਾਂਦੇ ਨੇ। ਸਰਬ ਰੋਗ ਕਾ ਔਖਦ ਨਾਮ। ਤੇ ਸੁੱਖ ਨੂੰ ਰੋਗ ਤਾਂ ਆਸਿਆ, ਕਿਉਂਕਿ ਸੁੱਖ ਹੋਵੇ ਤੇ ਫਿਰ ਗੁਣ ਗਾਉਣ ਨੂੰ ਦਿਲ ਥੋੜਾ ਕਰਦਾ ਹੈ। ਤੇ ਜਿਹੜਾ ਮੰਜੇ ਤੇ ਪਿਆ, ਡਾਕਟਰ ਨੇ ਜਵਾਬ ਦਿੱਤਾ ਵੀ ਭਾਈ 2-4 ਦਿਨ ਨੇ, ਵੇਖਿਓ ਕਿਵੇਂ ਜਪਜੀ ਪੜ੍ਹਦਾ ਮੂੰਹ ਜ਼ਬਾਨੀ। ਮੌਤ ਦਾ ਡਰ ਐਸਾ ਹੈ, ਮਾਲਾ ਆਪੇ ਹੀ ਫਿਰਨ ਲੱਗ ਪੈਂਦੀ ਹੈ ਮੰਜੇ ਤੇ ਹੋਵੇ ਤੇ। ਮਹਾਰਾਜ ਕਹਿੰਦੇ ਤੂੰ ਦੀਵਾਲੀ ਵੀ ਗੁਰੂ ਦੇ ਦਰ ਤੇ ਆ ਕੇ ਮਨਾ। ਕਿੱਦਾਂ ਮਨਾਉਣੀ ਹੈ? ਗੁਣ ਗਾ। ਤੂੰ ਸੰਗਰਾਂਦ ਵਾਲੇ ਦਿਨ ਵੀ ਤੇਰਾ ਆਉਣ ਵਾਲਾ ਸਮਾਂ ਚੰਗਾ ਲੰਘੇ, ਪਿਛਲਾ ਜੈਸਾ ਲੰਘਿਆ ਇਹ ਠੀਕ ਹੈ। ਗੁਰੂ ਦੇ ਦਰ ਤੇ ਆ ਕੇ ਬਾਣੀ ਪੜ੍ਹ। ਮੱਸਿਆ ਪੁੰਨਿਆ ਕੀ ਕਿੱਥੇ ਭੱਜਿਆ ਫਿਰਦਾ ਹੈ ਪੰਡਤਾਂ ਕੋਲੋਂ? ਤੂੰ ਆਪਣਾ ਹਰ ਇੱਕ ਸਵਾਸ ਗੁਰੂ ਦੇ ਲੇਖੇ ਲਾ ਦੇ। ਤੇ ਜਿਹੜੇ ਕਹਿੰਦੇ ਨੇ ਨਾ ਸੰਗਰਾਂਦ ਪਖੰਡ ਹੈ, ਮੱਸਿਆ ਪਖੰਡ ਹੈ, ਪੁੰਨਿਆ ਪਖੰਡ ਹੈ, ਦੀਵਾਲੀ ਪਖੰਡ ਹੈ। ਪਖੰਡ ਉਦੋਂ ਹੈ ਜਦੋਂ ਪੰਡਤਾਂ ਦੇ ਦਰ ਤੇ ਜਾਵਾਂਗੇ। ਹਰ ਇੱਕ ਉਹ ਸਵਾਸ ਪਖੰਡ ਹੈ ਜਦੋਂ ਰੱਬ ਦੇ ਗੁਣ ਗਾਉਣੇ ਛੱਡ ਦਵੋਗੇ। ਜਿਹੜਾ ਸਾਹ ਰੱਬ ਦੇ ਗੁਣਾਂ ਤੋਂ ਬਿਨਾਂ ਬਤੀਤ ਹੋਇਆ ਉਹ ਪਖੰਡ ਹੈ। ਮੈਂ ਹੈਰਾਨ ਰਹਿ ਜਾਂਦਾ ਇਹਨਾਂ ਪ੍ਰਚਾਰਕਾਂ ਦੀਆਂ ਸੁਣ ਕੇ। ਆਖਣਗੇ ਜੀ ਸੰਗਰਾਂਦ ਤੇ ਪਖੰਡ ਹੈ, ਤੇ ਆਖਣਗੇ ਵੀ ਕਿੱਥੇ? ਇੱਥੇ ਹੀ ਸਟੇਜ ਤੇ ਬਹਿ ਕੇ। ਆ ਜਿਹੜਾ ਤਾਬਿਆ ਚੱਲ ਸੰਗਰਾਂਦ ਦੇ ਦਿਨ ਬੈਠੇ ਜੇ ਤੇ ਤੁਸੀਂ ਜਵਾਬ ਦਿਓ ਵੀ ਇਹ ਕੋਈ ਪਖੰਡ ਕਰਨ ਆਏ ਜੇ? ਹੁਣ ਇੱਥੇ ਤੁਸੀਂ ਆਏ ਜੇ ਸਮਾਂ ਸਫਲਾ ਕਰਨ, ਜੀਵਨ ਸਫਲਾ ਕਰਨ, ਇਹਦੇ ਗੁਣ ਗਾ ਕੇ। ਇਹ ਨਾ ਆਖਿਆ ਕਰੋ ਸੰਗਰਾਂਦ ਪਖੰਡ ਹੈ, ਮੱਸਿਆ ਪਖੰਡ ਹੈ, ਪੁੰਨਿਆ ਪਖੰਡ ਹੈ। ਗੁਰੂ ਸਾਹਿਬ ਨੇ ਤੇ ਹਰ ਇੱਕ ਪਖੰਡ ਨੂੰ ਗੁਰਮਤਿ ਵੱਲ ਪ੍ਰੇਰਿਤ ਕੀਤਾ ਹੈ ਵੀ ਇਹ ਮੱਸਿਆ ਪੁੰਨਿਆ ਪੰਡਤਾਂ ਦੇ ਦਰ ਤੇ ਭੁਲੇਖੇ ਵਿੱਚ ਠੋਕਰਾਂ ਖਾਵੇਂਗਾ, ਸਮਾਂ ਵਿਅਰਥ ਜਾਵੇਗਾ। ਆ ਗੁਰੂ ਦੇ ਦਰ ਤੇ ਬੰਦਗੀ ਕਰਿਆ ਕਰ, ਫਿਰ ਇਹ ਤੇਰੇ ਦਿਨ ਸਫਲੇ ਨੇ। ਇਹ ਨਾ ਆਖੋ ਵੀ ਇਹ ਦਿਨ ਪਖੰਡ ਨੇ। ਇਹ ਆਖਿਆ ਕਰੋ ਵੀ ਜਿੱਦਾਂ ਸੰਗਰਾਂਦ ਮੱਸਿਆ ਪੁੰਨਿਆ ਤੇ ਨਵੇਂ ਸਾਲ ਵਾਲੇ ਦਿਨ ਨਾਗਾ ਨਹੀਂ ਨਾ ਪਾਉਂਦਾ, ਤੂੰ ਗੁਰੂ ਘਰ ਆਉਣਾ ਏ। ਯਤਨ ਕਰਿਆ ਕਰ ਵੀ ਤੇਰਾ ਹਰ ਇੱਕ ਦਿਨ ਇਵੇਂ ਸਫਲਾ ਹੋਵੇ ਜਿਵੇਂ ਮੱਸਿਆ ਪੁੰਨਿਆ ਸੰਗਰਾਂਦ ਦੀਵਾਲੀ ਤੂੰ ਗੁਰੂ ਦੇ ਦਰ ਤੇ ਆ ਕੇ ਸਫਲੀ ਕੀਤੀ ਹੈ। ਰੋਜ਼ ਇੱਥੇ ਆਇਆ ਕਰ। ਉਹ ਪਹਿਲੀ ਗੱਲ ਤੇ ਲੋਕ ਗੁਰੂ ਘਰ ਆਉਂਦੇ ਨਹੀਂ। ਸੁੱਖ ਸਹੂਲਤਾਂ ਇੰਨੀਆਂ, ਸਾਡੇ ਕੋਲ ਸਮਾਂ ਨਹੀਂ ਰਹਿ ਗਿਆ ਗੁਰੂ ਲਈ। ਭਾਵੇਂ ਗੁਰੂ ਨੇ ਸਾਡੇ ਲਈ ਸਰਬੰਸ ਵਾਰਿਆ ਹੈ, ਸਾਡੇ ਕੋਲ ਸਮਾਂ ਨਹੀਂ ਹੈ 2 ਪਲ ਉਹਦੇ ਕੋਲ ਬੈਠਣ ਲਈ। ਹਾਂ, ਭੀੜ ਪਈ ਤੇ ਅਸੀਂ ਬਹਿੰਦੇ ਹਾਂ। ਜਨੇਊ ਲੈਂਦੇ ਸੀ ਤੇ ਬਾਹਮਣ ਇਕੱਠੇ ਹੋ ਕੇ ਬਹਿ ਗਏ ਸੀ ਨਾ। ਜਦੋਂ ਸਾਡੇ ਘਰ ਦੁੱਖ ਆਉਂਦਾ ਫਿਰ ਜ਼ਰੂਰ ਅਸੀਂ ਸੁਖਮਨੀ ਸਾਹਿਬ ਕਰਵਾਉਣੇ ਆ। ਅੱਗੇ ਲੋਕ ਨਹੀਂ ਆਉਂਦੇ।
ਤੇ ਜਦੋਂ ਇਹ ਪ੍ਰਚਾਰਕ ਕਹਿ ਦਿੰਦੇ ਵੀ ਮੱਸਿਆ ਪੁੰਨਿਆ ਸੰਗਰਾਂਦ ਪਖੰਡ ਹੈ, ਇਹਦਾ ਸਿੱਧਾ ਜਿਹਾ ਮਤਲਬ ਹੈ ਵੀ ਸੰਗਰਾਂਦ ਤੇ ਵੀ ਆਉਣੋਂ ਹਟ ਜਾਓ ਤੇ ਗੁਰਦੁਆਰੇ ਨੂੰ ਜਿੰਦਰਾ ਵੱਜ ਜਾਵੇ। ਤੇ ਏਜੰਸੀਆਂ ਦਾ ਇਹੀ ਕੰਮ ਹੈ ਵੀ ਗੁਰਦੁਆਰੇ ਬੰਦ ਹੋਣ, ਲੰਗਰ ਬੰਦ ਹੋਣ ਤੇ ਸਿੱਖਾਂ ਦੀ ਵਡਿਆਈ ਦੁਨੀਆ ਤੋਂ ਖਤਮ ਹੋ ਜਾਵੇ। ਹੁਣ ਤੁਸੀਂ ਧਿਆਨ ਦਿਓ ਵੀ ਸੰਗਰਾਂਦ ਵਾਲੇ ਦਿਨ 500 ਬੰਦਾ ਆਉਂਦਾ, ਅੱਗੋਂ ਪਿੱਛੋਂ 5 ਆਉਂਦੇ ਨੇ। ਤੇ ਜੇ ਮੈਂ ਕਹਿ ਦੇਵਾਂ ਸੰਗਰਾਂਦ ਪਖੰਡ ਹੈ ਤੇ ਉਹ ਵੀ 5 ਹੀ ਰਹਿ ਜਾਣੇ ਨੇ। ਮੈਂ ਇਹ ਕਹਿਣਾ ਹੈ ਵੀ ਭਲਿਆ ਗੁਰਮਤ ਦੇ ਵਿੱਚ ਕਿਸੇ ਵੀ ਦਿਨ ਤਿਉਹਾਰ ਦਾ ਕੋਈ ਖਾਸ ਮਹੱਤਵ ਨਹੀਂ ਹੈ। ਗੁਰਮਤ ਵਿੱਚ ਹਰ ਉਹ ਦਿਨ ਸਫਲਾ ਹੈ ਜਿਹੜਾ ਗੁਰੂ ਦੇ ਦਰ ਤੇ ਲੰਘਿਆ ਹੈ। ਉਹ ਭਾਵੇਂ ਸੰਗਰਾਂਦ ਸੀ, ਮੱਸਿਆ ਸੀ, ਪੁੰਨਿਆ ਸੀ, ਨਵਾਂ ਸਾਲ ਸੀ। ਯਤਨ ਕਰ ਜਿੱਦਾਂ ਉਹ ਦਿਨ ਤੇਰੇ ਸਫਲੇ ਹੋਏ, ਹਰ ਇੱਕ ਦਿਨ ਇਹ 12 ਮਹੀਨਿਆਂ ਵਿੱਚੋਂ ਜੇ ਸਫਲਾ ਕਰਨਾ ਹੀ ਤੇ ਗੁਰੂ ਦੇ ਦਰ ਤੇ ਆਇਆ ਕਰ, ਫਿਰ ਤੇ ਰੌਣਕ ਵਧੇਗੀ। ਤੇ ਜੇ ਆਖੀ ਜਾਣਾ ਇਹ ਪਖੰਡ ਹੈ ਸਾਰੇ ਤਿਉਹਾਰ ਤੇ ਲੋਕ ਅੱਗੇ ਨਹੀਂ ਆਉਂਦੇ, ਇਹਦਾ ਮਤਲਬ ਵੀ ਗੁਰਦੁਆਰੇ ਨੂੰ ਜਿੰਦਰਾ ਮਰਾਉਣ ਨੂੰ ਫਿਰਦੇ ਨੇ ਵੀ ਸੰਗਰਾਂਦ ਤੇ ਵੀ ਆਉਣੋਂ ਹਟ ਜਾਣ। ਸਗੋਂ ਸੰਗਰਾਂਦ ਵਾਲੇ ਦਿਨ ਪ੍ਰੇਰਿਆ ਕਰੀਏ ਵੀ ਰੋਜ਼ ਆਇਆ ਕਰੋ। ਹਰ ਉਹ ਸਾਹ ਸਫਲਾ ਹੈ ਜਿਹੜਾ ਉਹਦੇ ਦਰ ਤੇ ਬੀਤ ਜਾਵੇ। ਇਹ ਜੋਤਿਸ਼ ਕੀ ਹੈ? ਜੋਤਿਸ਼ ਦੇ ਵਿੱਚ 2 ਪਰੰਪਰਾਵਾਂ ਚੱਲਦੀਆਂ ਨੇ। ਇੱਥੇ 2 ਪਰੰਪਰਾਵਾਂ ਨੇ। 2 ਪ੍ਰਕਾਰ ਦੇ ਪੰਡਤ ਹੁੰਦੇ ਨੇ। ਇੱਕ ਹੈ ਭ੍ਰਿਗੂ ਸੰਹਿਤਾ, ਇੱਕ ਭ੍ਰਿਗੂ ਸੰਹਿਤਾ, ਇੱਕ ਫਲਤ ਜੋਤਿਸ਼ ਹੈ। 2 ਤਰ੍ਹਾਂ ਦੇ ਜੋਤਿਸ਼ੀ ਹੁੰਦੇ ਨੇ। ਥੋੜਾ ਜਿਹਾ ਤੁਹਾਨੂੰ ਮੈਂ ਇਸ ਵਿਦਿਆ ਬਾਰੇ ਵੀ ਦੱਸ ਦੇਵਾਂ, ਕਿਉਂਕਿ ਜੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਨਾ ਤੇ ਹਰ ਚੀਜ਼ ਨੂੰ ਇਹ ਕਹਿ ਕੇ ਨਹੀਂ ਖੰਡਨ ਕਰ ਦੇਣਾ ਚਾਹੀਦਾ ਜੀ ਉਹ ਤੇ ਦੂਜੇ ਧਰਮਾਂ ਦੇ ਹੀ ਗ੍ਰੰਥ ਪੜ੍ਹੀ ਜਾਂਦਾ। ਜਿੱਦਣ ਦੂਜੇ ਧਰਮਾਂ ਵਾਲਿਆਂ ਨਾਲ ਵਾਹ ਪੈ ਗਿਆ ਨਾ ਕਿਸੇ ਗਿਆਨ ਦੀ ਸਭਾ ਵਿੱਚ ਤੇ ਤੈਨੂੰ ਆਉਂਦਾ ਕੱਖ ਨਾ ਹੋਇਆ ਤੇ ਸਾਰੇ ਪੰਥ ਦੀ ਹਾਨੀ ਕਰਵਾਵੇਂਗਾ। ਸਾਰੇ ਧਰਮਾਂ ਨੂੰ ਪੜ੍ਹੋ, ਸਾਰਿਆਂ ਦਾ ਸਤਿਕਾਰ ਕਰੋ, ਪਰ ਸਿਰ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਾਓ। ਇਸ਼ਟ ਸਾਡਾ ਉਹ ਹੈ। ਰਾਮ ਨੂੰ ਪੜ੍ਹੋ, ਗੀਤਾ ਨੂੰ ਪੜ੍ਹੋ, ਕ੍ਰਿਸ਼ਨ ਨੂੰ ਪੜ੍ਹੋ, ਰਮਾਇਣ ਪੜ੍ਹੋ, ਬਾਈਬਲ ਪੜ੍ਹੋ, ਪਰ ਇਸ਼ਟ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਸਿਰ ਉੱਥੇ ਝੁਕੇਗਾ। ਬਾਕੀ ਕਿਸੇ ਦੇ ਧਰਮ ਨੂੰ ਅਸੀਂ ਮਾੜਾ ਨਹੀਂ ਕਹਿੰਦੇ, ਉਹਨਾਂ ਨੂੰ ਮੁਬਾਰਕ ਹੈ ਉਹਨਾਂ ਦਾ ਧਰਮ। ਪਰ ਆਪਣੇ ਧਰਮ ਲਈ ਐਸੀ ਮਨਸ਼ਾ ਚਾਹੀਦੀ ਹੈ, ਅੰਦਰ ਸਾਰਿਆਂ ਦਾ ਸਤਿਕਾਰ ਹੈ, ਪਰ ਘੁਮਿਆਰ ਦਾ ਸੁਭਾਅ ਹੁੰਦਾ ਵੀ ਭਾਂਡਾ ਆਪਦਾ ਹੀ ਸਲਾਉਂਦਾ ਮੁੜ ਕੁੜ ਕੇ। ਰਾਮਚੰਦਰ ਜੀ ਚੰਗੇ ਨੇ, ਕ੍ਰਿਸ਼ਨ ਜੀ ਚੰਗੇ ਨੇ, ਮੁਹੰਮਦ ਜੀ ਚੰਗੇ ਨੇ, ਯੀਸ਼ੂ ਚੰਗਾ ਹੈ, ਸਾਰੇ ਧਰਮ ਚੰਗੇ ਨੇ, ਪਰ ਸਾਡੇ ਭਾਂਡੇ ਦੀ ਜਿਹੜੀ ਚਮਕ ਹੈ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਕਲਯੁਗ ਦੇ ਭਿਅੰਕਰ ਸਮੇਂ 'ਚ ਕੇਵਲ ਰੱਖਿਆ ਕਰਨ ਵਾਲਾ ਵੱਡਿਓਂ ਵੱਡਾ ਗੁਰੂ ਨਾਨਕ ਹੈ, ਉਹਦੇ ਅੱਗੇ ਅਸੀਂ ਝੁਕਦੇ ਹਾਂ। ਦੀਨ ਦੁਨੀਆ ਦੇ ਪਾਤਸ਼ਾਹ ਸਾਂਝੀਵਾਲਤਾ ਦੇ ਉਪਦੇਸ਼ਕ ਨੇ। ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਧਰਮ ਦਾ ਖੰਡਨ ਨਹੀਂ ਪਾਓਗੇ। ਹਾਂ, ਪਖੰਡ ਦਾ ਖੰਡਨ ਹੈ। ਗੁਰੂ ਮਹਾਰਾਜ ਕਹਿੰਦੇ ਨੇ ਉਪਾਅ ਕਰਨ ਵਾਲਾ ਕੇਵਲ ਪਰਮਾਤਮਾ ਹੈ, ਪਰ 2 ਪ੍ਰਕਾਰ ਦੇ ਜੋਤਿਸ਼ੀ ਨੇ। ਹੁਣ ਜਿਹੜਾ ਫਲਤ ਜੋਤਿਸ਼ ਹੈ, ਫਲਤ ਜੋਤਿਸ਼ ਹੁੰਦਾ ਰੇਖਾ ਪੜਨ ਵਾਲਾ, ਮੱਥੇ ਦੀ ਹੱਥੇ ਦੀ ਲਕੀਰ ਪੜ ਕੇ ਭਵਿੱਖ ਦੱਸਣ ਵਾਲੇ। ਧਿਆਨ ਦਿਓ, ਫਲਤ ਜੋਤਿਸ਼ ਜਿਹੜੇ ਹੱਥ ਵੇਂਦੇ ਨੇ ਤੇ ਜਿਹੜੇ ਮੱਥਾ ਪੜ੍ਹਦੇ ਨੇ। ਤੇ ਭ੍ਰਿਗੂ ਸੰਹਿਤਾ ਉਹ ਹੁੰਦੇ ਨੇ ਜਿਹੜੇ ਨਕਸ਼ਤਰਾਂ ਨੂੰ, ਤਾਰਿਆਂ ਨੂੰ, ਸੂਰਜ ਨੂੰ, ਚੰਦਰਮੇ ਨੂੰ ਪੜ੍ਹ ਕੇ ਤੁਹਾਨੂੰ ਭਵਿੱਖ ਦੱਸਦੇ ਨੇ। ਔਰ ਯਾਦ ਰੱਖਿਓ, ਇਹ ਜੋਤਸ਼ੀਆਂ ਕੋਲ ਤਾਕਤ ਹੁੰਦੀ ਹੈ ਭਵਿੱਖ ਦੱਸਣ ਦੀ। ਮੈਂ ਪਹਿਲਾਂ ਕਹਿਆ, ਜੇ ਕੋਈ ਤਰਕ ਕਰੇਗਾ ਨਾ ਵੀ ਨਹੀਂ ਹੁੰਦੀ ਤੇ ਫਿਰ ਡਾਕਟਰ ਕਿਵੇਂ ਨਬਜ਼ ਫੜ ਕੇ ਰੋਗ ਦੱਸ ਦਿੰਦਾ ਹੈ? ਉਹ ਵੀ ਤੇ ਵਿਦਿਆ ਹੀ ਹੈ ਨਾ। ਰੋਗ ਦਿਖਿਆ ਨਹੀਂ ਸੀ, ਨਬਜ਼ ਫੜ ਕੇ ਹੀ ਦੱਸ ਦਿੱਤੀ ਹੈ। ਕਈ ਇਦਾਂ ਦੇ ਮਿਲ ਪੈਂਦੇ ਨੇ ਚੰਗੇ ਹਕੀਮ। ਔਰ ਬਾਣੀ ਦੇ ਵਿੱਚ ਇਹ ਹਾਮੀ ਭਰੀ ਹੈ। ਜਦੋਂ ਬਾਬਾ ਗੁਰੂ ਅਮਰਦਾਸ, ਉਸ ਸਮੇਂ ਤੇ ਅਮਰੂ ਨਥਾਵਾਂ ਹੀ ਕਹਿੰਦੇ ਸੀ ਲੋਕ, ਤੇ ਸਾਡੇ ਬਾਅਦ ਵਿੱਚ ਬਣੇ ਉਹ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ, ਜਦੋਂ ਤੀਰਥਾਂ ਦੀ ਯਾਤਰਾ ਤੇ ਗਏ ਗੁਰੂ ਪਦਵੀ ਹਾਸਲ ਕਰਨ ਤੋਂ ਪਹਿਲਾਂ, ਉੱਥੇ ਇੱਕ ਪੰਡਤ ਮਿਲਿਆ
ਉਹਨੇ ਚਰਨ ਵਿੱਚ ਜਿਹੜੀ ਰੇਖਾ ਸੀ ਪਦਮ ਦੀ, ਉਹ ਲੇਟੇ ਸਨ ਪਾਤਸ਼ਾਹ। ਉਹ ਰੇਖਾ ਵੇਖ ਕੇ ਇਹ ਬਚਨ ਕੀਤਾ ਸੀ ਵੀ ਤੁਸੀਂ ਜਾਂ ਤੇ ਕੋਈ ਰਾਜੇ ਹੋ ਜਾਂ ਤੁਸੀਂ ਅਵਤਾਰੀ ਪੁਰਸ਼ ਹੋ। ਤੇ ਬਾਬਾ ਅਮਰੂ ਨਿਥਾਵਾਂ ਹੱਸ ਪਿਆ, ਕਹਿੰਦਾ ਕੱਪੜਿਆਂ ਤੋਂ ਤੈਨੂੰ ਰਾਜਾ ਲੱਗਦਾ ਮੈਂ? ਤੇ ਜੇ ਅਵਤਾਰੀ ਪੁਰਸ਼ ਹੁੰਦਾ ਤੇ ਮੇਰੀ ਪੂਜਾ ਹੁੰਦੀ, ਸਾਰੀ ਕਾਇਨਾਤ ਮੇਰੇ ਚਰਨਾਂ ਤੇ ਹੁੰਦੀ, ਮੈਂ ਤੇ ਆਪ ਹਜੇ ਰੱਬ ਲੱਭਦਾ ਫਿਰਦਾ। ਖੈਰ ਹੈ ਤੇ ਉਹ ਰੱਬੀ ਜੋਤ ਸੀ, ਰੱਬੀ ਸਰੂਪ ਸੀ, ਪਰ ਉਹਨਾਂ ਨੇ ਇਹ ਸਾਨੂੰ ਗਿਆਨ ਦੇਣਾ ਸੀ ਵੀ ਜਿੰਨਾ ਚਿਰ ਗੁਰੂ ਦੇ ਦਰ ਤੇ ਨਹੀਂ ਅਸੀਂ ਜਾਂਦੇ, ਅੱਗ ਤੇ ਹਰ ਲੱਕੜ ਵਿੱਚ ਪ੍ਰਗਟ ਤੀਲੀ ਨਹੀਂ ਹੁੰਦੀ ਹੈ, ਗੁਰੂ ਪ੍ਰਗਟ ਕਰਦਾ ਹੈ ਉਸ ਤਾਕਤ ਨੂੰ, ਜੋਤ ਨੂੰ। ਉਹ ਕਹਿੰਦਾ ਜੀ ਤੁਸੀਂ ਜੇ ਨਹੀਂ ਨਾ, ਤੁਸੀਂ ਜੇ ਰਾਜੇ ਨਹੀਂ, ਜੇ ਅਵਤਾਰੀ ਪੁਰਸ਼ ਨਹੀਂ, ਤੇ ਫਿਰ ਯਾਦ ਰੱਖਿਓ ਪ੍ਰਗਟ ਹੋ ਜਾਵੋਗੇ। ਤੁਹਾਡੇ ਚਰਨਾਂ 'ਚ ਪਦਮ ਦੀ ਰੇਖਾ ਹੈ। ਹੁਣ ਇਹ ਮੈਂ ਸਾਖੀ ਸੁਣਾ ਕੇ ਗਾਂਹ ਵੱਧ ਜਾਵਾਂ ਤੇ ਕਈਆਂ ਪੁੱਛਾਂ ਚੁੱਕ ਲੈਣੀਆਂ ਵੀ ਝੂਠੀਆਂ ਸਾਖੀਆਂ ਨੇ, ਇਤਿਹਾਸ ਨੂੰ ਨਹੀਂ ਮੰਨਦੇ ਅਸੀਂ। ਅਜੇ ਕਿ ਬਾਣੀ ਕਹਿੰਦੀ ਹੈ, ਇਤਿਹਾਸ ਨੂੰ ਨਹੀਂ ਨਾ ਜਿਹੜਾ ਕਹਿੰਦਾ ਮੰਨਦੇ, ਉਹਨੂੰ ਆਖੋ ਵੀ ਤੂੰ ਫਿਰ ਗੁਰੂ ਨਾਨਕ ਸਾਹਿਬ ਨੂੰ ਵੱਡਾ। ਬਾਣੀ ਕਹਿੰਦੀ ਹੈ ਸੁਣ ਸਾਖੀ ਜਪ ਮਨ ਪਿਆਰ। ਸਾਖੀ ਸੁਣ, ਮਹਾਂਪੁਰਸ਼ਾਂ ਦੀਆਂ ਸਾਖੀਆਂ ਸੁਣ, ਜਿਵੇਂ ਉਹਨਾਂ ਨੇ ਜਪਿਆ ਰੀਸ ਨਾਲ ਤੂੰ ਵੀ ਜਪ ਲੈ। ਸੁਣ ਸਾਖੀ ਜਪ ਮਨ ਪਿਆਰ, ਅਜਾਮਲ ਉਦਰਿਆ ਕਹਿ ਇੱਕ ਬਾਰ। ਇਹ ਸਾਖੀ ਹੈ ਅਜਾਮਲ ਦੀ। ਜਿਹੜੇ ਕਹਿੰਦੇ ਇਤਿਹਾਸ ਨਹੀਂ ਪੜ੍ਹਨਾ ਸੁਣਨਾ, ਤੇ ਰੱਬ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਕਹਿ ਰਿਹਾ। ਤੇ ਮੇਰੇ ਵਰਗਾ ਸਟੇਜ ਤੇ ਆਖੇ ਇਤਿਹਾਸ ਝੂਠਾ, ਬੰਦੇ ਦਾ ਲਿਖਿਆ ਨਹੀਂ ਮੰਨਣਾ, ਤੇ ਮੈਂ ਕਿਤੇ ਗੁਰੂ ਨਾਨਕ ਸਾਹਿਬ ਨੂੰ ਵੱਡਾ? ਉਹ ਜੇ ਕਮਲਿਆਂ ਦੇ ਟੋਲੇ ਉਹ ਬੰਦੇ ਪਿੱਛੇ ਤੇ ਲੱਗ ਜਾਂਦੇ ਨੇ, ਬਾਣੀ ਨੂੰ ਪੜ੍ਹ ਕੇ ਰੱਬ ਦੇ ਪਿੱਛੇ ਨਹੀਂ ਲੱਗਦੇ। ਉਹ ਨਾਰਾਇਣ ਕਲਾਧਾਰ ਜੋ ਗੁਰੂ ਨਾਨਕ ਹੈ, ਉਹਦੀ ਨਹੀਂ ਮੰਨਣੀ ਉਹਨਾਂ। ਹਾਂ, ਬੰਦੇ ਦੇ ਪੁਜਾਰੀ ਬਣੇ ਫਿਰਦੇ ਅਸੀਂ। ਉਹ ਮੈਂ ਬਾਣੀ ਤੋਂ ਪੁੱਛਿਆ ਵੀ ਇਹ ਪਦਮ ਰੇਖਾ ਹੁੰਦੀ ਹੈ ਕਿ ਗੱਪਾਂ ਹੀ ਨੇ? ਤੇ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਆਇਆ, ਬਾਰਿਜ ਕਰ ਦਾਹਿਣੇ ਦਾਹਿਣੇ ਸੱਜਾ ਹੱਥ। ਜਿਹੜੇ ਰਾਮ ਕ੍ਰਿਸ਼ਨ ਵਰਗੇ ਮਹਾਨ ਅਵਤਾਰ ਹੋਏ ਨੇ, ਉਹਨਾਂ ਦੇ ਤੇ ਪੈਰ 'ਚ ਪਦਮ ਸੀ। ਗੁਰੂ ਅਵਤਾਰ ਕਿਉਂ ਸਾਰਿਆਂ ਦੇਵੀ ਦੇਵਤਿਆਂ ਪੈਗੰਬਰਾਂ ਕਿਸ਼ਨ ਵਿਸ਼ਨ ਵਰਗਿਆਂ ਨੂੰ ਵੱਡਾ ਹੈ? ਗੁਰੂ ਅਵਤਾਰ ਦੇ ਇੱਕ ਪਦਮ ਚਰਨਾਂ 'ਚ ਹੁੰਦਾ ਤੇ ਇੱਕ ਹੱਥ ਵਿੱਚ ਹੁੰਦਾ, ਦੋ ਪਦਮ ਹੁੰਦੇ ਨੇ, ਤਾਂ ਸਾਰੇ ਦੇਵਤਿਆਂ ਨੂੰ ਵੱਡਾ ਹੈ ਗੁਰੂ ਨਾਨਕ। ਤਾਂ ਮੈਂ ਕਿਹਾ ਸੀ, ਫਿਰ ਪੜ੍ਹਦੇ ਹੋ, ਸਭ ਤੇ ਵੱਡਾ ਸਤਿਗੁਰੂ ਨਾਨਕ। ਐਵੇਂ ਨਹੀਂ ਕਿਹਾ ਮੈਂ। ਉਹ ਭੱਟ ਕਹਿੰਦੇ ਤੁਸੀਂ ਚਰਨਾਂ ਦੀ ਗੱਲ ਕਰਦੇ ਜੇ। ਬਾਰਿਜ ਕਰ ਦਾਹਿਣੇ, ਸੱਜੇ ਹੱਥ ਵਿੱਚ ਬਾਰਿਜ ਹੈ, ਪਦਮ ਹੈ। ਉਹ ਰੇਖਾ ਹੁੰਦੀ ਹੈ ਅਵਤਾਰੀ ਪੁਰਸ਼ਾਂ ਦੇ। ਹੁਣ ਆਪਾਂ ਤੇ ਵੇਖੀ ਨਹੀਂ ਤੇ ਨਾ ਆਪਣੇ ਹੈ, ਕਿਉਂਕਿ ਆਪਾਂ ਦੇ ਮਾਮੂਲੀ ਚੰਮ ਦੇ ਲਿਫਾਫੇ ਹੈ। ਪਰ ਬਾਣੀ ਉਹਦਾ ਹੀ ਜ਼ਿਕਰ ਕਰਦੀ ਹੈ ਜੋ ਹੁੰਦਾ ਹੈ, ਕਿਉਂਕਿ ਬਾਣੀ ਮਿਥਿਆ ਨਹੀਂ ਲਿਖਦੀ, ਝੂਠ ਨਹੀਂ ਲਿਖਦੀ। ਬਾਣੀ ਦਾ ਸਿੱਧਾ ਜਿਹਾ ਹੀ ਸੁਣਿਆ ਹੈ ਸਾਡੇ ਲਈ, ਬੋਲੀ ਹੈ ਸੱਚ, ਧਰਮ ਝੂਠ ਨਾ ਬੋਲੀ ਹੈ, ਵੀ ਝੂਠ ਨਾ ਕਦੇ ਮਾਰੀ। ਤੇ ਜੇ ਪਦਮ ਰੇਖਾ ਹੁੰਦੀ ਨਹੀਂ, ਉਹ ਰੇਖਾ ਹੁੰਦੀ ਨਹੀਂ, ਸਾਨੂੰ ਬਾਣੀ ਆਖੇ ਸੱਚ ਬੋਲੋ, ਤੇ ਆਪ ਝੂਠ ਕਿਉਂ ਲਿਖ ਦਿੱਤਾ? ਤੇ ਬਾਣੀ ਦੇ ਉੱਤੇ ਤਰਕ ਕਰਨ ਦਾ ਮਤਲਬ ਹੈ ਰੱਬ ਨੂੰ ਝੂਠਿਆਂ ਕਿਹਾ ਇਸ ਬੰਦੇ ਨੇ। ਬਾਰਿਜ ਕਰ ਦਾਹਿਣੇ ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਾਂ ਵਾਂਗ ਜੋ ਤੀਨ ਲੋਕ ਅੰਤਰ ਮੋਹ ਹੈ। ਸੱਜੇ ਹੱਥ ਵਿੱਚ ਪਦਮ ਹੈ, ਚਰਨਾਂ ਵਿੱਚ ਪਦਮ ਹੈ। ਸਿੱਧੀ ਜਿਹੜੀ ਹੈ ਨਾ, ਸਿੱਧੀ ਹੁੰਦੀ ਹੈ ਕਰਾਮਾਤ। ਜਦੋਂ ਮਹਾਰਾਜ ਸੁਮੇਰ ਪਰਬਤ ਤੇ ਗਏ, ਆਖਿਆ ਨਾ ਸਿੱਧਾਂ ਨੂੰ, ਸੁਣਿਆ ਸਿੱਧ ਪੀਰ ਸੁਰਨਾਥ, ਹੇ ਸਿੱਧੋ ਕਰਾਮਾਤੀ ਲੋਕੋ ਮੇਰੀ ਗੱਲ ਸੁਣੋ। ਸੁਣਿਆ ਸਿੱਧ ਪੀਰ ਸੁਣਾ, ਜੋ ਤੁਸੀਂ ਸੁਣਦੇ ਜੇ ਸਿੱਧੋ ਵੀ ਰੱਬ ਦਾ ਹੀ ਨਾਮ ਹੈ, ਇਹ ਦੂਜਾ ਅਰਥ ਵੀ ਹੈ। ਸਿੱਧ ਸਿੱਧੀ, ਅਸ਼ਟ ਸਿੱਧ, ਨਵਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ। ਸਿੱਧ ਕਹਿੰਦੇ ਨੇ ਕਰਾਮਾਤ ਨੂੰ, ਅਣਿਮਾ ਮਹਿਮਾ, ਵੱਡਿਓਂ ਵੱਡਾ ਹੋ ਜਾਣਾ। ਜਿਵੇਂ ਸਿੱਧ ਸ਼ੇਰ ਬਣ ਕੇ ਡਰਾਉਂਦੇ ਸੀ ਗੁਰੂ ਸਾਹਿਬ ਨੂੰ, ਕਿਤੇ ਮੱਛਰ ਬਣ ਜਾਣਾ, ਕਿਤੇ ਅੱਗ ਕੱਢਣ ਲੱਗ ਪੈਣੀ। ਇਹ ਸਾਰੀਆਂ ਹੀ ਗੱਲਾਂ ਝੂਠ ਸੀ ਜੇ ਗੁਰੂ ਗ੍ਰੰਥ ਸਾਹਿਬ ਹਾਮੀ ਨਾ ਭਰਦੇ। ਮੈਂ ਪੁੱਛਿਆ ਕਿ ਇਹ ਸਿੱਧੀਆਂ ਨੇ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਕੋਈ ਕਹਿੰਦਾ ਇਹ ਚੰਮ ਦਾ ਲਿਫਾਫਾ ਕਰਾਮਾਤ ਨਹੀਂ ਹੁੰਦੀ, ਪਿੱਛੇ ਨਾ ਲੱਗੀ, ਕਹਿੰਦੇ ਮੈਨੂੰ ਪੁੱਛ ਲਈ। ਤੇ ਮਹਾਰਾਜੇ ਮਿਲਦੀਆਂ ਕਿਵੇਂ ਨੇ?
ਸਾਡੇ ਕੋਲ ਤੇ है नहीं। कहते अष्ट सिद्ध नव निध एह कर्म प्राप्त जिस नाम देह। ਜਿਹਦੇ ਕੋਲ ਨਾਮ ਹੈ, ਕਰਮਾਂ ਨਾਲ ਜਿਹਦੀ ਝੋਲੀ ਨਾਮ ਹੈ, ਬੰਦਗੀ ਹੈ, ਉਹਦੇ ਕੋਲੇ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਉਹ ਤੇ ਚਰਨਾਂ 'ਚ ਖਲੋਤੀਆਂ ਨੇ। ਇਹ ਸਿੱਧੀ ਨਹੀਂ, ਦੁਨੀਆ ਦੇ ਕਿਸੇ ਕੋਨੇ ਤੇ ਚਲੇ ਜਾਓ, ਕਿਤੇ ਰੀਠੇ ਮਿੱਠੇ ਵੇਖੇ ਜੇ, ਜੜ ਵੀ ਕੌੜੀ, ਬੀ ਵੀ ਕੌੜਾ, ਫਲ ਵੀ ਕੌੜਾ। ਬਾਬੇ ਨਾਨਕ ਨੇ ਉਹ ਸਿੱਧੀ ਜੇ, ਉਹ ਕਰਾਮਾਤ ਜੇ ਅੱਜ ਵੀ ਰੀਠੇ ਮਿੱਠੇ ਨੇ। ਸਭ ਤੋਂ ਵੱਡਾ ਧੋਖਾ ਗੁਰਮਤ ਵਿੱਚ ਸਿੱਖਾਂ ਨਾਲ ਇਹ ਹੈ ਜਿਹੜਾ ਕਹਿ ਦਿੰਦੇ ਗੁਰੂ 'ਚ ਕਰਾਮਾਤ ਨਹੀਂ ਹੁੰਦੀ। ਮੈਨੂੰ ਦਿਖਾਓ ਵੀ ਕਰਾਮਾਤ ਹੈ ਕਿੱਥੇ। ਨਹੀਂ, ਗੁਰੂ ਨੂੰ ਇਹ ਮਾਮੂਲੀ ਬੰਦਾ ਸਾਬਤ ਕਰਨਾ ਚਾਹੁੰਦੀਆਂ ਨੇ ਤਾਕਤਾਂ, ਵੀ ਸਾਡੇ ਵਰਗਾ ਹੀ ਸੀ, ਉਹ ਤੁਰਿਆ ਫਿਰਦਾ ਸੀ ਕਲਮ ਲੈ ਕੇ, ਰਬਾਬ ਲੈ ਕੇ, ਬਸ ਲਿਖੀ ਜਾਓ ਜੀ। ਉਹ ਗਿਆਨ ਦੀਆਂ ਗੱਲਾਂ ਕਰਦੇ ਸੀ, ਲਿਖੀ ਜਾਓ ਜੀ, ਪੜ੍ਹੀ ਜਾਓ, ਸੁਣੀ ਜਾਓ ਜੀ। ਗੁਰੂ ਨੂੰ ਇਹ ਨਿਰੰਕਾਰ ਨਹੀਂ ਸਮਝਦੇ ਨਾਸਤਕ ਲੋਕ। ਤੇ ਜੇ ਗੁਰੂ ਨਿਰੰਕਾਰ ਹੈ, ਕਿਉਂਕਿ ਬਾਣੀ ਕਹਿ ਰਹੀ ਹੈ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਗੁਰੂ ਨਾਨਕ ਨਿਰੰਕਾਰ ਹੈ, ਤੇ ਨਿਰੰਕਾਰ ਦੇ ਕੋਲ ਫਿਰ ਸਾਰੀਆਂ ਹੀ ਕਰਾਮਾਤਾਂ ਹੁੰਦੀਆਂ ਨੇ। ਤੇ ਜੇ ਗੁਰੂ ਸਾਡੇ ਵਰਗਾ ਮਾਮੂਲੀ ਬੰਦਾ, ਤੇ ਫਿਰ ਵਾਕਿਆ ਹੀ ਰੀਠੇ ਮਿੱਠੇ ਨਹੀਂ ਕਰ ਸਕਦਾ। ਤੁਸੀਂ ਕਰਕੇ ਵਿਖਾ ਦਿਓ। ਤੁਹਾਡੇ 'ਚ ਵੀ ਕਈ ਸਿਆਣੀਆਂ ਗੱਲਾਂ ਕਰਨ ਵਾਲੇ ਗਿਆਨੀ ਹੋਣਗੇ, ਇਹਦਾ ਮਤਲਬ ਵੀ ਗੁਰੂ ਨਾਨਕ ਵਾਂਗੂ ਨਿਰੰਕਾਰੀ ਹੋ ਗਿਆ। ਕੋਈ ਸਿਆਣੀਆਂ ਗੱਲਾਂ ਕਰਨ ਵਾਲਾ, ਇਹ ਕਹਿੰਦੇ ਜੀ ਉਹ ਬੜੀਆਂ ਸਿਆਣੀਆਂ ਗੱਲਾਂ ਗਿਆਨ ਦੀਆਂ ਕਰਦੇ ਸਨ, ਬਸ ਇਹੀ ਤਾਕਤ ਹੈ ਗੁਰੂ ਨਾਨਕ ਦੀ। ਉਹ ਗਿਆਨਵਾਨ ਸਨ। ਇੱਥੇ 20 ਗਿਆਨੀ ਮੇਰੇ ਵਰਗੇ ਕਥਾ ਕਰ ਫਿਰਦੇ ਨੇ, ਹੱਥ ਲਾਇਆ ਰੀਠੇ ਹੋਰ ਭਾਵੇਂ ਕੌੜੇ ਹੋ ਜਾਣ, ਮੇਰੇ ਮਿੱਠੇ ਨਹੀਂ ਜੇ ਹੋਣ ਲੱਗੇ। ਬਾਣੀ ਉਹਨੂੰ ਰੱਬ ਕਹਿੰਦੀ ਹੈ ਤੇ ਅਸੀਂ ਉਹਨੂੰ ਆਮ ਇਨਸਾਨ ਬਣਾਉਣ ਤੇ ਤੁਲੇ ਹਾਂ। ਮਹਾਰਾਜ ਕਹਿੰਦੇ ਬਾਰਿਜ ਕਰ ਦਾਹਿਣੇ ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਾ ਵਾਂਗ ਜੋ ਤੀਨ ਲੋਕੰਤਰ ਮੋਹ ਹੈ, ਹਿਰਦੈ ਬਸੈ ਅਕਹਿਓ ਸੋਏ ਰਸ ਤਿਨਹੀ ਜਾਤੋ। ਜਿਹੜਾ ਗੁਰੂ ਅਮਰਦਾਸ ਹੈ ਭੱਟ ਕਹਿੰਦੇ, ਉਹਦੇ ਜਿਹੜੀ ਸਿੱਧੀ ਹੈ ਉਹ ਇੱਕ ਬੰਨੇ ਖਲੋਤੀ ਹੈ। ਰਿੱਧੀ ਕੀ ਹੈ? ਇੱਕ ਵਾਰ ਕਹਿ ਦੇਣਾ, ਬਚਨ ਕਰ ਦੇਣਾ ਤੇ ਖਜ਼ਾਨੇ ਹੀ ਖਜ਼ਾਨੇ ਮਿਲ ਜਾਣੇ, ਖਜ਼ਾਨਿਆਂ ਨਾਲ ਘਰ ਭਰ ਜਾਣਾ। ਜਿਵੇਂ ਸਾਡੀਆਂ ਝੋਲੀਆਂ ਗੁਰੂ ਸਾਹਿਬ ਭਰਦੇ ਨੇ। ਮਹਾਰਾਜ ਦੇ ਚਰਨਾਂ ਵਿੱਚ ਰਿੱਧੀਆਂ ਸਿੱਧੀਆਂ ਖਲੋਤੀਆਂ ਰਹਿੰਦੀਆਂ ਨੇ ਤੇ ਤਰਲਾ ਲੈਂਦੀਆਂ ਨੇ, ਧੰਨ ਗੁਰੂ ਰਾਮਦਾਸ, ਭੱਲਿਆਂ ਦੇ ਗੁਰੂ ਰਾਮਦਾਸ, ਗੁਰੂ ਅਮਰਦਾਸ, ਸੋਢੀ ਸੁਲਤਾਨ ਗੁਰੂ ਰਾਮਦਾਸ, ਦੱਸ ਕਿੱਥੇ ਵਰਤਣਾ ਹੈ? ਦੱਸ ਕਿਹਦਾ ਘਰ ਭਰਨਾ ਹੈ? ਕਿਹਦੀ ਝੋਲੀ ਭਰਨੀ ਹੈ? ਜੇ ਝੋਲੀ ਨਾ ਭਰਦਾ ਹੋਵੇ, ਰਿੱਧੀ ਨਾ ਹੋਵੇ ਤੇ ਦਰ ਤੇ ਇੱਥੇ ਇੰਨੇ ਬੈਠੇ ਕੀ ਕਰਦੇ ਜੇ? ਗੁਰੂ ਦੇ ਦਰ ਤੇ ਝੋਲੀਆਂ ਭਰਾਉਣੀ ਆਉਨੇ ਨਾ, ਆਪਾਂ ਕੁਝ ਮੰਗਣੀ ਆਉਨੇ ਨਾ। ਹੈ ਭੱਲਿਆਂ ਦੇ ਗੁਰੂ ਅਮਰਦਾਸ, ਤੇਰੇ ਚਰਨਾਂ ਵਿੱਚ ਰਿੱਧੀਆਂ ਸਿੱਧੀਆਂ ਖਲੋਤੀਆਂ ਨੇ। ਤੇ ਵੇਖ ਲਓ, ਪੰਡਤ ਨੇ ਇਹ ਗੱਲ ਆਖੀ ਸੀ, ਭਵਿੱਖ ਦਾ ਉਹਨੂੰ ਪਤਾ ਸੀ। ਪਦਮ ਹੈ ਤੁਹਾਡੇ ਚਰਨਾਂ ਵਿੱਚ। ਤੇ ਪਾਤਸ਼ਾਹ ਵੀ ਜਾਣੀ ਜਾਣਦੇ, ਪਰ ਉਹ ਸਾਡਾ ਗੁਰਮਤ ਦਾ ਘਰ, ਨਿਮਰਤਾ ਦਾ ਘਰ ਹੈ। ਭਾਵੇਂ ਉੱਚਿਓਂ ਉੱਚੇ ਨੇ ਨਾਰਾ ਇੱਕ ਹੀ ਲਾਉਂਦੇ ਨੇ, ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਹੁਣ ਇੱਕ ਪੰਡਤ ਤੁਰਿਆ ਜਾਵੇ, ਇਹ ਜਿਹਨੇ ਰੇਖਾ ਪੜ੍ਹੀ ਹੈ ਇਹਨੂੰ ਕਹਿੰਦੇ ਨੇ ਫਲਤ ਜੋਤਿਸ਼। ਹਾਂ, ਇੱਕ ਪੰਡਤ ਤੁਰਿਆ ਜਾਵੇ, ਭ੍ਰਿਗੂ ਸੰਹਿਤਾ ਦਾ ਪੰਡਤ। ਮੈਂ ਤੁਹਾਨੂੰ ਜੋਤਿਸ਼ ਬਾਰੇ ਦੱਸਣ ਲੱਗਾ ਵੀ ਉੱਥੋਂ ਕੱਖ ਨਹੀਂ ਜੇ ਮਿਲਣਾ। ਹਾਂ, ਦੱਸ ਦਿੰਦੇ ਨੇ ਫਿਊਚਰ, ਕੁਝ ਨਾ ਕੁਝ ਦੱਸ ਦਿੰਦੇ ਨੇ। ਇੱਥੇ ਵੀ ਐਸਟ੍ਰੋਲੋਜਰ ਬੜੇ ਨੇ, ਦੱਸ ਦਿੰਦੇ ਨੇ। ਗੋਰਿਆਂ ਕੋਲ ਵੀ ਇਹ ਤਾਕਤਾਂ ਹੁੰਦੀਆਂ। ਇੱਕ ਵਿਦਿਆ ਹੀ ਹੈ, ਹੋਰ ਕੱਖ ਨਹੀਂ ਹੈ। ਜਿਵੇਂ ਡਾਕਟਰ ਕੋਲ ਇੱਕ ਵਿਦਿਆ ਨਬਜ ਪੜ੍ਹਨ ਦੀ, ਇਹ ਵੀ ਵਿਦਿਆ ਹੀ ਹੈ, ਹੋਰ ਕੁਝ ਨਹੀਂ ਹੈ। ਕਰਾਮਾਤ ਤੇ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਕੋਲ ਹੁੰਦੀ ਹੈ, ਕੋਈ ਕਰਾਮਾਤ ਨਹੀਂ ਹੈ, ਇੱਕ ਵਿਦਿਆ ਹੈ। ਇੱਕ ਪੰਡਤ ਤੁਰਿਆ ਜਾਵੇ, ਗਣਤ ਦਾ ਜੋਤਿਸ਼ ਤੁਰਿਆ ਜਾਵੇ ਤਾਂ ਮੂੰਹ ਤਾਂ ਨੂੰ ਚੁੱਕਿਆ ਹੋਵੇ। ਤੇ ਵੈਸੇ ਮਹਾਰਾਜ ਕਹਿੰਦੇ ਨੇ ਸਿਰ ਥੋੜਾ ਜਿਹਾ ਠਾਂ ਨੂੰ ਰੱਖ ਕੇ ਤੁਰਿਆ ਕਰ, ਠੋਕਰ ਲੱਗ ਜਾਂਦੀ ਹੈ। ਮਾਣ ਵਾਲਾ ਬੰਦਾ ਬਹੁਤਾ ਬੂਥਾ ਚੁੱਕ ਕੇ ਰੱਖਦਾ ਹੈ ਤੇ ਨੁਕਸਾਨ ਵੀ ਹੋ ਜਾਂਦਾ ਉਸਦਾ। ਉਹ ਗਣਤ ਦਾ ਜੋਤਿਸ਼ ਤੁਰਿਆ ਜਾਵੇ ਤੇ ਤਾਂ ਨੂੰ ਮੂੰਹ ਚੁੱਕਿਆ ਹੈ, ਸੂਰਜ ਵੱਲ ਵੇਂਦਾ ਜਾਂਦਾ ਹੈ, ਪੜਦਾ ਹੈ ਸੂਰਜ ਨੂੰ। ਸ਼ਾਮਾਂ ਪੈਣ ਲੱਗ ਪਈਆਂ, ਤਾਰੇ ਚੜ੍ਹਨ ਲੱਗ ਪਏ, ਚੰਦਰਮਾ ਚੜ੍ਹਨ ਲੱਗ ਪਿਆ ਤੇ ਤਾਰੇ ਪੜਨ ਲੱਗ ਪਿਆ।
ਤੇ ਤੁਰਦਿਆਂ ਤੁਰਦਿਆਂ ਬੂਥਾ ਤਾਂ ਚੁੱਕਿਆ ਸੀ ਤੇ ਥੱਲੇ ਵੇਖਿਆ ਹੀ ਨਾ, ਜੰਗਲ ਵਿੱਚ ਟੋਆ ਸੀ, ਮੂੰਹ ਦੇ ਮੂੰਹ ਟੋਏ 'ਚ ਡਿੱਗ ਪਿਆ। ਰੌਲਾ ਪਾਵੇ ਜੰਗਲ ਵਿੱਚ, ਹੁਣ ਸ਼ਾਮ ਨੂੰ ਕੌਣ ਕੱਢੇ ਇਸ ਨੂੰ, ਹਨੇਰਾ ਹੋ ਰਿਹਾ, ਕੱਢੇ ਕੌਣ, ਰੌਲਾ ਪਾਵੇ। ਇੱਕ ਗਰੀਬ ਮਾਈ ਜੋ ਲੱਕੜਾਂ ਕੱਟ ਕੇ ਬਾਜ਼ਾਰ ਵਿੱਚ, ਜੰਗਲ ਚੋਂ ਬਾਜ਼ਾਰ ਵਿੱਚ ਵੇਚਦੀ ਸੀ, ਉਹਨੂੰ ਲੱਕੜਾਂ ਕੱਟਦੀ ਨੂੰ ਹਨੇਰਾ ਹੋ ਗਿਆ, ਉਹ ਰਸਤੇ ਥਾਣੀ ਗੁਜ਼ਰੀ, ਉਹ ਸ਼ਿਕਾਰੀ ਦੇ ਪੁੱਟੇ ਟੋਏ 'ਚ ਜਿਹੜਾ ਪਣਤ ਡਿੱਗਿਆ ਸੀ, ਉਹਦਾ ਚੀਕ ਚਿਹਾੜਾ ਸੁਣ ਕੇ ਨਾ ਮਾਈ ਨੇ ਤੇ ਉਹਨੂੰ ਟੋਏ ਚੋਂ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢਿਆ। ਤੇ ਹੁਣ ਮਾਈ ਦਾ ਸ਼ੁਕਰੀਆ ਅਦਾ ਕਰਨਾ ਹੈ। ਤੇ ਪਤਾ ਕੀ ਕਹਿੰਦਾ, ਕਹਿੰਦਾ ਮਾਈ ਮੈਂ ਹੋਰ ਤੇ ਤੇਰੀ ਕੋਈ ਸੇਵਾ ਨਹੀਂ ਕਰ ਸਕਦਾ, ਮੈਂ ਆ ਜੋਤਿਸ਼ ਭ੍ਰਿਗੂ ਸਮਿਤਾ ਦਾ ਗਿਆਨਵਾਨ ਹਾਂ, ਮੈਂ ਤਾਰਿਆਂ ਦਾ ਹਿਸਾਬ ਕਰਨਾ, ਨਕਸ਼ਤਰਾਂ ਨੂੰ ਪੜ੍ਹਨਾ, ਆਉਣ ਵਾਲੇ ਭਵਿੱਖ ਨੂੰ ਪੜ੍ਹਨਾ, ਇਹ ਮੈਂ ਗਿਆਨ ਤੇਰੇ ਬੱਚਿਆਂ ਨੂੰ ਫ੍ਰੀ 'ਚ ਦੇ ਸਕਦਾ ਹੈ, ਕਿਉਂਕਿ ਤੂੰ ਮੈਨੂੰ ਬਚਾਇਆ ਹੈ, ਮੈਨੂੰ ਟੋਏ 'ਚੋਂ ਕੱਢਿਆ ਹੈ, ਮੇਰਾ ਦੁੱਖ ਤੂੰ ਕੱਟਿਆ ਹੈ, ਤੇ ਮੈਂ ਮਾਈ ਹੇ ਮਾਤਾ ਦੇਣ ਜੋਗਾ ਤੈਨੂੰ ਕੁਝ ਨਹੀਂ, ਇਹਦੇ ਬਦਲੇ ਮੈਂ ਤੇਰੇ ਬੱਚਿਆਂ ਨੂੰ ਇਹ ਵਿਦਿਆ ਸਿਖਾ ਦਿੰਦਾ ਹੈ। ਮਾਈ ਬੜੀ ਸਿਆਣੀ ਸੀ, ਮਾਈ ਬੜੀ ਦਾਨੀ ਪ੍ਰਦਾਨੀ ਸੀ। ਇਹ ਜ਼ਰੂਰੀ ਨਹੀਂ ਹੁੰਦਾ ਕਿਤਾਬਾਂ ਪੜ੍ਹ ਕੇ ਹੀ ਸਿਆਣੇ ਹੋਈਦਾ। ਸਾਡੇ ਬਜ਼ੁਰਗ ਕਦੇ ਸਕੂਲ ਨਹੀਂ ਸੀ ਗਏ, ਪਰ ਆਪਣੇ ਨਾਲੋਂ 20 ਗੁਣਾ ਸਿਆਣੇ ਸੀ ਉਹ। ਅੱਜ ਕੈਸੇ ਕੈਸੇ ਇੰਜੀਨੀਅਰ ਨੇ ਦੁਨੀਆ ਤੇ, ਕੋਈ 30 ਸਾਲ ਮਕਾਨ ਕੱਢਦਾ, ਕੋਈ 40, ਕੋਈ 50, ਕੋਈ 60, ਕੋਈ 70। ਕੈਸੀਆਂ ਸਿਆਣਪਾਂ ਹੋਣਗੀਆਂ। ਗੁਰੂ ਦੇ ਘਰ 'ਚ ਬਰਕਤ ਤੇ ਹੈ, ਕਰਾਮਾਤ ਤੇ ਹੈ ਵੀ ਹਰਿਮੰਦਰ ਸਾਹਿਬ ਕਦੋਂ ਦਾ ਪਾਣੀ ਵਿੱਚ ਖਲੋਤਾ ਹੈ, ਸੈਂਕੜੇ ਵਰੇ ਹੋ ਗਏ ਨੇ, ਕਦੇ ਇੰਨੀ ਸਲਾਬ ਨਹੀਂ ਆਉਂਦੀ। ਔਰ ਸਾਧਨ ਵੀ ਉਦੋਂ ਕੀ ਸਨ ਬਣਾਉਣ ਦੇ, ਅੱਜ ਵੇਖੋ ਸਾਧਨ ਵੀ ਸਾਰੇ ਨੇ। ਹਰੇ ਕੱਲ ਕੋਠੀ ਪਾਈ ਹੁੰਦੀ ਤੇ ਉਹਦੇ ਤੁਸੀਂ ਤਾਂ ਤੱਕ ਵੇਖੋਗੇ ਨਾ, ਛੱਤ ਤੱਕ ਵੇਖੋਗੇ ਤੇ ਕਲਰ ਕਿਰਨ ਦਿਆ ਹੁੰਦਾ ਤੇ ਕੋਠੀ ਦੇ ਵਿੱਚੋਂ, ਪਤਾ ਨਹੀਂ ਕਿਦਨ ਡਿੱਗ ਪੈਣੀ ਹੈ। ਇਹਦਾ ਮਤਲਬ ਵੀ ਸਿਆਣਪਾਂ ਉਦੋਂ ਜ਼ਿਆਦੀਆਂ ਸਨ। ਜਿਵੇਂ ਜਿਵੇਂ ਅਸੀਂ ਕਿਤਾਬਾਂ ਪੜ੍ਹ ਲਈਆਂ, ਕਮਲੇ ਹੀ ਬਣੇ ਆ, ਤਰਕਵਾਦੀ ਬਣੇ ਆ, ਕੋਈ ਬਹੁਤੇ ਸਿਆਣੇ ਨਹੀਂ ਹੋਏ ਅਸੀਂ। ਜੋਤਿਸ਼ ਜਿਹੜਾ ਇਹਦੇ ਵਿੱਚ ਤਾਕਤ ਹੈ, ਕਹਿੰਦਾ ਮੈਂ ਸੁਣਾ ਦੇਵਾਂ। ਮਾਂ ਕੋਈ ਬਹੁਤੇ ਵੇਦ ਸ਼ਾਸਤਰ ਨਹੀਂ ਸੀ ਪੜ੍ਹੀ, ਬਜ਼ੁਰਗ ਔਰਤ ਹੈ, ਕਿਸੇ ਸਕੂਲ ਕਾਲਜ ਵਿਦਿਆਲੇ ਜਾ ਕੇ ਉਹ ਨਹੀਂ ਪੜ੍ਹੀ, ਪਰ ਰੱਬ ਵੱਲੋਂ ਕਈਆਂ ਦੀ ਸੁਰਤੀ ਬਿਰਤੀ ਅੰਦਰਲਾ ਗਿਆਨ ਬੜਾ ਉੱਚਾ ਹੁੰਦਾ, ਜਿਹੜਾ ਕਿਤਾਬਾਂ ਨਾਲ ਵੀ ਨਹੀਂ ਮਿਲਦਾ। ਸਿਆਣਪ ਕਿਤਾਬਾਂ ਨਾਲ ਵੀ ਨਹੀਂ ਮਿਲਦੀ। ਹਾਂ, ਤਰਕ ਕਰਨਾ ਤੇ ਅਸੀਂ ਸਿੱਖ ਲੈਂਦੇ ਹਾਂ ਕਿਤਾਬਾਂ ਪੜ੍ਹ ਕੇ, ਗੁਰ ਇਤਿਹਾਸ ਗੁਰਬਾਣੀ ਤੇ। ਮਹਾਰਾਜ ਇਹੋ ਜਿਹੀਆਂ ਕਿਤਾਬਾਂ ਪੜ੍ਹ ਕੇ ਤਰਕ ਕਰਨ ਵਾਲੇ ਨੂੰ ਮੂਰਖ ਕਹਿ ਰਿਹਾ ਹੈ। ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਮੂਰਖ ਹੈ ਕਹਿੰਦੇ, ਲੋਭ ਵਸ਼ ਹੋਇਆ, ਹੰਕਾਰ ਵਿੱਚ ਚੂਰ ਹੋਇਆ, ਆਪਣੇ ਖਸਮ ਨਾਨਕ ਨਿਰੰਕਾਰੀ ਦੇ ਉੱਤੇ ਤਰਕ ਸਾਧ ਰਿਹਾ, ਬਾਣੀ ਤੇ ਤਰਕ ਸਾਧ ਰਿਹਾ, ਇਤਿਹਾਸ ਦਾ ਖੰਡਨ ਕਰ ਰਿਹਾ, ਦਸਮ ਬਾਣੀ ਦਾ ਖੰਡਨ ਕਰ ਰਿਹਾ ਹੈ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ ਇਹਦੇ ਕੋਲ ਉਹ ਸਿਆਣਪ ਹੈ ਜਿਹੜੀ ਕਿਤਾਬਾਂ ਚੋਂ ਨਹੀਂ ਮਿਲਦੀ। ਮਾਈ ਕੋਲ ਉਹ ਸਿਆਣਪ ਹੈ। ਕਈਆਂ ਬਜ਼ੁਰਗਾਂ ਕੋਲ ਅੰਦਰਲਾ ਗਿਆਨ ਹੁੰਦਾ ਹੈ। ਮਾਈ ਉੱਚੀ ਉੱਚੀ ਹੱਸ ਪਈ। ਮਾਈ ਕਹਿੰਦੀ ਗੱਲ ਸੁਣ ਮੇਰੀ, ਮੇਰੇ ਪੁੱਤਰ ਨੂੰ ਇਸ ਤੋਂ ਪਹਿਲਾਂ ਕਿ ਤੂੰ ਤਾਰਿਆਂ ਦਾ ਗਿਆਨ ਪੜ੍ਹਾਵੇਂ, ਤੂੰ ਤਾਰੇ ਪੜ੍ਹਨੇ ਸਿਖਾਵੇਂ, ਤਾਰਿਆਂ ਦਾ ਗਿਆਨ ਛੱਡ, ਚੰਦਰਮੇ ਦਾ ਗਿਆਨ ਛੱਡ। ਕਹਿੰਦੀ ਵੇ ਪੰਡਤਾ ਖੱਡਿਆਂ ਦਾ ਗਿਆਨ ਸਿੱਖ ਲਾ। ਤੈਨੂੰ ਇਹ ਤੇ ਪਤਾ ਨਹੀਂ ਲੱਗਾ ਵੀ ਆਹ ਤੇਰੇ ਅੱਗੇ ਖੱਡਾ ਪੁੱਠੇ ਮੂੰਹ ਡਿੱਗਿਆ ਹੈ। ਮੇਰੇ ਬੱਚੇ ਨੂੰ ਤੂੰ ਕੀ ਫਿਊਚਰ ਦਿਖਾਵੇਂਗਾ? ਮੇਰੇ ਲਾਲ ਦਾ ਤੂੰ ਕੀ ਭੁੱਖ ਸਿਆਰੇਂਗਾ? ਕੀ ਵਿਦਿਆ ਦੇਵੇਂਗਾ? ਤੇਰੇ ਤੋਂ ਵਿਦਿਆ ਹੁੰਦਿਆਂ ਵੀ ਤੈਨੂੰ ਖੱਡੇ 'ਚ ਡਿੱਗਣਾ ਪੈ ਗਿਆ। ਕੀ ਕਰਾਂਗੇ ਇਸ ਵਿਦਿਆ? ਠੀਕ ਹੈ, ਉਹ ਦੱਸ ਸਕਦੇ ਨੇ ਸਾਹਮਣੇ ਟੋਆ ਹੈ, ਪਰ ਦੇਵ ਨੇ ਤੇ ਏਡੀ ਤਾਕਤਵਰ ਹੈ, ਜੇ ਸਾਹਮਣੇ ਟੋਆ ਹੈ ਤੇ ਕਾਲ ਸੁੱਟਣ ਤੇ ਆਇਆ ਤੇ ਸੁੱਟ ਕੇ ਹੀ ਦਮ ਲਵੇਗਾ। ਦੇਵ ਨੇ ਤੋਂ ਬਚਿਆ ਨਹੀਂ ਜਾ ਸਕਦਾ। ਇਦਾਂ ਤੇ ਜੋਤਸ਼ੀ ਮਰਨੇ ਨਹੀਂ ਚਾਹੀਦੇ, ਉਹਨਾਂ ਨੂੰ ਪਤਾ ਹੈ ਸਾਹਮਣੇ ਟੋਏ ਨੇ। ਬੀਬੀ ਕਹਿੰਦੀ ਤਾਰਿਆਂ ਨੂੰ ਛੱਡ, ਖੱਡੇ ਪੜਨੇ ਸਿੱਖ ਲੈ। ਅੰਨਾ ਹੋਇਆ ਮੈਂ ਨਾ ਹੁੰਦੀ ਤੇ ਕਿਸੇ ਜਾਨਵਰ ਨੇ ਖਾ ਜਾਣਾ ਸੀ ਤੈਨੂੰ। ਮਤਲਬ ਦੁੱਖ ਨਹੀਂ ਜੋਤਸ਼ੀ ਕੱਟ ਸਕਦਾ। ਹਾਂ, ਦੱਸ ਤੇ ਸਕਦਾ ਹੈ ਕਿਤੇ ਅੱਗੇ ਖੱਡਾ ਹੋਵੇਗਾ,
पर अज वो भी नहीं दिखिया। कई बार किस्मत इन्नी माड़ी आ, वो भी नहीं दिखता। सो ज्योतिष विद्या ते है, पर असीं भुलेखे विच रह गए भी शायद ये कुछ इन्हां पंडितां नूं दित्तियां ये साडा दुख कट देणगे। ये तो दस दिता इन्हां भी अगे टोआ है, दुख है। कहंदे नहीं, लख इन्हां कोल तूं महीने की गल सुन लै भी तेरे इस चढ़न वाले भादों के महीने के दुख कटे जाणगे। नहीं, कुछ ना कुछ दस देणगे, पर दुखां की निवृत्ति करन दी समर्था पंडिते दे कोल है नहीं है। ये समर्था इन्हां दे कोल बिल्कुल भी नहीं है। क्यों जी? लिखिया फेर ना सकी है, ज्यों भावी त्यों सार। जो लिखिया गया वो नहीं फेरिया जा सकता। जे तेरे अगे प्रभु ने टोए विछाए ने तो डिगना ही पैना है। फुल विछाए ने, खुशियां ने तो ठीक है, क्योंकि जीवन काल विच तू खड्डे पुट्टे ने तो तेरे अगे खड्डे ही आने ने, बच नहीं सकेगा। फुल विछाए ने तो फुल ही चुगेगा, खुशियां ही माणेगा। ये कोई पंडित ज्योतिषी ऐसा नहीं जिहड़ा लिखे नूं फेर सकदा होवे। एक ही जरिया है, लिखण वाला जिहड़ा कर्मगत लिखण वाला वो परमात्मा स्वरूप है। ਉਹਦਾ ਜਿਹੜਾ शब्द है, ਉਹਦੀ बाणी है, ਉਹਦੇ गुण गाइए, ਉਹਦੇ तरले लईए, ਉਹਦਾ जस गाइए, तो भावें ਉਹ कुछ ना कुछ साडे कर्मगत ਦੇ ਵਿੱਚ फुल विछा देवे, साडा तरला कबूल कर लवे। पंडित ते आप कर्मगत भोगण आए ने, ते ਜਿਹੜਾ आप दुखां सुखां ਨੂੰ भोगण आया, ਜਿਹੜਾ आप कैद कट ਰਿਹਾ, ਤੈਨੂੰ ਰਿਹਾ ਕੀ ਕਰਾਵੇਗਾ। सो पातशाह ने ये जिन्ने भी दिन तिहार सन सानू शब्द दे नाल जोड़ के ये समझाया है भी ये त्योहार, ये घड़ियां, ये पल फिर सफले ने जे निरंकार दे गुण गाओगे। ते ये भादों का महीना चढ़िया है, उसे ही धोखे चों कढ़ण लई पातशाह ने 12 माह की बाणी उचारी, 12 महीनों की भी आई हर महीने दे पहले दिन आके पढ़ी। ये तो सिक्ख्या मिलेगी भी जिमें पहले दिन खसम दे दिदारे करके रब नूं गाया है, 12 महीने ही रोज आके इसे तरह गाया कर, ते तेरा एक महीना ते की तेरा जीवन ही सारा सफला हो जाएगा। असीं ते उल्ट कह दिंने संगरांद पखंड है, उड़े 4 आउंदे असीं वो भी भजा बहने ने। अगे रौला पाउने असीं सिੱਖੀ ਦਾ प्रचार नहीं है, तो जिहड़े 4 आके सुनते असीं वो भी भजा देने ने। पखंड पखंड करदियां ने, बिल्कुल पखंड है। जे पंडितां तो धोखा खाओगे ते पत्थरां दी पूजा करोगे, ते जे मड़ियां दे दीवे जगाओगे, ते वो हर घड़ी वो पल मिट्टी है जिहड़ा रब दे दर तो पासे बीतिया है। हर घड़ी पल वो सफला है जिहड़ा रब दे दर ते बीतिया है। इत्थे पातशाह भादोए भरम भुलाणियां, दूजै लगा हेत फुरमान करदे ने। ये बड़ा साइंटिफिक नाम है इस महीने का, एवें नहीं भादोए। भा की कहते ने भाग नूं, दोए दो, दो भाग, भादोए दोवां भागां विच जिहड़ा वंडिया होवे। हुण साउण दे महीने ते आपां वेहने आ, सावण लंघिया है, बरखा ही होई जांदी है, पर भादो दा महीना अजीब जिहा है। ये दो विपरीत ताकतां विच वंडिया आया महीना है। एक वो ताकत है, एक भादों दे विच वो मौसम है जदों आपां वेखदे हां भी बरखा पैण लग पैंदी है, मींह बड़ा पैंदा है। अचानक मींह शुरू हो गया है, मींह पैण लग पिया, बदल चढ़ के आए, बरखा होण लग पई, ते वेंदियां ही वेंदियां बदल उड गए, कड़कदी धुप निकली। बदलों के आउण नाल बरखा होण दे नाल ठंडी सी हवा चली सी। वेंदियां वेंदियां बदल उड गए, सूरज चढ़िया, हिरदे नूं चीरदियां किरनां धरती वल नूं आईयां, ते वो जिहड़ा मींह पिया सी ना, जदों किरनां उहदे नाल टकराईयां ते ह्यूमिडिटी पैदा हो गई, उहदे नाल घुटम होई, बंदे नूं घुट जिहा हो जाता ना। कई बार मींह पै के ते धुप लग जाए तो साह जिहा नहीं आता, प्रतीत हुंदा बंदे नूं। किते ठंड हो जाती है, किते गर्मी हो जाती। भादों का महीना ऐसा हुंदा है
ਕਿਤੇ ਤੇ ਤਨ ਨੂੰ ਧੁੱਪ ਚੀਰਦੀ ਹੈ ਤੇ ਕਿਤੇ ਕੁਝ ਨਾ ਕੁਝ ਠੰਡ ਹੋ ਜਾਂਦੀ ਹੈ ਮੀਂਹ ਦੇ ਨਾਲ। ਇਉਂ ਭਾ ਦੋਹਾਂ ਭਾਗਾਂ 'ਚ ਇਹ ਸਥੂਲ ਬਾਹਰੀ ਦੁਨੀਆ ਦਾ ਮੌਸਮ ਭਾਦਰੋਂ ਦੇ ਮਹੀਨੇ 'ਚ ਵੰਡਿਆ ਹੁੰਦਾ ਹੈ। ਪਲ ਵਿੱਚ ਬੱਦਲ ਨੇ ਤੇ ਪਲ ਵਿੱਚ ਸੂਰਜ ਚੜ੍ਹ ਜਾਂਦਾ ਹੈ, ਪਲ ਵਿੱਚ ਠੰਡੀ ਹਵਾ ਹੈ ਤੇ ਪਲ ਵਿੱਚ ਘੁੱਟਮ ਹੋ ਜਾਂਦੀ ਹੈ। ਐਸੇ ਹਾਲਾਤ ਰਹਿੰਦੇ ਨੇ ਭਾਦੋਂ ਦੇ ਮਹੀਨੇ ਦੇ। ਹੁਣ ਹੋਇਆ ਕੀ ਹੈ, ਬੱਦਲ ਵਰਸ਼ਿਆ ਤੇ ਧਰਤੀ ਦੇ ਹਿੱਕ ਤੇ ਠੰਡ ਪੈ ਗਈ। ਬੱਦਲ ਚਲਾ ਗਿਆ, ਧੁੱਪ ਚੜ੍ਹ ਗਈ, ਸੂਰਜ ਦੀਆਂ ਕਿਰਨਾਂ ਪਈਆਂ, ਹਿਊਮਸ ਪੈਦਾ ਹੋਇਆ, ਹਿਊਮਿਡਿਟੀ ਪੈਦਾ ਹੋਈ। ਉਹਦੇ ਪੈਦਾ ਹੋਣ ਦੇ ਨਾਲ, ਜਿਹਨੂੰ ਨਮੀ ਕਹਿੰਦੇ ਜੇ ਤੁਸੀਂ, ਘੁੱਟਮ ਹੋ ਗਈ। ਉਸ ਘੁੱਟਮ ਦੇ ਨਾਲ ਬੰਦਾ ਘਬਰਾਉਂਦਾ ਹੈ, ਘਬਰਾਹਟ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਹੀ ਇੱਕ ਸੂਖਸ਼ਮ ਦੁਨੀਆ ਅੰਦਰ ਦੀ, ਇਹ ਤੇ ਆ ਬਾਹਰੀ ਮੌਸਮ ਦੀ ਗੱਲ। ਕਹਿੰਦੇ ਅੰਦਰ ਵੀ ਉਸ ਭਾਦੋਂ ਵਰਗੀ ਰੋਤੀ ਚੱਲਦੀ ਹੈ ਬੰਦੇ ਦੇ। ਬੰਦਾ ਜਿਹੜਾ ਹੈ, ਜਦੋਂ ਤੇ ਪ੍ਰਭੂ ਦੇ ਪ੍ਰੇਮ ਭਰੇ ਚਰਨਾਂ ਦੇ ਨਾਲ ਪ੍ਰੀਤੀ ਪਾਉਂਦਾ ਹੈ, ਰੱਬ ਦੇ ਗੁਣ ਗਾਉਂਦਾ ਹੈ, ਉਦੋਂ ਤੇ ਕਾਲਜੇ ਵਿੱਚ ਠੰਡ ਪੈਂਦੀ ਹੈ, ਉਦੋਂ ਤੇ ਮਨ ਟਿਕਿਆ ਰਹਿੰਦਾ ਹੈ। ਪ੍ਰੇਮ ਵਿੱਚ ਜੇ ਤੇ ਪ੍ਰਮਾਤਮਾ ਦੇ ਨਾਲ ਭਿੱਜ ਜਾਵੇ, ਪ੍ਰੇਮ ਦੀਆਂ ਕਣੀਆਂ ਵਿੱਚ ਭਿੱਜ ਜਾਵੇ, ਬਾਣੀ ਪੜ੍ਹੇ ਤੇ ਮਨ ਸ਼ਾਂਤ ਰਹਿੰਦਾ ਹੈ, ਸੰਤੋਖ ਵਿੱਚ ਰਹਿੰਦਾ, ਈਰਖਾ ਨਹੀਂ ਕਰਦਾ, ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜਦਾ, ਡਿਪਰੈਸ਼ਨ ਵਿੱਚ ਨਹੀਂ ਜਾਂਦਾ, ਚਿੰਤਾ ਵਿੱਚ ਨਹੀਂ ਜਾਂਦਾ। ਤੇ ਕਈ ਵਾਰ ਬੰਦੇ ਦੇ ਅੰਦਰੋਂ ਜਿੱਦਾਂ ਬਾਹਰ ਧੁੱਪ ਲੱਗੀ ਤੇ ਸਾੜ ਸ਼ੁਰੂ ਹੋ ਗਿਆ। ਕਈ ਵਾਰ ਜਦੋਂ ਪ੍ਰੇਮ ਦੀ ਬਰਖਾ ਹਟ ਜਾਵੇ, ਬਾਣੀ ਪੜ੍ਹਨੋਂ ਹਟ ਜਾਵੇ, ਬਾਣੀ ਦਾ ਮੀਂਹ ਪੈਣੋਂ ਹਟ ਜਾਵੇ ਤੇ ਈਰਖਾ, ਦਵੈਖ, ਚਿੰਤਾ ਪੈਦਾ ਹੁੰਦੀ ਹੈ ਮਨ ਵਿੱਚ। ਤੇ ਫਿਰ ਇੱਕ ਪਲ ਵੀ ਨਹੀਂ ਟਿਕਦਾ, ਧਰਤੀ ਵਾਂਗੂ ਸੜੀ ਜਾਂਦਾ, ਜਿਵੇਂ ਧੁੱਪ ਚੜ੍ਹਨ ਤੇ ਭਾਦੋਂ ਦੇ ਮਹੀਨੇ ਧਰਤੀ ਸੜੀ ਹੈ। ਮੀਂਹ ਪੈਣ ਤੇ ਧਰਤੀ ਹਰੀ ਭਰੀ ਹੋ ਗਈ। ਬਾਣੀ ਦਾ ਮੀਂਹ ਵਰਸਿਆ ਇਸ ਮਨ ਦੇ ਅੰਦਰ ਤੇ ਸਤ, ਸੰਤੋਖ, ਦਇਆ, ਧਰਮ, ਚੰਗੇ ਗੁਣਾਂ ਨਾਲ ਮਨ ਹਰਿਆ ਭਰਿਆ ਹੋ ਗਿਆ। ਔਰ ਯਾਦ ਰੱਖਿਓ, ਸਭ ਤੋਂ ਵੱਡਾ ਰੋਗ ਦੁਨੀਆ ਵਿੱਚ ਚਿੰਤਾ ਹੈ, ਡਿਪਰੈਸ਼ਨ ਹੈ। ਭਾਵੇਂ ਕਿ ਇੰਡੀਆ ਦੇ ਵਿੱਚ ਬਾਹਰਲੇ ਮੁਲਕਾਂ ਦੇ ਕੰਪੈਰੀਟਿਵਲੀ ਗਰੀਬੀ ਹੈ, ਪਰ ਫਿਰ ਵੀ ਉੱਥੇ ਰੱਬ ਦੇ ਗੁਣ ਗਾਉਣ ਵਾਲੇ ਬੜੇ ਮੌਜੂਦ ਨੇ। ਡਿਪਰੈਸ਼ਨ ਦੀ ਐਵਰੇਜ ਕੈਨੇਡਾ, ਅਮਰੀਕਾ ਦੇ ਤੁਹਾਡੇ ਦੇਸ਼ਾਂ 'ਚ ਕਈ ਗੁਣਾ ਜ਼ਿਆਦੀ ਜੇ ਉੱਥੋਂ ਨਾਲੋਂ। ਪੈਸਾ ਤੇ ਹੈ ਪਰ ਚਿੰਤਾ ਇੱਥੇ ਜ਼ਿਆਦੀ ਜੇ। ਨੈੱਟ ਦੇ ਉੱਤੇ ਸਰਚ ਕਰ ਲਿਓ, ਇੱਥੇ ਤਕਰੀਬਨ ਹੀ ਹਰ ਬੰਦਾ ਡਿਪਰੈਸ਼ਨ ਵਿੱਚ ਹੋਏਗਾ, ਕੋਈ ਵਿਰਲਾ ਬਚਿਆ ਚਿੰਤਾ ਤੋਂ। ਕਿਸੇ ਨੂੰ ਘਰ ਦਾ ਫਿਕਰ ਸਤਾ ਰਿਹਾ ਵੀ ਕਿਸ਼ਤਾਂ ਰਹਿੰਦੀਆਂ ਨੇ, ਆਪਣੇ ਵਰਗਿਆਂ ਨੂੰ ਬੱਚਿਆਂ ਦਾ ਸਤਾਉਂਦਾ ਵੀ ਅਸੀਂ ਤੇ ਕੁਝ ਨਾ ਕੁਝ ਗੁਰੂ ਦੇ ਘਰ ਨਾਲ ਜੁੜੇ ਰਹੇ, ਸਿੱਖੀ ਨਿਭਾ ਗਏ, ਤੇ ਅਗਲੀ ਪੀੜ੍ਹੀ ਦਾ ਤੇ ਹੁਣ ਪਤਾ ਕੋਈ ਨਹੀਂ ਲੱਗਦਾ। ਕਿਸੇ ਨੂੰ ਕਾਰੋਬਾਰ ਦਾ ਫਿਕਰ ਹੈ, ਕਿਸੇ ਨੂੰ ਧਰਮ ਦਾ ਫਿਕਰ ਹੈ, ਕਿਸੇ ਨੂੰ ਆਪਣੇ ਸਰੀਰ ਦਾ ਫਿਕਰ ਹੈ, ਰੋਗਾਂ ਤੋਂ ਚਿੰਤਾ ਲੱਗੀ ਹੋਈ ਹੈ, ਕਿਸੇ ਨਾ ਕਿਸੇ ਪ੍ਰਕਾਰ ਨਾਲ ਡਿਪਰੈਸ਼ਨ ਹੈ, ਚਿੰਤਾ ਹੈ। ਇਹ ਚਿੰਤਾ ਕਿਵੇਂ ਪੈਦਾ ਹੋਈ? ਜਦੋਂ ਬਾਣੀ ਦੀ ਬਰਖਾ ਹੋਣੋਂ ਹਟ ਗਈ, ਪ੍ਰਤੱਖ ਮੀਂਹ ਪੈਣੋਂ ਹਟਿਆ, ਧਰਤੀ ਸੜ ਗਈ, ਮੱਚ ਗਈ। ਇਸੇ ਤਰ੍ਹਾਂ ਮਨ ਅੰਦਰ ਜੇ ਬਾਣੀ ਦੀ ਕਿਣਮਿਣ ਨਹੀਂ ਹੁੰਦੀ ਤੇ ਸਮਝ ਲਈ ਮਨ ਵੀ ਸੜਦਾ ਹੈ, ਚਿੰਤਾ ਵਿੱਚ ਜਲਦਾ ਹੈ, ਡਿਪਰੈਸ਼ਨ ਵਿੱਚ ਡੁੱਬ ਜਾਂਦਾ ਹੈ, ਦੁੱਖ ਵਿੱਚ ਸੜਦਾ ਹੈ। ਮੈਂ ਫਿਰ ਉਦਾਹਰਨ ਦੇਵਾਂ, ਜਿਹੜੇ ਬਾਣੀ ਪੜ੍ਹਦੇ ਨੇ, ਵੇਖਣ ਵਾਲੇ ਨੂੰ ਲੱਗੇਗਾ, ਵੇਖਣ ਵਾਲੇ ਨੂੰ ਇਹ ਮਹਿਸੂਸ ਹੋਵੇਗਾ ਵੀ ਦਿਆਲਾ ਦੇਗ ਵਿੱਚ ਉਬਾਲਿਆ ਜਾ ਰਿਹਾ ਹੈ, ਪਰ ਬਾਣੀ ਦੀ ਕਿਣਮਿਣ ਨੇ ਐਸੀ ਅਵਸਥਾ ਦੇ ਦਿੱਤੀ, ਕੋਈ ਚਿੰਤਾ ਨਹੀਂ, ਕੋਈ ਦੁੱਖ ਨਹੀਂ, ਰੋਗ ਨਹੀਂ, ਹੱਸ ਕੇ ਉਬਾਲੇ ਖਾ ਰਿਹਾ ਹੈ। ਬਾਣੀ ਤਪਸ਼ ਸੋਖ ਲੈਂਦੀ ਹੈ, ਚਿੰਤਾ ਸੋਖ ਲੈਂਦੀ ਹੈ। ਇਹ ਤਾਕਤਾਂ ਮੌਜੂਦ ਨੇ, ਪਰ ਬਾਣੀ ਸਾਡੇ ਕੋਲ ਪੜ੍ਹੀ ਨਹੀਂ ਜਾਂਦੀ। ਇੱਥੇ ਫਰਕ ਪੈ ਜਾਂਦਾ ਹੈ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਭਾਦੋਂ ਵਿੱਚ ਜਿਵੇਂ ਬਾਹਰ ਦੋਗਲਾ ਜਿਹਾ ਮੌਸਮ ਹੈ, ਬੰਦੇ ਅੰਦਰ ਵੀ ਇਦਾਂ। ਕਈ ਵਾਰ ਆਪਾਂ ਆਨੇ ਆ ਵੀ ਉਹ ਅੱਜ ਨਿਤਨੇਮ ਕੀਤਾ, ਮਨ ਬੜਾ ਲੱਗਿਆ, 2-4 ਦਿਨ ਮਨ ਬੜਾ ਲੱਗਿਆ, ਅਗਲੇ ਦਿਨ ਹੀ ਕਹਿ ਦੇਈਦਾ ਵੀ ਹੁਣ ਮਨ ਹੀ ਨਹੀਂ ਲੱਗਦਾ। ਮੌਸਮ ਬਦਲਦਾ ਹੈ।
किते क्रोध आउंदा, किते तेरे अंदर शांति आउंदी है, किते धुप चढ़दी है, किते ठंडक पैंदी है, किते ईरखा विच सड़दा, किते संतोख आउंदा है। इदां पातशाह कहंदे ने जिहड़ा बंदा है जिवें भादों विच बाहरले बन्ने सथूल दुनिया का मौसम है, इहदे अंदर भी ऐसा ही कुछ चल रहा है। दीन दुनिया के पातशाह ये सुनेहा दिंदे ने, भादोए भरम भुलाणियां दूजै लगा हेत। दुचिती सी, भरम विच भुले लोकां ने की कीता, दोवां बैड़ियां च पैर रख लए। क्योंकि भादों विच चलदा ही दोगला काम है, मौसम दोगला ते बंदा भी दोगला जिहा चलदा। मंदिर अगों लंघिया ते उत्थे टल खड़का दिंदा है, मस्जिद अगों लंघिया कबर अगों लंघिया तो उत्थे हरिया जिहा कपड़ा चढ़ा दिंदा, धागे दे बन्नी जांदा है। चौराहे चों लंघिया उत्थे दीवा जगा दिंदा है, चौराहे चों लंघिया उत्थे दीवा जगा दिंदा। गुरु घर आउंदा ते उत्थे सिर झुका दिंदा। बेड़ियां ते कई ने, पार किदां लगे होण। महाराज कहंदे भादों दे महीने वांग दोगली नीति है इहदे अंदर, इस करके भरम विच भुलिया है। इनू समझ नहीं लग रही भी किस बेड़ी विच पैर रखां, किहड़ी पार लावेगी। हर बेड़ी च कदम पाई बैठा है। आखणगे जी असीं सारे धर्मां दा सत्कार करते हैं, बिल्कुल करना चाहिए, पर इहदा मतलब ये नहीं भी तू मंदिर च सिर झुकावें, तू कबर ते दीवा जगावें। सिर तेरा गुरु ग्रंथ साहिब अगे सिक्खा झुकना चाहिए है। धर्मां दा सत्कार ये हुंदा भी किसी भी धर्म नूं बुरा भला ना कहे, ना मंदिर नूं गाली दे, ना मस्जिद नूं दे ते ना कबर नूं दे। सिर तेरा गुरु अगे झुके बस। सत्कार ये नहीं हुंदा भी हर दर दे उत्ते झुक जाओ, ते जिहड़ा हर दर ते झुक जावे आपां आम ही कह दिंदे इहदा ते स्टैंड ही कोई नहीं है, इहदा जिथे वेखो उत्थे ही दोगला, उत्थे रल जांदा है। एक दे होना पैंदा है, एक बेड़ी च चढ़ना पैंदा है। ते दीन दुनिया दे पातशाह आखण लगे पर दवैत विच है। विकारां दी तपश ने, काम क्रोध दी तपश ने ਇਹਦੇ मन नूं साड़िया पिया, जिवें सूरज दीआं किरणां भादों दे महीने धरती नूं तपाउंदियां ने। हमेशा विकारां विच चिंता वाला, डिप्रैशन वाला बंदा सड़िया ही रहिंदा। उहनूं जिहड़ा कवावे वो आप दुखी अगे टुट के पैंदा अगले नूं। ते जिहदा मन हरिया भरिया बाणी विच वो खुश रहिंदा, जदों भी वेखोगे वो खुश रहिंदा है। सो इत्थे पातशाह सानूं समझाउंदे ने, तेरे अंदर दी दुनिया भी कुछ ऐसे बाहरले मौसम वर्गी होई पई है। कदे तू खेड़ उठदा है बाणी पढ़ के, बाणी छड्डदा ते मुरझा जाना है। बाणी पढ़दा ते सड़दा है, खपदा है। बरखा नाल धरती खिड़ गई, धुप दे नाल सड़ गई। बाणी नाल हिरदा खिड़ गया, विकारां नाल सड़ गया। सो पातशाह ने अंतरीव दुनिया ते बाहरी दुनिया का भाव सानूं दस्सिया है। जिवें बाहर मौसम विच दुबदा है, किते ठंडा किते तत्ता, इउं साडे मन अंदर भी दुबदा है। किहड़ी बेड़ी च पैर रखां, किहड़ी बेड़ी मैनूं दुखां दे सागर तो पार ले जावे। एक बने रब नाल प्रेम भी करते हैं, निरंकार नाल प्रेम भी करते हैं, दूजे बने संसार नाल भी प्रेम करते हैं। एक बड़ी वधिया उदाहरण है बाणी विच। कहंदे जिहड़ा भांडा हुंदा ना, जदों भांडे विच कोई दुध पवाउंदा ते भांडे नूं साफ करके दुध पवाउंदा है भी जे गंदगी हुई ते दुध ना फुट जावे, दुध ना खराब हो जावे। मतलब की है भी जदों भांडे विच, गंदे भांडे विच दुध पाया, दुध उत्थे रहेगा नहीं, वो गंदगी बन जानी है। हुण असीं दुचिती विच आ, असीं द्वैश विच आ। एक बने ते असीं पदार्थां दा मोह भी टकाया मन दे भांडे 'च, दूजे बने असीं समझते हैं भी जपजी साहिब करिए, गुरु नानक भी टिक जावे। ये दोवें काम नहीं हो सकते। मन का भांडा खाली करना पैना है। गुरु नानक साहिब ऐसे भांडे विच नहीं बहिंदे जिहड़ा मैला है। जिहड़ा मन साफ है, भांडा साफ है, गुरु साहिब उत्थे ही चौंकड़ा लाउंदे ने। मैली जगह ते काम क्रोध लोभ भूत प्रेत ते बह सकते ने, नानक निरंकारी रब नहीं बह सकता। रब निर्मल हिरदे विच रहिंदा है। निर्मल हिरदा किवें दा हुंदा? जिवें बच्चा है,
ਬੱਚੇ ਦੇ ਅੰਦਰ ਕੋਈ ਵੈਰ ਦੀ ਭਾਵਨਾ ਨਹੀਂ। ਬੱਚਾ ਕੋਈ ਰੂਪ ਵੇਖ ਕੇ ਗਰਸਿਆ ਨਹੀਂ ਜਾਂਦਾ ਕਾਮ ਵਿੱਚ, ਨਾ ਕੋਈ ਕਾਮ ਵੱਲੋਂ ਮੈਲਾ, ਨਾ ਬੱਚੇ ਨੂੰ ਕੋਈ ਕ੍ਰੋਧ ਦੀ ਭਾਵਨਾ, ਕ੍ਰੋਧ ਕੀ ਬਦਲੇ ਦੀ ਭਾਵਨਾ ਨਹੀਂ। ਇੱਥੇ ਕਿਸੇ ਨਾਲ ਲੜ ਪਵੇ, ਅੱਜ 2 ਖਾ ਲਈਆਂ, 2 ਮਾਰ ਦਿੱਤੀਆਂ, ਕੱਲ ਨੂੰ ਚੇਤਾ ਭੁੱਲ ਜਾਂਦਾ, ਫਿਰ ਗਲ ਵਕੜੀ ਪਾ ਲੈਂਦਾ। ਨਿਰਮਲ ਹਿਰਦਾ ਬੱਚੇ ਦਾ, ਜਿਹਦਾ ਬੱਚੇ ਵਾਂਗੂ ਹਿਰਦਾ ਨਿਰਮਲ ਹੈ, ਗੁਰੂ ਨਾਨਕ ਉਸ ਹਿਰਦੇ ਵਿੱਚ ਬਹਿੰਦਾ ਹੈ। ਤਾਂ ਹੀ ਤੇ ਕਹਿੰਦੇ ਨੇ ਬੱਚਾ ਭਗਵਾਨ ਦਾ ਰੂਪ ਹੁੰਦਾ। ਕਿਉਂ ਜੀ? ਕਿਉਂਕਿ ਨਿਰਮਲ ਹੋਣ ਦੇ ਕਰਕੇ ਭਗਵਾਨ ਉਹਦੇ ਕੋਲ ਹੀ ਹੈ। ਅਸੀਂ ਮੈਲੇ ਹੋ ਗਏ ਆ, ਸਾਰਿਆਂ 'ਚ ਵਸਦਾ ਤੇ ਹੈ, ਪਰ ਵਿਕਾਰਾਂ ਦੀ ਮੈਲ ਕਰਕੇ ਸਾਨੂੰ ਦਿਖ ਨਹੀਂ ਪਾ ਰਿਹਾ। ਜਿੰਨਾ ਚਿਰ ਅੱਖਾਂ 'ਚੋਂ ਵਿਕਾਰਾਂ ਦਾ ਜਾਲਾ ਨਹੀਂ ਲੈਂਦਾ, ਗੁਰੂ ਨਾਨਕ ਦਿਖੇਗਾ ਨਹੀਂ। ਮਹਾਰਾਜ ਕਹਿੰਦੇ ਇਸੇ ਦੁਚਿਤੀ ਵਿੱਚ ਸਮਾਂ ਕੱਢ ਰਹੇ ਨੇ। ਮੋਹ ਵੀ ਨਹੀਂ ਛੱਡਣਾ ਚਾਹੁੰਦੇ, ਮਨ ਦਾ ਭਾਂਡਾ ਮੋਹ ਨਾਲ ਵੀ ਭਰਿਆ ਹੈ, ਪਦਾਰਥਾਂ ਦੇ ਮੋਹ ਨਾਲ, ਕਾਮ ਕ੍ਰੋਧ ਨਾਲ, ਰੂਪ ਰੰਗ ਦੇ ਮੋਹ ਨਾਲ, ਤੇ ਬਾਬੇ ਨਾਨਕ ਨੂੰ ਵੀ ਬਾਉਣਾ ਚਾਹੁੰਦੇ ਨੇ। ਕਹਿੰਦੇ ਭਰਮ ਭੁਲਾਣੀਆਂ ਐਸੀਆਂ ਇਸਤਰੀਆਂ, ਆਪਾਂ ਸਾਰੇ ਹੀ ਇਸਤਰੀ ਸਰੂਪ ਆ, ਖਸਮ ਗੁਰੂ ਨਾਨਕ ਹੀ ਹੈ, ਪਰਮਾਤਮਾ ਹੀ ਹੈ। ਕਿਉਂ ਜੀ? ਕਿਉਂਕਿ ਖਸਮ ਤਾਕਤਵਰ ਹੈ, ਰੱਬ ਵਰਗਾ ਤਕੜਾ ਦੁਨੀਆ ਤੇ ਹੈ ਕੋਈ ਨਹੀਂ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ। ਕਹਿੰਦੇ ਪੁਰਸ਼ੋਤਮ ਮੈਂ ਸਾਰਿਆਂ ਦਾ ਖਸਮ ਹੈ। ਅਸੀਂ ਜਿੰਨੇ ਵੀ ਇਸਤਰੀਆਂ ਸਰੂਪ ਹਾਂ, ਜੇ ਤੇ ਇਸਤਰੀ ਦਵੈਸ਼ ਵਿੱਚ ਹੋਵੇ, ਆਖੇ ਵੀ ਮਨ ਦੇ ਭਾਂਡੇ 'ਚ ਖਸਮ ਵੀ ਬਹਿ ਜਾਵੇ ਤੇ ਗੈਰ ਬੰਦੇ ਵੱਲ ਵੀ ਧਿਆਨ ਰੱਖੇ, ਫਿਰ ਉਹਦਾ ਘਰ ਨਹੀਂ ਵਸਦਾ। ਸਿੱਧੇ ਜਿਹੇ ਲਫ਼ਜ਼ ਨੇ ਬਾਣੀ ਕਹਿ ਰਹੀ ਹੈ, ਦੁਹਾਗਣੀ ਕਿਆ ਨੀ ਸਾਣੀਆਂ, ਖਸਮੋਂ ਖੁੱਤੀਆਂ ਫਿਰੈ ਨਿਮਾਣੀਆਂ। ਇਦਾਂ ਹੀ ਰੱਬ ਦਾ ਸੁਭਾਅ ਹੈ। ਜੇ ਅਸੀਂ ਆਖੀਏ ਵੀ ਪੱਥਰਾਂ ਦੀ ਪੂਜਾ ਕਰ ਲਈਏ, ਚੁਰਾਹਿਆਂ ਤੇ ਦੀਵੇ ਪਾ ਲਈਏ, ਮੰਦਰਾਂ ਦੇ ਟਲ ਖੜਕਾ ਲਈਏ, ਮੂਰਤਾਂ ਪੂਜ ਲਈਏ, ਤੇ ਦੂਜੇ ਬੰਨੇ ਆਖੀਏ ਰੱਬ ਦੇ ਗੁਣ ਗਾ ਲਈਏ, ਉਹ ਕਹਿੰਦਾ ਨਾ, ਤੂੰ ਤੇ ਗਣਕਾ ਵਾਂਗੂ, ਵੇਸਵਾ ਵਾਂਗੂ ਕਈ ਖਸਮ ਕੀਤੇ ਨੇ, ਤੇਰਾ ਪੱਕਾ ਖਸਮ ਕੋਈ ਨਹੀਂ ਬਣੇਗਾ। ਵੇਸਵਾ ਦਾ ਪੱਕਾ ਖਸਮ ਕੋਈ ਨਹੀਂ ਹੁੰਦਾ, ਬਹੁਤੇ ਖਸਮਾਂ ਵਾਲੀ ਹੁੰਦੀ, ਬਹੁਤੇ ਦਰਾਂ ਤੇ ਜਾਂਦੀ ਹੈ। ਉਹ ਬੰਦਾ ਵੇਸਵਾ ਵਰਗਾ ਹੈ ਜਿਹੜਾ ਹਰ ਦਰ ਤੇ ਸਿਰ ਝੁਕਾਉਂਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਇੱਕ ਦਾ ਹੋਣਾ ਪੈਂਦਾ ਹੈ, ਇੱਕ ਪਰਮਾਤਮਾ ਦਾ ਹੋਣਾ ਪੈਂਦਾ ਹੈ। ਤੇ ਜਿੰਨਾ ਚਿਰ ਤੂੰ ਇੱਕ ਦਾ ਨਹੀਂ ਹੁੰਦਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਇੱਕ ਛੱਪੜ ਖਿੜਿਆ, ਖਿੜਿਆ ਛੱਪੜ ਕਿਵੇਂ? ਹਰਿਆਲੀ ਹੈ ਘੇਰੇ ਘੇਰੇ, ਤੇ ਖਿੜੇ ਹੋਏ ਹਰੇ ਭਰੇ ਛੱਪੜ ਦੇ ਵਿੱਚ ਇੱਕ ਕਮਲ ਦਾ ਫੁੱਲ ਆ ਗਿਆ, ਜੜ ਲੱਗ ਗਈ। ਹੁਣ ਪੰਖੜੀਆਂ ਜਾਣਦੀਆਂ ਨੇ ਵੀ ਜੇ ਛੱਪੜ ਦੀ ਗੰਦਗੀ ਚੋਂ ਬਾਹਰ ਨਿਕਲਾਂਗੀਆਂ, ਸੂਰਜ ਦੀਆਂ ਕਿਰਨਾਂ ਪੈਣਗੀਆਂ, ਤੇ ਫੇਰ ਹੀ ਮੇਰੀਆਂ ਪੰਖੜੀਆਂ ਕਮਲ ਜਾਣਦਾ ਖਿੜਨਗੀਆਂ, ਤੇ ਲੋਕ ਆਖਣਗੇ ਕਿੱਡਾ ਸੁੰਦਰ ਹੈ, ਵਡਿਆਈ ਹੋਵੇਗੀ। ਤੇ ਜੇ ਜੜ ਲੱਗ ਗਈ ਹੈ ਗੰਦਗੀ ਵਿੱਚ, ਛੱਪੜ ਵਿੱਚ, ਤੇ ਕਮਲ ਆਖੇ ਪੰਖੜੀਆਂ ਬਾਹਰ ਹੀ ਨਾ ਕੱਢਾਂ ਮੈਂ ਛੱਪੜ ਦੀ ਗੰਦਗੀ ਤੋਂ, ਤੇ ਉਹ ਖਿੜ ਨਹੀਂ ਸਕੇਗਾ। ਮੋਹ ਵੀ ਨਹੀਂ ਤੂੰ ਪਦਾਰਥਾਂ ਦਾ ਛੱਡਣਾ ਚਾਹੁੰਦਾ, ਸੰਤ ਵੀ ਬਣਨਾ ਚਾਹੁੰਦਾ ਹੈ। ਪਾਤਸ਼ਾਹ ਕਹਿੰਦੇ ਇੱਕ ਬੰਨੇ ਤੇ ਹੋਣਾ ਪੈਣਾ ਹੈ, ਮੋਹ ਤੇ ਛੱਡਣਾ ਪਵੇਗਾ ਜੇ ਗੁਰੂ ਨਾਨਕ ਨੂੰ ਮਨ ਦੇ ਭਾਂਡੇ ਅੰਦਰ ਬਿਠਾਉਣਾ ਹੈ। ਸੋ ਇਸ ਮਹੀਨੇ ਦੇ ਸ਼ਬਦ ਵਿੱਚ ਪਾਤਸ਼ਾਹ ਸਮਝਾਉਂਦੇ ਨੇ, ਮਨ ਦੇ ਭਾਂਡੇ ਅੰਦਰ ਪਦਾਰਥਾਂ ਦਾ ਲੋਭ ਟਿਕਿਆ ਹੈ, ਬਾਬੇ ਨਾਨਕ ਲਈ ਤੇ ਜਗ੍ਹਾ ਹੀ ਹੈ ਨਹੀਂ ਹੈ। ਤੇ ਤੂੰ ਭਰਮ ਵਿੱਚ ਹੈ ਵੀ ਸ਼ਾਇਦ ਦੋਵੇਂ ਇੱਕੇ ਜਗ੍ਹਾ ਬਹਿ ਸਕਦੇ ਨੇ, ਦੋਵੇਂ ਕੰਮ ਨਹੀਂ ਹੋ ਸਕਦੇ, ਦੋਵਾਂ ਬੇੜੀਆਂ 'ਚ ਪੈਰ ਨਹੀਂ ਰੱਖਿਆ ਜਾ ਸਕਦਾ। ਤਾਂ ਹੀ ਤੇ ਕਹਿੰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵੋ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕਉ ਜਾਵੋ। ਭਾਂਡਾ ਧੋਓਗੇ ਤੇ ਫਿਰ ਹੀ ਦੁੱਧ ਨੂੰ ਜਾਓਗੇ। ਜੇ ਭਾਂਡਾ ਮੈਲਾ ਹੈ ਤੇ ਦੁੱਧ ਉੱਥੇ ਟਿਕੇਗਾ ਨਹੀਂ। ਮਨ ਦਾ ਭਾਂਡਾ ਲੋਭ ਤੋਂ, ਵਿਕਾਰਾਂ ਤੋਂ, ਵਾਸ਼ਨਾਵਾਂ ਤੋਂ ਸਾਫ਼ ਕਰੋ ਤੇ ਗੁਰੂ ਨਾਨਕ ਸਾਹਿਬ ਬਹਿ ਜਾਣਗੇ। ਨਹੀਂ ਤੇ ਗੰਦਗੀ ਵਿੱਚ ਨਾਨਕ ਨਿਰੰਕਾਰ ਨਹੀਂ ਬੈਠ ਸਕਦਾ। ਸਾਡੇ ਅੰਦਰ ਬੜਾ ਵੱਡਾ ਭਰਮ ਹੈ ਵੀ ਸ਼ਾਇਦ ਇਹ ਦੋ ਇਕੱਠੇ ਟਿਕ ਸਕਦੇ ਨੇ, ਲੋਭ ਵੀ ਤੇ ਗੁਰੂ ਨਾਨਕ ਦਾ ਪ੍ਰੇਮ ਵੀ, ਪਦਾਰਥਾਂ ਦਾ ਪ੍ਰੇਮ ਵੀ ਤੇ ਲੋਭ ਵੀ ਟਿਕੇਗਾ ਨਹੀਂ। ਇਹ ਭਰਮ ਹੈ ਸਾਡੇ ਅੰਦਰ, ਭੁਲੇਖਾ ਹੈ। ਤੇ ਭੁਲੇਖਾ ਕੀ ਹੁੰਦਾ? ਸੱਪ ਨੂੰ ਰੱਸੀ ਕਹਿਣਾ ਤੇ ਰੱਸੀ ਨੂੰ ਸੱਪ ਸਮਝ ਲੈਣਾ। ਅਸੀਂ ਭੁਲੇਖੇ ਵਿੱਚ ਹਾਂ। ਭਰਮ ਕੀ ਹੈ? ਜੋ ਸਮਝੀਏ ਉਹ ਨਾ ਹੋਵੇ। ਨਰ ਚਾਹਤ ਕਛ ਔਰ ਔਰੇ ਕੀ ਔਰੇ ਬਈ, ਜੋ ਸਮਝੀਏ ਉਹ ਨਾ ਹੋਵੇ, ਉਹਨੂੰ ਭਰਮ ਕਹਿੰਦੇ ਨੇ। ਮੈਂ ਕੁਝ ਹੋਰ ਸਮਝਿਆ ਸੀ, ਮੈਂ ਇਹਨੂੰ ਸੱਜਣ ਸਮਝਿਆ, ਇਹ ਅੰਦਰੋਂ ਵੈਰੀ ਨਿਕਲ ਆਇਆ। ਇਹ ਹੈ ਭਰਮ। ਇਹ ਸਾਨੂੰ ਭਰਮ ਹੈ ਵੀ ਸ਼ਾਇਦ
ਪੱਥਰਾਂ ਦੀ ਪੂਜਾ, ਸ਼ਾਇਦ ਇਹ ਸਖੀ ਸਰਵਰਾਂ ਦੇ ਦੀਵੇ ਸਾਨੂੰ ਪਾਰ ਲੈ ਜਾਣਗੇ। ਇਹ ਨਿੱਕੀਆਂ ਮੋਟੀਆਂ ਬੇੜੀਆਂ ਨੇ, ਸਮੁੰਦਰ ਵੱਡਾ ਹੈ ਸੰਸਾਰ ਦਾ। ਦੁੱਖਾਂ ਦੀਆਂ ਛੱਲਾਂ ਬੜੀਆਂ ਭਾਰੀ ਨੇ। ਜੇ ਪੱਥਰ ਪਾਰ ਲਿਜਾਣ ਵਾਲੇ ਹੁੰਦੇ ਤੇ ਕੁੱਲ ਹਿੰਦੁਸਤਾਨ ਦੇ ਬ੍ਰਾਹਮਣ ਜਿਹੜੇ ਸੀ ਗੁਰੂ ਨਾਨਕ ਦੇ ਦਰ ਤੇ ਜਨੇਊ ਦੀ ਰੱਖਿਆ ਲਈ ਨਾ ਆਉਂਦੇ। ਉਹਨਾਂ ਨੂੰ ਪਤਾ ਹੈ ਵੀ ਗੁਰੂ ਨਾਨਕ ਦਾ ਘਰ ਜਹਾਜ਼ ਵਰਗਾ ਹੈ ਜਿਹੜਾ ਦੁੱਖਾਂ ਤੋਂ ਪਾਰ ਲੈ ਜਾਵੇਗਾ। ਵੱਡੇ ਸਮੁੰਦਰ ਬੇੜੀਆਂ ਦੇ ਵੱਸ ਦੀ ਗੱਲ ਨਹੀਂ ਹੈ ਤਰਨੀ। ਇਹ ਸਭ ਬੇੜੀਆਂ ਨੇ, ਬਾਕੀ ਸਮੁੰਦਰ ਹੈ ਪਰਮਾਤਮਾ, ਵੱਡਾ ਬੇੜਾ ਹੈ ਪਰਮਾਤਮਾ। ਸਰ ਕਰਨ ਦੀ ਸਮਰੱਥਾ ਉਹਦੇ ਵਿੱਚ ਹੈ। ਆਪਾਂ ਰੋਜ਼ ਤੇ ਪੜ੍ਹਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ। ਬੜੇ ਇਸ ਸਮੁੰਦਰ ਵਿੱਚ ਦੁੱਖਾਂ ਦੀਆਂ ਛੱਲਾਂ ਨੇ। ਇੱਕ ਨਾ ਇੱਕ ਦੁੱਖ ਸਾਨੂੰ ਡੋਬ ਹੀ ਦਿੰਦਾ ਹੈ। ਡਿਪਰੈਸ਼ਨ ਲੈ ਜਾਂਦਾ, ਚਿੰਤਾ ਲੈ ਜਾਂਦੀ ਹੈ। ਜੇ ਪਾਰ ਲੰਘਣਾ ਹੈ ਤੇ ਵਾਹਿਗੁਰੂ ਦੇ ਨਾਮ ਦਾ ਜਹਾਜ਼ ਕਰ ਲੈ, ਬੇੜੀਆਂ ਦਾ ਖਹਿੜਾ ਛੱਡ ਦੇ। ਬੜਾ ਸੁੰਦਰ ਬਾਣੀ ਵਿੱਚ ਲਿਖਿਆ ਮਾਧਵੇ, ਕਿਆ ਕਹੀਏ ਭਰਮ ਕੈਸਾ। ਕਹਿੰਦੇ ਮਾਧਵੇ ਕਿਆ ਕਹੀਏ ਭਰਮ ਐਸਾ। ਭਰਮ ਹੁੰਦਾ ਕੀ ਹੈ? ਤੇ ਬਾਣੀ ਨੇ ਇਹ ਗੱਲ ਸਮਝਾਈ ਹੈ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਕਹਿੰਦੇ ਨੇ ਭੁਲੇਖੇ ਨੂੰ। ਮੰਨਿਆ ਕੁਝ ਹੋਰ, ਅਸੀਂ ਸਮਝਿਆ ਸ਼ਾਇਦ ਪੱਥਰਾਂ ਦੀ ਪੂਜਾ ਪਾਰ ਲੈ ਜਾਵੇਗੀ, ਭਰਮ ਵਿੱਚ ਰਹਿ ਡੁੱਬਣਾ ਪੈ ਗਿਆ। ਅਸੀਂ ਸਮਝਿਆ ਬੇੜੀ ਹੀ ਜਹਾਜ਼ ਤੋਂ ਵੱਧ ਕੇ ਸਮੁੰਦਰ ਤੋਂ ਪਾਰ ਲੈ ਜਾਵੇਗੀ, ਭਰਮ ਵਿੱਚ ਸਾਂ ਬੇੜੀ ਵੀ ਡੁੱਬ ਗਈ। ਪੱਥਰ ਨਾ ਪਾਰ ਲਿਜਾ ਸਕੇ, ਭੂਤਾਂ ਪ੍ਰੇਤਾਂ ਦੇ ਦੀਵੇ ਨਾ ਪਾਰ ਲਿਜਾ ਸਕੇ, ਪੰਡਤਾਂ ਨੂੰ ਹੱਥ ਵਿਖਾਏ ਪਾਰ ਨਾ ਲਿਜਾ ਸਕੇ। ਸੰਸਾਰ ਸਾਗਰ ਨੂੰ ਬਣਾਉਣ ਵਾਲਾ ਪਰਮਾਤਮਾ ਸੀ, ਮਾਲਕ ਸੀ ਸੰਸਾਰ। ਸਮੁੰਦਰ ਵਿੱਚ ਲਹਿਰਾਂ ਪੈਦਾ ਹੋਈਆਂ, ਜਲ ਕੇਵਲ ਜਲ ਮਾਹੀ। ਜਲ ਵਿੱਚ ਹੀ ਸਮਾ ਗਈਆਂ। ਸਮਝ ਲੱਗ ਗਈ ਵੀ ਛੱਲਾਂ ਦਾ ਕੇਂਦਰੀ ਭਾਵ, ਕੇਂਦਰ ਵਜੂਦ ਵੀ ਪਾਣੀ ਹੈ ਤੇ ਸਮੁੰਦਰ ਦਾ ਵਜੂਦ ਵੀ ਪਾਣੀ ਹੈ। ਪਰ ਅਸੀਂ ਸ਼ਾਇਦ ਛੱਲਾਂ ਨੂੰ ਵੱਖ ਸਮਝ ਲੈਂਦੇ ਹਾਂ। ਆ ਮਿੱਟੀ ਉੱਡਦੀ ਹੈ ਨਾ, ਤੇ ਕਿਣਕੇ ਜਦੋਂ ਉੱਡਦੇ ਨੇ ਕੁਝ ਪਲ ਲਈ ਲੱਗੇਗਾ ਵੀ ਇਹ ਵਾਹ ਰੋਲੇ ਵਿੱਚ ਕਿਣਕੇ ਵੱਖਰੇ ਨੇ, ਪਰ ਮਿੱਟੀ 'ਚ ਹੀ ਭੇਜ ਦਿੰਦੇ ਨੇ। ਅੱਗ ਬਾਲਿਓ ਕਿਤੇ ਉਹ ਚੰਗਿਆੜੇ ਉੱਡਣਗੇ ਲੱਕੜਾਂ ਤੋਂ। ਕੁਝ ਸਮੇਂ ਲਈ ਜੇ ਕੋਈ ਆਖੇ ਵੀ ਚੰਗਿਆੜੇ ਵੱਖਰੇ ਨੇ ਅੱਗ ਤੋਂ, ਨਹੀਂ, ਉੱਥੇ ਹੀ ਮਿਲ ਜਾਣਗੇ। ਇਹ ਉਦਾਹਰਣ ਤਾਂ ਸਮਝਾਈ ਹੈ। ਜਿੰਨਿਆਂ ਦੀ ਵੀ ਤੂੰ ਪੂਜਾ ਵਿੱਚ ਲੱਗਾ ਹੈ, ਸਾਰੇ ਪਰਮਾਤਮਾ ਦੀ ਹੀ ਪੈਦਾਇਸ਼ ਨੇ। ਤੇ ਛੱਲਾਂ ਦੀ ਪੂਜਾ ਛੱਡ, ਸਿੱਧਾ ਸਮੁੰਦਰ ਦੇ ਗੁਣ ਗਾ ਲੈ ਤੂੰ। ਪਦਾਰਥ ਛੱਲਾਂ ਵਰਗੇ ਨੇ, ਪਰਮਾਤਮਾ ਸਮੁੰਦਰ ਹੈ। ਹੁਣ ਅਸੀਂ ਸਮੁੰਦਰ ਨੂੰ ਤੇ ਵੇਂਦੇ ਹੀ ਨਹੀਂ, ਕਿਉਂਕਿ ਉੱਤੇ ਛੱਲਾਂ ਹੀ ਹੁੰਦੀਆਂ। ਸਮੁੰਦਰ ਛੇਤੀ ਕੀਤਿਆਂ ਦਿਖਦਾ ਹੀ ਨਹੀਂ, ਬੜੀ ਡੂੰਘੀ ਅੱਖ ਚਾਹੀਦੀ ਹੈ, ਛੱਲਾਂ ਹੀ ਦਿਖਦੀਆਂ ਨੇ। ਸਮੁੰਦਰ ਸ਼ਾਂਤ ਬੜਾ ਹੁੰਦਾ, ਜਿਵੇਂ ਰੱਬ ਸ਼ਾਂਤ ਹੈ ਨਾ। ਛੱਲਾਂ ਰੌਲਾ ਬੜਾ ਪਾਉਂਦੀਆਂ ਨੇ। ਜਦੋਂ ਬੰਦੇ ਕੋ ਮਾਇਆ ਆਉਂਦੀ, ਪਦਾਰਥ ਆਉਂਦੇ ਤੇ ਬੜਾ ਨੱਚਦਾ ਟੱਪਦਾ ਹੈ। ਤੇ ਜਿਹੜੇ ਬੰਦੇ ਕੋ ਸਮੁੰਦਰ ਹੈ, ਰੱਬ ਹੈ, ਉਹ ਸਾਧ ਚੌਂਕੜਾ ਲਾ ਕੇ ਸ਼ਾਂਤ ਬੈਠਾ ਹੈ। ਹੁਣ ਇੱਥੇ ਸਮਝਾਇਆ ਇਹ ਜਾ ਰਿਹਾ ਹੈ ਵੀ ਤੂੰ ਭੁਲੇਖੇ ਵਿੱਚ ਹੈ। ਸਮੁੰਦਰ ਨਾਲ ਯਾਰੀ ਪਾਉਣ ਦੀ ਬਜਾਏ ਛੱਲਾਂ ਨਾਲ ਯਾਰੀ ਪਾ ਬੈਠਾ ਹੈ, ਪਦਾਰਥਾਂ ਨਾਲ ਯਾਰੀ ਪਾ ਲਈ ਹੈ। ਤੇ ਛੱਲਾਂ ਸਦਾ ਰਹਿੰਦੀਆਂ ਨਹੀਂ, ਮਿਟ ਜਾਣੀਆਂ ਨੇ। ਰਹਿਣ ਵਾਲਾ ਸਮੁੰਦਰ ਹੈ। ਪਰ ਅਸੀਂ ਭਰਮ ਵਿੱਚ ਹਾਂ। ਅਸੀਂ ਛੱਲਾਂ ਤਾਈਂ ਸੀਮਿਤ ਹੋ ਗਏ, ਉਹਦੀ ਰਚਨਾ ਤਾਈਂ ਸੀਮਿਤ ਹੋ ਗਏ, ਉਹਦੇ ਸੁੱਖ ਸਹੂਲਤਾਂ ਤਾਈਂ ਸੀਮਿਤ ਹੋ ਗਏ। ਜਿਵੇਂ ਇੱਕ ਬੰਦਾ ਆਖੇ ਫਲ ਵੀ ਚਾਹੀਦੇ ਨੇ ਤੇ ਰੁੱਖ ਵੀ ਨਾ ਲਾਉਣਾ ਪਵੇ, ਫਲਾਂ ਤਾਈਂ ਸੀਮਿਤ ਹੈ। ਫਲ ਤੇ ਇੱਕ ਨਾ ਇੱਕ ਦਿਨ ਮੁੱਕ ਜਾਣੇ ਨੇ। ਜੇ ਰੁੱਖ ਘਰ ਵਿੱਚ ਲੱਗਾ ਹੁੰਦਾ ਤੇ ਭਾਵੇਂ ਹਰ ਸਾਲ ਹੀ ਤੋੜ ਕੇ ਅੰਬ ਖਾ ਲਿਆ ਕਰਦਾ। ਛੱਲਾਂ ਤਾਈਂ ਸੀਮਿਤ ਹੈ ਬੰਦਾ, ਦੁਬਦਾ ਹੈ ਸਾਡੇ ਅੰਦਰ। ਇਹਨੂੰ ਭਰਮ ਕਹਿੰਦੇ ਨੇ। ਕ੍ਰਿਤ ਨੂੰ ਕਰਤਾ ਸਮਝ ਲਿਆ, ਮੂਰਤੀ ਨੂੰ ਹੀ ਵੱਡਾ ਸਮਝ ਲਿਆ। ਬਣਾਉਣ ਵਾਲੇ ਚਿੱਤਰਕਾਰ ਨੂੰ ਵੇਖਿਆ ਹੀ ਨਾ ਗਿਆ ਸਾਡੇ ਕੋਲੋਂ। ਮੂਰਤੀ ਤੇ ਟੁੱਟ ਜਾਂਦੀ ਹੈ ਤੇ ਚਿੱਤਰਕਾਰ ਨਾਲ ਯਾਰੀ ਪਈ ਹੁੰਦੀ ਤੇ 4 ਮੂਰਤਾਂ ਹੋਰ ਬਣਾ ਕੇ ਤੁਹਾਨੂੰ ਦੇ ਦਿੰਦਾ। ਮਹਾਰਾਜ ਕਹਿੰਦੇ ਨੇ ਸਮੁੰਦਰ ਨਾਲ ਪ੍ਰੇਮ ਕਰ, ਰੁੱਖ ਦੇ ਨਾਲ ਪ੍ਰੇਮ ਕਰ, ਫਲ ਲੱਗਦੇ ਹੀ ਰਹਿੰਦੇ ਨੇ ਉਹਨੂੰ। ਛੱਲਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਨੇ। ਪਰ ਅਸੀਂ ਕੀ ਕੀਤਾ? ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਨਾਲ ਤੇ ਪ੍ਰੇਮ ਕਰ ਲਿਆ, ਜੋ ਦਿੰਦਾ ਸੀ, ਪਰ ਜਿਹਨੇ ਦਿੱਤਾ ਸੀ ਉਹਦਾ ਚੇਤਾ ਹੀ ਕੋਈ ਨਹੀਂ ਹੈ। ਤੇ ਯਾਦ ਰੱਖਿਓ, ਜੋ ਮਿਲਿਆ ਹੈ ਇਹ ਮੁੱਕ ਜਾਣਾ ਹੈ।
ਤੇ ਜੇ ਦੇਣ ਵਾਲਾ ਚੇਤੇ ਹੋਇਆ ਤੇ ਫਿਰ ਸਦਾ ਹੀ ਦਈ ਜਾਵੇਗਾ। ਜੇ ਦੇਣ ਵਾਲਾ ਭੁੱਲ ਗਿਆ ਤੇ ਇਹਦੇ ਇੱਕ ਨਾ ਇੱਕ ਦਿਨ ਮੁੱਕ ਹੀ ਜਾਣਾ, ਫਿਰ ਟੂਟਾ ਪੜ ਕੇ ਤੁਰੇ ਫਿਰਾਂਗੇ। ਸੋ ਸਾਨੂੰ ਪਾਤਸ਼ਾਹ ਨੇ ਇਹ ਸਮਝਾਇਆ। ਦੀਨ ਦੁਨੀਆ ਦੇ ਪਾਤਸ਼ਾਹ ਆਖਣ ਲੱਗੇ, ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਰੱਬ ਨੂੰ ਛੱਡ ਕੇ ਪਦਾਰਥਾਂ ਨਾਲ ਹੇਤ ਪ੍ਰੇਮ ਲਾਈ ਬੈਠੇ ਨੇ, ਭਰਮ ਵਿੱਚ ਭੁੱਲੇ ਵੀ ਸ਼ਾਇਦ ਇਹ ਸਭ ਕੁਝ ਰਹਿਣ ਵਾਲਾ ਹੈ। ਅੱਗੇ ਆਖਣ ਲੱਗੇ, ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਇਹ ਤੇ ਇਸ ਤਰ੍ਹਾਂ ਹੈ। ਹੁਣ ਹੋਇਆ ਕੀ ਹੈ? ਪ੍ਰੇਮ ਤੇ ਪਦਾਰਥਾਂ ਨਾਲ ਕੀਤਾ ਤੇ ਜੇ ਆਖੋ ਗੁਰੂ ਨਾਨਕ ਸਾਹਿਬ ਵੀ ਖੁਸ਼ ਹੋ ਜਾਣ, ਉਹ ਤੇ ਹੋਣਾ ਨਹੀਂ। ਗੁਰੂ ਨਾਨਕ ਜਾਣਦਾ ਹੈ, ਉਹ ਜਾਣਦਾ ਹੈ ਵੀ ਤੂੰ ਕੇਵਲ ਫਲ ਨਾਲ ਹੀ ਪ੍ਰੇਮ ਕਰਦਾ ਹੈ, ਫਲ ਲਈ ਮੇਰੇ ਕੋਲ ਆਉਣਾ, ਤੈਨੂੰ ਮੇਰੇ ਨਾਲ ਪ੍ਰੇਮ ਨਹੀਂ ਹੈ। ਇੱਕ ਮਰਦ ਤੇ ਇਸਤਰੀ ਦੀ ਉਦਾਹਰਣ ਦੇ ਰਹੇ ਨੇ ਇਸ ਪੰਕਤੀ ਵਿੱਚ। ਕਹਿੰਦੇ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਇੱਕ ਇਸਤਰੀ, ਉਹਦੇ ਪਤੀ ਪਰਮੇਸ਼ਰ ਨੂੰ ਇਹ ਸਮਝ ਲੱਗ ਗਈ ਹੈ ਵੀ ਇਹ ਕਿਸੇ ਹੋਰ ਨਾਲ ਮੋਹ ਕਰਦੀ ਹੈ। ਉਹ ਆਪਣੇ ਖਸਮ ਨੂੰ ਭੁਲੇਖੇ ਵਿੱਚ ਰੱਖਣ ਲਈ ਲੱਖ ਹਾਰ ਸ਼ਿੰਗਾਰ ਲਾਈ ਫਿਰੇ। ਉਹਦਾ ਪਤੀ ਖੁਸ਼ ਨਹੀਂ ਹੁੰਦਾ ਵੀ ਇਹਦੇ ਅੰਦਰ ਖੋਟ ਹੈ, ਇਹਨੂੰ ਭਾਵ ਅਰਥ ਲੈਣਾ ਹੈ। ਇਹ ਜ਼ਰੂਰੀ ਨਹੀਂ ਵੀ ਬੀਬੀਆਂ ਦੀ ਖੋਟ ਹੋਵੇ, ਬੰਦੇ ਰਾਵਣ 'ਚ ਵੀ ਬਥੇਰੀ ਖੋਟ ਸੀ। ਇਹ ਤੇ ਕਿਸੇ 'ਚ ਵੀ ਇਹ ਪੱਖ ਹੋ ਸਕਦਾ, ਪਰ ਇੱਥੇ ਇਸਤਰੀ ਸਭ ਨੂੰ ਆਖਿਆ ਹੈ ਤੇ ਖਸਮ ਪ੍ਰਭੂ ਨੂੰ ਆਖਿਆ ਹੈ। ਔਰ ਪ੍ਰਭੂ ਜਿਹੜਾ ਖਸਮ ਹੈ ਉਹਦੇ ਤੇ ਖੋਟ ਹੁੰਦੀ ਨਹੀਂ। ਰੱਬ ਤੇ ਨਿਰਮਲ ਹੈ ਤੇ ਖੋਟ ਸਾਡੇ 'ਚ ਹੀ ਹੋਵੇਗੀ। ਇੱਕ ਉਦਾਹਰਣ ਵਜੋਂ ਲੈਣਾ ਹੈ। ਕਹਿੰਦੇ ਨੇ ਭਾਵੇਂ ਉਹ ਲੱਖਾਂ ਸ਼ਿੰਗਾਰ ਕਰੇ, ਪਰ ਪਤੀ ਜਾਣਦਾ ਇਹਦੇ ਅੰਦਰ ਦਵੈਤ ਹੈ, ਇਹਦਾ ਮਨ ਕਿਤੇ ਹੋਰ ਲੱਗਾ ਹੋਇਆ, ਇਹ ਭੁਲੇਖੇ ਵਿੱਚ ਰੱਖ ਰਹੀ ਹੈ ਮੈਨੂੰ। ਇਹਦੀਆਂ ਕੁਝ ਲੋੜਾਂ ਨੇ ਪੂਰਤੀ ਲਈ ਇਹ ਹਾਰ ਸ਼ਿੰਗਾਰ ਲਾ ਕੇ ਮੈਨੂੰ ਵਿਖਾ ਰਹੀ ਹੈ, ਪਰ ਅੰਦਰਲਾ ਕਿਤੇ ਹੋਰ ਟਿਕਿਆ ਹੈ। ਕਹਿੰਦੇ ਮੋਹ ਤੇ ਪਦਾਰਥਾਂ ਨਾ ਕਰੋ ਤੇ ਵਿਖਾਵੇ ਲਈ ਗੁਰੂ ਨਾਨਕ ਦੇ ਦਰ ਤੇ ਆਓ। ਚੰਗੀ ਤਰ੍ਹਾਂ ਜਾਣਦਾ ਇਹ ਸ਼ਿੰਗਾਰ ਕਿਸੇ ਕੰਮ ਨਹੀਂ। ਮੁਰਦੇ ਨੂੰ ਜਿੰਨਾ ਮਰਜ਼ੀ ਹਾਰ ਸ਼ਿੰਗਾਰ ਕਰ ਲਓ, ਕਿਸੇ ਕੰਮ ਆਉਂਦਾ ਹੈ? ਮੁਰਦੇ ਨੇ ਮੁਰਦਾ ਹੀ ਰਹਿਣਾ, ਉਹ ਭਰਮਾ ਨਹੀਂ ਸਕੇਗਾ ਕਿਸੇ ਨੂੰ। ਇਉਂ ਜਿਹੜੇ ਪ੍ਰੀਤੀ ਤੋਂ ਹੀਣੇ ਨੇ, ਜੇ ਤੇ ਇਸਤਰੀ ਵਿੱਚ ਪਤੀ ਦੇ ਪ੍ਰਤੀ ਪ੍ਰੇਮ ਹੈ ਤੇ ਹਾਰ ਸ਼ਿੰਗਾਰ ਸ਼ੋਭਨੀਕ ਨੇ, ਉਹ ਪ੍ਰੇਮ ਕਰੇਗਾ। ਤੇ ਜੇ ਅੰਦਰ ਪ੍ਰੇਮ ਨਹੀਂ ਹੈ ਤੇ ਕੇਵਲ ਵਿਖਾਵੇ ਮਾਤਰ ਹੈ, ਕੁਝ ਲੋੜਾਂ ਕਰਕੇ ਆਈ ਹੈ, ਤੇ ਕਹਿੰਦੇ ਉਹ ਪ੍ਰੇਮ ਨਹੀਂ ਕਰੇਗਾ। ਉਹ ਅੰਦਰ ਦੀ ਕਰਨੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅੱਗੇ ਆਖਣ ਲੱਗੇ, ਵੇਖ ਇਹਦਾ ਦੂਸਰਾ ਭਾਵ ਲਿਓ। ਅਸਲ ਪਤੀ ਪਰਮੇਸ਼ਰ ਨੂੰ ਛੱਡ ਕੇ ਦੁਨੀਆ ਨੂੰ ਖੁਸ਼ ਕਰਦੇ ਹਾਂ ਅਸੀਂ, ਪਰ ਧਿਆਨ ਦਿਓ ਦੁਨੀਆ ਨਾਲ ਮੋਹ ਤੇ ਪਾਇਆ ਹੈ। ਜਦੋਂ ਸਮਾਂ ਆ ਗਿਆ ਨਾ, ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕਹਿਸਨ ਪ੍ਰੇਤ। ਜਿਹੜੇ ਬੱਚੇ ਸੀ, ਜਿਹੜੇ ਪਦਾਰਥ ਇਕੱਠੇ ਕੀਤੇ ਸੀ, ਮਾਇਆ ਇਕੱਠੀ ਕੀਤੀ ਸੀ, ਜਦੋਂ ਬਾਪੂ ਚੜ੍ਹਾਈ ਕਰ ਜਾਂਦਾ ਕਹਿੰਦੇ ਛੇਤੀ ਘਰੋਂ ਲੈ ਜਾਓ, ਕਿਤੇ ਭੂਤ ਬਣ ਕੇ ਕੋਠਿਆਂ ਨਾਲ ਹੀ ਨਾ ਚਿੰਬੜ ਜਾਵੇ। ਕਿਉਂਕਿ ਜਾਇਦਾਦ ਨੂੰ ਛੇਤੀ ਨਾ ਕਰਾਉਣੀ, ਜਿੰਨੀ ਛੇਤੀ ਜਾਵੇਗਾ ਡੈਥ ਸਰਟੀਫਿਕੇਟ ਦੇ ਕੇ ਜਾਇਦਾਦ ਨਾ ਕਰਵਾਉਣਗੇ। ਹੁਣ ਮਰ ਤੇ ਗਿਆ, ਜੇ ਤੇ ਮੋੜ ਆਉਣਾ ਹੋਵੇ ਤੇ ਰੱਖ ਛੱਡੀਏ, ਮਰ ਗਿਆ ਹੈ, ਕਿਤੇ ਪ੍ਰੇਤ ਬਣ ਕੇ ਇੱਥੇ ਹੀ ਨਾ ਚੰਬੜ ਜਾਵੇ। ਦੇਹ ਤੇ ਇਹਦੀ ਬਿਨਸ ਗਈ ਹੈ, ਮਿਟ ਗਈ ਹੈ, ਖਤਮ ਹੋ ਗਈ ਹੈ, ਇਹਨੂੰ ਛੇਤੀ ਨਾਲ ਮੜੀਆਂ 'ਚ ਲੈ ਜਾਓ। ਜਿਨ੍ਹਾਂ ਨਾਲ ਕਹਿੰਦੇ ਪ੍ਰੇਮ ਕੀਤਾ, ਹੁਣ ਉਹਨਾਂ ਵੱਲ ਵੇਖੀ, ਉਹਨਾਂ ਪ੍ਰੇਤ ਕਹਿ ਕੇ ਘਰੋਂ ਕੱਢ ਦਿੱਤਾ ਹੈ। ਔਰ ਇਹ ਹੁੰਦਾ ਹੈ, ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾ ਦਿੰਦਾ ਹੈ। ਪਿਤਾ ਕਿਸੇ ਦਾ ਚੜ੍ਹਾਈ ਕਰ ਗਿਆ ਤੇ ਕੀ ਵੇਂਦਾ ਹੈ, ਨੀਂਦ ਨਹੀਂ ਆਉਂਦੀ ਮਾਤਾ ਨੂੰ, ਕਿਉਂਕਿ ਸਿਰ ਦਾ ਸਾਈਂ ਚਲਿਆ ਗਿਆ ਹੈ। ਤੇ ਮਾਂ ਨੂੰ ਕਹਿੰਦਾ ਤੂੰ ਰੋਟੀ ਨਹੀਂ ਖਾਂਦੀ, ਭੁੱਖੀ ਬੈਠੀ ਹੈ, ਕੱਲ ਦਾ ਸੰਸਕਾਰ ਕੀਤਾ ਹੈ, ਰਾਤ ਪੈ ਗਈ ਰੋਟੀ ਨਹੀਂ ਖਾਧੀ, ਸਵੇਰ ਹੋ ਗਈ ਰੋਟੀ ਨਹੀਂ ਖਾਧੀ, ਤੇ ਮੋਇਆਂ ਦੇ ਨਾਲ ਕੋਈ ਮਰਦਾ ਤੇ ਹੈ ਨਹੀਂ, ਕੀ ਗੱਲ ਹੈ ਰੋਟੀ ਕਿਉਂ ਨਹੀਂ ਖਾਂਦੀ? ਕਹਿੰਦੀ ਦਿਲ ਨਹੀਂ ਕਰਦਾ, ਵੈਰਾਗ ਕਰਦੀ ਹੈ।
जिद कीती बच्चे ने भी मां क्यों दिल नहीं करता। कहंदी वे की दसां तैनूं, रात तेरा बापू सुपने च आया सी ते सुपने च आके कहंदा भी अपना ते 7 जन्मां दा रिश्ता जदों फेरे लए सी ते तूं पहले जी छड्ड गई है, तैयारी रखी तैनूं भी सवेरे लै जाना, मैं तैयारी रखी तैनूं भी लै जाना। कित्थे ते 7 जन्मां दे वादे ते जिहदे नाल निभाउणे सी वो मर गया है। वो सुपने च आके कोई एक वचन कर गया है भी तैनूं सवेरे लै जाना। कित्थे माई कहंदी सी 7 जन्म कढूंगी ते हुण रोटी नहीं लंघण दी भी किते लै गया ते मेरा की बनेगा। प्रेत ही समझ लिया, भूत ही समझ लिया भी टम नहीं रहा, शरीर नहीं रहा, ठीक है अग ला दित्ती है, घरों कढ दो, की लैना इहदे कोलों हुण। कहंदे सारे ने मड़ियां च नाल लेट जावां, पैंदा कोई नहीं जे भुलेखा कढ दिओ, मरना बड़ा औखा किसे दे बदले। ਉਹੀ ਜਿਹੜੇ ਵੈਣ ਪਾਉਂਦੇ ਨੇ 2 ਦਿਨ ਨਹੀਂ ਲੰਘਦੇ, ਸਭ ਕੁਝ ਘਰ ਵਿੱਚ ਉਸੇ ਤਰ੍ਹਾਂ ਹੀ ਚੱਲੇਗਾ, ਉੱਦਾਂ ਹੀ ਭੋਜਨ ਬਣਦੇ ਨੇ। ਉੱਥੇ ਸਾਥ ਦੇਣ ਵਾਲਾ ਪਰਮਾਤਮਾ ਸੀ। 3 ਸਾਥੀ ਨੇ ਬੰਦੇ ਦੇ ਜੀਵਨ ਕਾਲ ਅੰਦਰ। ਇੱਕ ਨੇ ਮਾਪੇ, ਇੱਕ ਹੈ ਮਾਇਆ, ਇੱਕ ਨੇ ਕਰਮ। ਇਹ 3 ਸਾਥੀ ਨੇ ਬੰਦੇ ਦੇ ਜਿਹੜੇ ਜੀਵਨ ਕਾਲ ਵਿੱਚ ਨਾਲ ਨੇ। ਹੁਣ ਹੋਇਆ ਕੀ ਹੈ, ਮਰਦਿਆਂ ਹੀ ਮਾਇਆ ਤੇ ਸਰਾਣੇ ਹੀ ਛੱਡ ਗਈ, ਕਿਉਂਕਿ ਘਰ ਮਰਿਆ ਉੱਥੇ ਹੀ ਪਈ ਰਹਿ ਗਈ। ਜਿਹਦੇ ਲਈ ਲੁੱਟਾਂ ਖੋਹਾਂ ਕੀਤੀਆਂ ਉੱਥੇ ਹੀ ਰਹਿ ਗਈ। ਤੇ ਜਿਨ੍ਹਾਂ ਦੀ ਖਾਤਰ ਲੁੱਟਿਆ ਹੈ, ਗੈਰਾਂ ਦੇ ਢਿੱਡ ਪਾੜ ਕੇ ਆਪਣੇ ਬੱਚਿਆਂ ਦੇ ਢਿੱਡ ਪਾਲਣ ਤੁਰਿਆ ਸੀ ਨਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਆਪਣੀ ਘਰ ਵਾਲੀ ਬੱਚੇ ਪਾਲਣ ਲਈ ਗੈਰਾਂ ਦੇ ਢਿੱਡ ਪਾਲਦਾ ਸੀ, ਗੈਰਾਂ ਦਾ ਖੋਹ ਕੇ ਇਹਨਾਂ ਦੇ ਮੂੰਹ ਪਾਉਂਦਾ ਸੀ। ਉਹ ਧਨ ਵੀ ਜਿਹੜਾ ਖੋਇਆ ਉਹ ਸਰਾਣੇ ਰਹਿ ਗਿਆ। ਤੇ ਜਿਹੜੇ ਕਹਿੰਦੇ ਸੀ ਨਾ ਬਾਪੂ ਤੇਰੇ ਬਿਨਾ ਝੱਟ ਨਹੀਂ ਲੰਘਦਾ, ਤੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਹੈ, ਉਹ ਥੋੜਾ ਜਿਹਾ ਸਰਾਣੇ ਤੋਂ ਅੱਗੇ ਗਏ, ਉਹ ਮੜੀਆਂ ਤੱਕ ਗਏ। ਐਸੀ ਦਗੇ ਦੀ ਦੁਨੀਆ ਹੈ। ਗੁਰੂ ਮਹਾਰਾਜ ਕਹਿੰਦੇ ਵੀ ਜਿਹੜੇ ਬੱਚੇ ਨੂੰ ਚੱਲਣਾ ਸਿਖਾਇਆ, ਹੱਸਣਾ ਸਿਖਾਇਆ, ਪੜ੍ਹਨਾ ਸਿਖਾਇਆ, ਖੇਡਣਾ ਸਿਖਾਇਆ, ਜਿਸ ਦਿਨ ਪ੍ਰਮਾਤਮਾ ਨੇ ਆਪਣੇ ਸਾਹ ਖਿੱਚ ਲਏ ਤੇ ਵੇਖੋ ਦਗੇ ਦੀ ਦੁਨੀਆ, ਉਸ ਬੱਚੇ ਨੇ ਹੀ ਬਾਪੂ ਨੂੰ ਅੱਗ ਵਿੱਚ ਸੁੱਟਿਆ ਹੈ। ਲਾਂਬੂ ਵੀ ਉਸੇ ਨੇ ਲਾਇਆ। ਫਿਰ ਤੇ ਕਦਰ ਕਿਹਦੀ? ਤੇਰੀ ਕਦਰ ਕਿਹਦੇ ਕਰਕੇ ਸੀ? ਰੱਬ ਦੇ ਬਖਸ਼ੇ ਸਾਹਾਂ ਦੇ ਸਿਰ ਤੇ। ਜਿੰਨਾ ਚਿਰ ਤੇਰੇ ਅੰਦਰ ਬਖਸ਼ੇ ਸਾਹ ਰਹੇ, ਤੈਨੂੰ ਬਾਪੂ ਜੀ ਕਿਹਾ ਤੇਰੀ ਸੇਵਾ ਹੋਈ। ਜਦੋਂ ਰੱਬ ਨੇ ਸਾਹ ਖਿੱਚ ਲਏ ਤੇ ਉਸੇ ਕਾਕੇ ਨੇ ਅੱਗ ਵਿੱਚ ਸੁੱਟਿਆ ਹੈ। ਲਾਂਬੂ ਬੱਚੇ ਹੀ ਲਾਉਂਦੇ ਨੇ ਨਾ। ਤੇ ਕਹਿੰਦੇ ਫਿਰ ਦੱਸ ਤੂੰ ਦਵੈਸ਼ ਵਿੱਚ, ਭਰਮ ਵਿੱਚ ਭੁੱਲ ਕੇ ਬੱਚਿਆਂ ਨੂੰ ਆਪਣੇ ਸਮਝ ਰਿਹਾ ਹੈ ਕਿ ਰੱਬ ਤੇਰਾ ਹੈ। ਇਹ ਨਹੀਂ ਕਹਿੰਦੇ ਬੱਚੇ ਛੱਡ ਦੇ, ਕਹਿੰਦੇ ਪਹਿਲ ਰੱਬ ਨੂੰ ਦੇ, ਗੁਰੂ ਨਾਨਕ ਨੂੰ ਦੇ, ਕਿਉਂਕਿ ਉਹਦੇ ਬਖਸ਼ੇ ਸਾਹਾਂ ਸਿਰ ਤੇ ਹੀ ਇਹ ਤੈਨੂੰ ਪਿਤਾ ਕਹਿ ਰਹੇ ਨੇ। ਤੇ ਜਦੋਂ ਸਾਹ ਖਿੱਚ ਲਏ ਤੈਨੂੰ ਪਤਾ ਲੱਗੇਗਾ ਇਹ ਬੇਗਾਨੇ ਨੇ, ਤੈਨੂੰ ਆਪ ਲਾਂਬੂ ਲਾਉਣਾ ਹੈ, ਕਿਸੇ ਗੈਰ ਤੋਂ ਨਹੀਂ ਇਹ ਅੱਗ ਲਵਾਉਣਗੇ ਤੈਨੂੰ। ਅੱਜ ਜਿੰਨੇ ਕੁ ਸਾਹ ਲਈ ਫਿਰਦੇ ਜੇ, ਫੇਰ ਹੀ ਕੋਈ ਘਰ ਵਾਲੀ ਹੈ, ਪਤੀ ਹੈ, ਕੋਈ ਪਰਮੇਸ਼ਰ ਕਹਿੰਦਾ ਹੈ ਪਤੀ ਨੂੰ, ਕੋਈ ਪਿਤਾ ਕਹਿੰਦਾ ਹੈ, ਸਾਰੀ ਵਡਿਆਈ ਸਾਹਾਂ ਕਰਕੇ ਹੈ। ਤੇ ਕਹਿੰਦੇ ਜਿਸ ਦਿਨ ਸਾਹ ਖਿੱਚ ਲਏ ਤੈਨੂੰ ਪ੍ਰੇਤ ਕਹਿ ਕੇ ਘਰੋਂ ਕੱਢਣਾ ਹੈ, ਤੈਨੂੰ ਪ੍ਰੇਤ ਕਹਿ ਕੇ ਅੱਗ ਵਿੱਚ ਸੁੱਟਿਆ ਜਾਵੇਗਾ ਵੀ ਕਿਤੇ ਭੂਤ ਬਣ ਕੇ ਚੰਬੜ ਨਾ ਜਾਵੇਂ। ਆਖਣ ਲੱਗੇ ਭਰਮ ਛੱਡ, ਦੂਜਾ ਭਾਵ ਛੱਡ, ਪਹਿਲ ਪਰਮਾਤਮਾ ਨੂੰ, ਗੁਰੂ ਨਾਨਕ ਨੂੰ ਦੇ, ਤੇ ਫਿਰ ਪਰਿਵਾਰ ਬੱਚਿਆਂ ਦਾ ਖਿਆਲ ਕਰ। ਜਿਹੜੇ ਤੈਨੂੰ ਪ੍ਰਭੂ ਕਰਕੇ ਮਿਲੇ ਨੇ, ਪਹਿਲਾਂ ਉਹਨੂੰ ਚੇਤੇ ਕਰ। ਜਿੰਨਾ ਸਾਹਾਂ ਕਰਕੇ ਤੇਰਾ ਪਰਿਵਾਰ ਤੇਰੇ ਕੋਲ ਹੈ, ਸਾਹਾਂ ਦੇ ਦਾਤੇ ਨੂੰ ਚੇਤੇ ਕਰ। ਪਹਿਲ ਰੱਬ ਦੀ ਰੱਖੀ ਗਈ ਹੈ ਬਾਣੀ ਵਿੱਚ, ਫਿਰ ਗ੍ਰਸਤ, ਫਿਰ ਪਰਿਵਾਰ ਦੀ ਹੈ। ਕਿਉਂਕਿ ਸਾਹ ਨੇ ਤੇ ਪਰਿਵਾਰ ਹੈ, ਸਾਹ ਨੇ ਤੇ ਗ੍ਰਸਤ ਹੈ, ਸਾਹ ਨੇ ਤੇ ਬੱਚੇ ਨੇ, ਸਾਹ ਨਹੀਂ ਤੇ ਮਿੱਟੀ ਹੈ, ਕੱਖ ਵੀ ਨਹੀਂ ਹੈ। ਤੇ ਕੂੜਾ ਹੋਇਆ, ਮਿੱਟੀ ਹੋਈ, ਬਹੁਤਾ ਚਿਰ ਘਰ ਨਹੀਂ ਰੱਖੀ ਜਾਂਦੀ, ਇਹਨੂੰ ਘਰੋਂ ਸੁੱਟ ਹੀ ਦਿੰਦੇ ਨੇ ਲੋਕ। ਇਹ ਕੂੜਾ ਹੀ ਰਹਿ ਜਾਣਾ ਸਰੀਰ ਜਦੋਂ ਉਹਨੇ ਵਿੱਚੋਂ ਜੋਤ ਖਿੱਚ ਲਈ ਆਪਣੀ। ਇੱਥੇ ਤਾਂ ਕਹਿ ਰਹੇ ਨੇ ਭੁਲੇਖੇ ਵਿੱਚ ਵੀ ਸ਼ਾਇਦ ਤੇਰੇ ਨਾਲ ਨਿਭਣਗੇ। ਮੜੀਆਂ ਤੱਕ ਗਏ ਨੇ ਬੱਚੇ, ਅੱਗ ਲਾ ਦਿੱਤੀ, ਨਾ ਮਾਇਆ ਗਈ ਨਾ ਬੱਚੇ ਗਾਂ ਜਾ ਸਕੇ। ਮੜੀਆਂ ਤੋਂ ਅੱਗੇ ਤੇ ਫਿਰ ਹੰਸ ਅਕੇਲਾ ਜਾਏ, ਵੇ ਹੰਸ ਨੇ ਇਕੱਲਿਆਂ ਹੀ ਜਾਣਾ ਹੈ, ਨਾਲ ਕੌਣ ਜਾਵੇਗਾ?
ਕਰਮ ਚੰਗੇ ਕੀਤੇ ਹੋਏ ਤੇ ਗੁਰੂ ਨਾਨਕ ਦੇ ਦਰ ਦੇ ਧੋਈ ਮਿਲ ਜਾਵੇਗੀ, ਮੰਦੇ ਕੀਤੇ ਹੋਏ ਤੇ ਯਾਦ ਰੱਖਿਓ ਫਿਰ ਉਹ ਇਸੇ ਹੀ ਕਾਲ ਵਿੱਚ ਦੁਨੀਆ ਵਿੱਚ ਸੁੱਟ ਦਿੰਦਾ ਹੈ, ਜੂਨਾਂ ਵਿੱਚ ਸੁੱਟ ਦਿੰਦਾ ਹੈ। ਕਿਉਂਕਿ ਪੇਕੇ ਘਰ ਜਿਹੜੀ ਗੁਣ ਸਿੱਖ ਲਵੇ ਉਹੀ ਸਹੁਰੇ ਘਰ ਮਾਈ ਵਸਦੀ ਹੈ। ਇਹ ਹੈ ਪੇਕਾ ਘਰ ਦੁਨੀਆ, ਸਹੁਰੇ ਨੇ ਪਰਲੋਕ। ਜੇ ਤੇ ਗੁਣ ਸਿੱਖ ਲਵੇਂ, ਗੁਣ ਗਾ ਲਵੇਂ, ਤੇ ਜਦੋਂ ਇੱਥੋਂ ਜਾਵੇਂਗਾ ਸਹੁਰੇ ਘਰ ਪਰਲੋਕ ਚੋਂ ਆਵੇਂਗਾ ਨਹੀਂ। ਤੇ ਜੇ ਗੁਣ ਨਾ ਹੋਏ, ਪੇਕੇ ਘਰ ਸਿੱਖਿਆ ਹੀ ਕੁਝ ਨਹੀਂ, ਬਾਣੀ ਪੜ੍ਹੀ ਨਹੀਂ, ਤੇ ਜਿਵੇਂ ਸਹੁਰੇ ਘਰੋਂ ਮਾਈ ਨਹੀਂ ਵਸਦੀ, ਜਿਹਦੇ ਕੋਲ ਗੁਣ ਨਹੀਂ, ਪੇਕੇ ਘਰ ਆਉਣਾ ਪੈਂਦਾ। ਪੇਕਾ ਘਰ ਮਾਤ ਲੋਕ ਹੈ। ਗੁਰੂ ਨਾਨਕ ਸਾਹਿਬ ਪਰਮਾਤਮਾ ਸਰੂਪ ਫਿਰ ਦੁਨੀਆ ਤੇ ਹੀ ਘੱਲ ਦਿੰਦੇ ਨੇ, ਤੇ ਪੇਕੇ ਘਰ ਫਿਰ ਉਹ ਹਾਲਾਤ ਐਸੇ ਹੀ ਨੇ, ਭਾਵੇਂ ਕੁੱਤਾ ਬਣ ਜਾਵੇ, ਕੋਈ ਬਿੱਲਾ ਬਣ ਜਾਵੇ, ਕਈ ਜਨਮ ਪਏ ਕੀਟ ਪਤੰਗਾ, ਭਾਵੇਂ ਕੀੜਾ ਬਣ ਜਾਵੇ, ਗੁਣਾ ਵਾਲਾ ਉੱਥੇ ਟਿਕੇਗਾ। ਔਗਣਵੰਤੇ ਦੁਨੀਆ ਤੇ ਆਉਣਗੇ। ਸੋ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ, ਬੰਦਗੀ ਕਰਨ ਵਾਲਾ ਟਿਕਦਾ ਤੇ ਆਜ਼ਾਦ ਹੁੰਦਾ ਜੇ। ਆ ਜਿਹੜੇ ਸੰਤ ਆਉਂਦੇ ਨੇ ਨਾ, ਬੰਦਗੀ ਵਾਲੇ ਮਹਾਂਪੁਰਸ਼, ਇਹ ਔਗਣਾ ਕਰਕੇ ਨਹੀਂ ਆਉਂਦੇ। ਇਹਨਾਂ ਬਾਰੇ ਮਹਾਰਾਜ ਕਹਿੰਦੇ ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸ। ਕਾਰ ਕੁਝ ਐਸੀਆਂ ਮੁਕਤ ਰੂਹਾਂ ਨੇ ਜੋ ਬੰਦਗੀ ਕਰਕੇ ਮੁਕਤ ਹੋਈਆਂ। ਹਾਂ, ਕੇਵਲ ਦੁਨੀਆ ਤੇ ਭਲੇ ਲਈ ਆਉਂਦੇ ਨੇ ਤੇ ਹੋਰਾਂ ਨੂੰ ਮੁਕਤ ਕਰਦੇ ਨੇ, ਗੁਰੂ ਨਾਲ ਜੋੜਦੇ ਨੇ। ਬਾਕੀ ਆਪਣੇ ਵਰਗੇ ਸਾਰੇ ਕਰਮਗਤ ਭੋਗਣ ਆਉਂਦੇ ਨੇ, ਕਿਉਂਕਿ ਸਾਡੇ ਕੋਲ ਉਹਨੇ ਗੁਣ ਨਹੀਂ ਜਿੰਨੇ ਸਹੁਰੇ ਘਰ ਪਰਲੋਕ ਵਸਣ ਲਈ, ਗੁਰੂ ਨਾਨਕ ਦੇ ਚਰਨਾਂ ਵਿੱਚ ਵਸਣ ਲਈ ਚਾਹੀਦੇ ਨੇ। ਵਾਰ-ਵਾਰ ਦੁਨੀਆ ਤੇ ਉਹੀ ਗੁਣ ਸਿੱਖਣ ਆਉਨੇ ਆ। ਜਿਹੜਾ ਉਹ ਗੁਣ ਸਿੱਖ ਲਵੇ ਉਹ ਵਸਦਾ। ਗੁਣ ਕਿਹੜੇ ਨੇ? ਸੱਚ ਬੋਲਣਾ, ਸੱਤ, ਸੰਤੋਖ, ਦਇਆ, ਧਰਮ, ਖਿਮਾ, ਇਹ ਗੁਣ ਨੇ। ਸੱਚ ਬੋਲਣਾ, ਜੋ ਮਿਲਿਆ ਹੈ ਭਾਣੇ ਵਿੱਚ ਖੁਸ਼ ਰਹਿਣਾ, ਗਰੀਬ ਗੁਰਬੇ ਤੇ ਦਇਆ ਕਰਨੀ, ਧਰਮ ਵਿੱਚ ਪਰਪੱਕ ਰਹਿਣਾ, ਖਿਮਾ ਵਾਲਾ ਸੁਭਾਅ, ਬਖਸ਼ਿੰਦ ਸੁਭਾਅ, ਖਿਮਾ ਕਰ ਦੇਣਾ, ਵੈਰ ਕਮਾਉਣ ਵਾਲੇ ਨੂੰ ਹੀ ਖਿਮਾ ਕਰ ਦੇਣਾ। ਐਸਾ ਜਿਹੜਾ ਸੁਭਾਅ ਹੈ, ਜਦੋਂ ਇਹ ਬਣ ਗਿਆ ਤੇ ਫਿਰ ਬੀਬੀ ਸਹੁਰੇ ਘਰ ਵਸ ਜਾਂਦੀ ਹੈ। ਫਿਰ ਝਗੜਾ ਹੀ ਕਾਹਦਾ? ਜਦੋਂ ਮੁਰਦੇ ਹੀ ਬਣ ਗਏ ਤੇ ਫਿਰ ਜ਼ੁਬਾਨ ਕਿਹਦੇ ਨਾਲ ਲੜਾਉਣੀ ਹੈ? ਸੋ ਪਾਤਸ਼ਾਹ ਕਹਿੰਦੇ ਨੇ ਇਹ ਗੁਣਾਂ ਵਾਲੇ ਉੱਥੇ ਵਸ ਸਕਦੇ ਨੇ। ਯਾਦ ਰੱਖੀ ਜੇ ਨਾ ਇਹ ਗੁਣ ਆਏ, ਦੇਹ ਨੇ ਟੁੱਟ ਜਾਣਾ ਹੈ, ਮੁੱਕ ਜਾਣਾ ਹੈ, ਕਰਮਾਂ ਨੇ ਨਾਲ ਜਾਣਾ ਹੈ, ਕਰਮਾਂ ਨੇ ਗਵਾਹੀ ਭਰਨੀ ਹੈ। ਚੰਗੇ ਕਰਮ ਸਨ, ਮੁਕਤੀ ਮਿਲ ਜਾਵੇਗੀ। ਬੁਰੇ ਕਰਮ ਸਨ, ਫਿਰ ਦੁਨੀਆ ਤੇ ਚੰਗੇ ਕਰਮ ਸਿੱਖਣ ਲਈ ਆਉਣਾ ਪੈਣਾ ਹੈ। ਇਉਂ ਜਿਨ੍ਹਾਂ ਨਾਲ ਹੇਤ ਹੈ ਉਹਨਾਂ ਪ੍ਰੇਤ ਕਹਿਣਾ ਹੈ। ਜਦੋਂ ਪਰਮਾਤਮਾ ਨੇ ਆਪਣੇ ਸਾਹ ਖਿੱਚ ਲਏ, ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਜਦੋਂ ਮੜੀਆਂ ਤੋਂ ਅੱਗੇ ਸਫ਼ਰ ਸ਼ੁਰੂ ਹੁੰਦਾ ਹੈ, ਜਮਦੂਤ ਕਿੱਥੇ ਲੈ ਕੇ ਜਾਂਦੇ ਨੇ ਇਹ ਭੇਤ ਕਿਸੇ ਨੂੰ ਨਹੀਂ ਦਿੰਦੇ। ਉਹ ਜਿਨ੍ਹਾਂ ਨੇ ਉਹ ਲਹਿਰ ਵੇਖੀ ਹੈ ਨਾ ਪੰਜਾਬ ਦੀ ਧਰਤੀ ਤੇ, ਜਦੋਂ ਸੂਰਮੇ ਸੰਘਰਸ਼ ਕਰਦੇ ਸਨ, ਲਹਿਰ ਚੱਲੀ ਸੀ ਖਾਲਸਾ ਰਾਜ ਲਈ, ਉਦੋਂ ਕਈ ਵਾਰ ਸਿੱਖ ਸੂਰਮਿਆਂ ਨੂੰ ਜਦੋਂ ਸਰਕਾਰੀ ਨੁਮਾਇੰਦੇ ਫੜ ਕੇ ਲੈ ਜਾਂਦੇ ਸੀ, ਸਿਪਾਹੀ ਫੜ ਕੇ ਲੈ ਜਾਂਦੇ ਸੀ, ਉਹ ਭੇਤ ਨਹੀਂ ਸੀ ਦਿੰਦੇ ਕਿੱਥੇ ਲੈ ਗਏ ਨੇ। ਜਮਾਂ ਦਾ ਸੁਭਾਅ ਵੀ ਕੁਝ ਐਸਾ ਹੈ। ਤੇ ਜਦੋਂ ਲੈ ਜਾਂਦੇ ਸੀ ਤੇ ਫਿਰ ਉਹ ਬੱਚੇ ਆਪਾਂ ਮੁੜਦੇ ਵੀ ਨਹੀਂ ਵੇਖੇ। ਕਿਸੇ ਨੂੰ ਸ਼ਹੀਦ ਕਰਕੇ ਕਿਤੇ ਸੁੱਟ ਦਿੱਤਾ, ਕਿਸੇ ਨੂੰ ਵੱਢ ਕੇ ਕਿਤੇ ਸੁੱਟ ਦਿੱਤਾ। ਖੈਰ, ਉਦਾਹਰਣ ਵਜੋਂ ਲਿਓ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ ਜਮ ਦਾ ਸੁਭਾਅ ਐਸਾ ਹੈ, ਜਿਹੜਾ ਨਿਰਦਈ ਹੋ ਜਾਂਦਾ ਹੈ ਉਹਨੂੰ ਹੋਰ ਕੀ ਆਖੋਗੇ ਤੁਸੀਂ? ਜਮ ਬੜਾ ਨਿਰਦਈ ਹੈ, ਤਰਸ ਨਹੀਂ ਖਾਂਦਾ। ਜਮ ਦਾ ਜਿਹੜਾ ਸੁਭਾਅ ਹੈ ਨਾ, ਜਮ ਬੜਾ ਨਿਰਦਈ ਹੈ। ਇੱਕ ਪਲ ਦਾ ਸਮਾਂ ਵੀ ਨਹੀਂ ਦਿੰਦਾ ਉਹ ਆਪਾਂ ਨੂੰ। ਜੇ ਹੁਣ ਕੋਈ ਬਾਪੂ ਆਖੇ ਪੋਤਰਿਆਂ ਨੂੰ ਮਿਲ ਲੈਣ ਦੇ, ਲੈ ਤੇ ਮੈਨੂੰ ਜਾਣਾ, ਉਹ ਸਮਾਂ ਦੇਵੇਗਾ ਨਾ? ਜਦੋਂ ਆ ਗਈ ਫਿਰ ਸਮਾਂ ਕਿੱਥੇ, ਉਹਨੂੰ ਤਰਸ ਨਹੀਂ ਆਉਂਦਾ। ਉਹਨਾਂ ਸਮਿਆਂ 'ਚ ਸਰਕਾਰੀ ਨੁਮਾਇੰਦੇ ਵੀ ਜਾਮੀ ਬਣੇ ਪਏ ਸੀ। ਇਹਨਾਂ ਨੇ ਤਰਸ ਖਾਦਾ, ਇਹਨਾਂ ਸਿੱਖੀ ਦੀਆਂ ਪੀੜ੍ਹੀਆਂ ਦਾ ਘਾਣ ਕੀਤਾ। ਖੈਰ, ਅੱਜ ਭੋਗ ਵੀ ਰਹੇ ਨੇ। ਇਹੋ ਜਿਹਾ ਬੰਦਾ ਸੁਖੀ ਤੇ ਨਹੀਂ ਰਹਿ ਸਕਦਾ। ਕਈਆਂ ਨੂੰ ਸਿੰਘਾਂ ਨੇ ਗੱਡੀ ਚਾੜਤਾ ਤੇ ਕਈ ਭੋਗ ਰਹੇ ਨੇ।
गुरु महाराज साहिब सच्चे पातशाह कहते ने याद रख, पकड़ चलायन दूत जम किसे ना देनी भेत, जित दिन देह बिनस सी तित वेले कहसन प्रेत। शरीर बिनस गया, ये सूक्ष्म शरीर रह गया, ये जोत रह गई, जम लै चले ने और भेत नहीं देणगे भी किथे लैके गए ने। स्वर्ग खड़िया है, नरक खड़िया है, वो जगह किथे है? कोई नाल नहीं आवेगा, किसी ने बाह नहीं फड़नी। घर की नार बहुत हित जांस्यों, सदा रहत संग लागी, जब ही हंस तजी यह काया प्रेत प्रेत कर भागी। जिहड़ी घर वाली 7 जन्मां दे वादे करदी सी उन्हें भी छड्डना है। प्रेत प्रेत कह के भजना, बुरकी नहीं लंघनी भी ये ते फिर ना सुपने च आ जावे। पकड़ चलायन दूत जम किसे ना देनी भेत, जदों फड़ के लै जाणगे पातशाह कहंदे भेत नहीं देणगे, किथे लैके गए ने अगली किश खबर ना पाई। अगे दी खबर किहनूं है? मड़ियां तो अगे दी अगली किश खबर ना पाई, रोवन हार पे ऊट सदाई। हाँ, रोण वालियां भी इदां ही हौली हौली चले जाना है, तो खबर किसी की भी नहीं भी किथे जा रहे हैं, किसी की खबर नहीं है। अगे महाराज फरमान करते ने भेत नहीं दिता जाएगा, भेत होवे तो तू भज के लै ना आवे, पता ही नहीं किथे लै जाणगे। छड्ड खड़ोते खिनै माहे, जिन स्यों लगा हेत। जिन्हां नाल बड़ा प्यार सी, प्रीति सी, वो सज्जन मित्र माई बाप बच्चे घर वाली सारे ही जेड़े परिवार के मैंबर सन। महाराज कहंदे ने जदों मौत लैके चली है, जेड़े कहंदे सी तेरे बिना जी नहीं सकते, एक पल विच ही छड्ड के खलो गए ने, पल विच ही लांबू ला के पासे हो गए ने, पल विच ही साथ छड्ड दिता। यह बिद को ब्योहार बन्यो है, जास्यों नेहो लगायो अंत बार, नानक बिन हर जी को काम ना आयो। जमा तो ते हरी दा नाम ही बचाउंदा है, नाम तो ही जम डरदे ने, छड्ड दिंदे ने। फिर गुरु नानक दा सिख सचखंड जांदा है, जिन्हां कोल नाम नहीं उन्हां दा भेत ही नहीं मिलदा। बड़े जिक्र आउंदे ने सुखमणी विच, नरक इदां दा है, रस्ता इदां दा, इदां ही धक्के खांदे ने जिन्हां ने प्रभु नूं छड्ड के होरां नाल प्रेम हेत लाया होया सी। ठीक है, परिवार नाल पदार्थां नाल प्रेम करो, पर कई बार की करते हैं भी इन्ना प्रेम पा लैने आ। एक दा नवां विआह होया ते गुरु नानक दे दर ते जाना ही छड्ड गया, घर वाली को बैठा रवे। एक बीबी जिहड़ी रोज़ सेवा करदी सी, विआह हो गया, घर वाले को बैठी रवे। बच्चे पैदा हो गए आ, बच्चों ने ही सारा समा बतीत कर रहा है, गुरु नानक भुल गया। जॉब करता है, अरदास की इत्थे, नौकरी रब ने चंगी दवा दी, समा ही नहीं, नोट ही गिनी जाता है, तो दर ते आउंदा ही नहीं है। ये की है? पदार्थां दे जाल विच फस गया, गुरु नानक तो दूर हो गया है। ये सब कुछ उन्हें तां दिता सी भी तेरा जीवन सौखा बतीत होवे। इहदा मतलब ये नहीं सी भी रुख नूं जड़ां नूं छड्ड दिओ ते फल लैके घरां नूं भज जाओ। मतलब यह है भी परिवार नाल सबनां नाल प्रेम कर, पर गुरु नानक साहब नूं ना विसार, उहदा करके ही ते खुशियां खेड़े मिले हुए ने, उहदे बख्शे सवासां नाल ही ते एडा वधिया मनुखा जन्म असीं भोग रहे हैं। गुरु महाराज कहंदे ने जम लै गए भेत दिता ना, पक्कियां सज्जणा ने, मित्रां ने, यारां ने एक खिण दे विच दूरी बना लई, पासे हो गए अग तो किते असीं ना सड़ जाइए। अगलियां पंक्तियां ने, हाथ मरोड़ा तन कपे, स्याहो होआ सेत। चिट्टा रंग लाली सी, जिन्ना चिर मौत नहीं आई लाली सी। मौत का डर ऐसा है, कहते वेखदे ही चिट्टा पै जाता बंदा, खट्टा पै जाता बंदा। तुसीं वेखोगे मरदा बंदा कैसा हो जाता है। आपां किसी डरावनी वस्तु वेखी तो रंग जिहा उड़ जाता है,
किड्डी भयंकर है मौत भी, लहू ही निचोड़ के रख देती है। महाराज कहते ने हथ मरोड़ा है, अंगां नूं मरोड़दी है, तन कंबण लग पैंदा। बाणी च साफ लिखिया जिंद निमाणी कढ़ी है हड्डां कू कड़काए। मतलब की है इहदा, जदों बंदा मरदा तुसीं ध्यान नाल वेखियो गंदगी निकल जाती, लक चों लहू निकल जाता है, रंग उड जाता है, कख पल्ले नहीं छड्डदी मौत, कंबी जाता है, डेले टड्डे जाते ने, दिखदी है सामने मौत। पता उदों ही लगता तो मंजे ते होईए। ऐदां ये सब गल्लां जाई ने। जदों दिखदा है सब कुछ उहदे चेहरे वल वेखियो अंतले समय भी किदां डेले निकलदे ने। फिर वो महाराज कहते अंदर भन्न तोड़ कीती है, किते सौखा है जोत नूं कढना, सूक्ष्म शरीर नूं कढना। बंदे कोल ते जवानी होवे ते छड्डण नूं तैयार नहीं है, एडे कीमती साह किते सौखे छड्डेगा, धक्के ना फिर जान कढी जाती है। उत्थे हथ मरोड़ा है, बड़ा पछताउंदा है, हत्थां नूं घुੱਟਦਾ है, वट दिंदा है भी मैं किसी तरह बच जावां। तन कपै, मरदे दा तन कंबदा है, स्याहो हुआ सेत, आखण लगे रंग घबराहट दे नाल चिट्टा पै जाता है, पीला पै जाता है, पर वो तरस नहीं खांदा। मौत दा फरिश्ता इजराइल तरस नहीं खांदा। मौत आई चलिया गया है, हुण अगे की होना है। जिद्दां दी फसल होवे मंडी च फल मिलदा ना तो वढ के लै जाइए। मौत आई, यम लै गए, मंडी लगी है, धर्म राजा रेट लाउण लई बैठा है इंस्पैक्टर बन के। वो चंगी फसल होवे ते चंगा फल, मंदी होवे ते मंदा। तुहाडे चों हुण कई ते पुराने आए ने जिन्हां नूं अजे भी उत्थों दे मंडियां दे हाल पता, वो जाणदे ने मुੱਲ किद्दां मिलदा है। चंगे बीज नूं चंगा ते मंदे नूं मंदा। मौत लै गई है, धर्म राजे की कचहरी सजी है। मेरा यह प्रकरण नहीं, जे कोई धर्म राजे ते भी कई बार तर्क कर दिंदा कि बाणी नूं पुछो, जगह जगह उसका जिक्र मिलेगा, पर यह प्रकरण नहीं। जिस दिन समा आया कि उधर नूं चलांगे, उहदी कचहरी सजी हुई है, जिवें इत्थे जज बह जांदा है। चंगे मंदे कर्मां दा हिसाब हुंदा है। आखण लगे जदों उत्थे लै गए ने, कईयां नूं दुख मिलिया, कंडे मिले, ते कईयां नूं फुੱਲ मिले, सुख मिलिया। किसी नूं स्वर्ग मिलिया, किसी नूं नरक मिलिया, किसी नूं दुनिया ते घल्लिया गया। ते जिहड़े गुरु नानक दे पुजारी ने, वो ना नरक गए ना स्वर्ग गए। चौगिरद हमारे राम कर दुख लगे ना भाई। उन्हां नेड़े दुख ते जम नहीं आउंदे, उन्हां दा राह सीधा सचखंड दा है। जिहदी वड्डे लीडर ना जान पछाण होवे, निक्का मोटा सिपाही डकदा ही नहीं है। जदों कार्ड विखा दईए भी ऐ मंत्री दे बंदे ही, ते बाबे नानक नूं वड्डा राजा किहदा, ਇਹ ਨਿੱਕੇ ਮੋਟੇ ਜਮ ਜੁਮ ਡੱਕਦੇ ਹੀ नहीं। ਜਦੋਂ ਚਿਹਰੇ ਦੇ ਉੱਤੇ ਗੁਰੂ ਨਾਨਕ ਦੀ ਮੋਹਰ ਹੋਵੇ, ਬਾਣੀ ਦੀ ਮੋਹਰ ਹੋਵੇ। ਮਹਾਰਾਜ ਕਹਿੰਦੇ ਨੇ ਉੱਥੇ ਹੋਇਆ ਕੀ ਹੈ, ਜਿਹਾ ਬੀਜੈ ਸੋ ਲੂਣੈ, ਕਰਮਾ ਸੰਧੜਾ ਖੇਤ। ਲੁਣੈ ਦਾ ਮਤਲਬ ਹੈ ਵੱਢਣਾ। ਹੁਣ ਮੈਂ ਲਾ ਲਵਾਂ ਝੋਨਾ ਤੇ ਤੁਹਾਡੇ ਚੋਂ ਮੇਰਾ ਕੋਈ ਗਵਾਂਢੀ ਕਣਕ ਲਾ ਲਵੇ, ਤੇ ਮੈਂ ਜਿੱਦ ਕਰਾਂ, ਜ਼ੋਰ ਲਾਵਾਂ ਵੀ ਮੈਂ ਤੇਰੇ ਵਾਲੀ ਕਣਕ ਵੱਢਣੀ ਹੈ, ਇਹ ਨਹੀਂ ਹੋਵੇਗਾ। ਕਿਉਂਕਿ ਉਹਦਾ ਮਾਲਕ ਭਾਈ ਤੂੰ ਹੈ, ਤੂੰ ਬੀਜੀ ਹੈ ਤੇ ਫਲ ਤੈਨੂੰ ਮਿਲੇਗਾ। ਜੋ ਮੈਂ ਬੀਜਿਆ ਮੈਨੂੰ ਉਹੀ ਵੱਢਣਾ ਪੈਣਾ। ਇਹੀ ਨਿਆਂ ਹੈ ਉਹਦੀ ਦਰਗਾਹ ਵਿੱਚ। ਜੇ ਕੰਡੇ ਬੀਜੇ ਹੋਏ ਤੇ ਯਾਦ ਰੱਖੀ ਕੰਡੇ ਹੀ ਚੁਗਣੇ ਪੈਣੇ ਨੇ, ਤੇ ਜੇ ਫੁੱਲ ਵਿਛਾਏ ਹੋਏ, ਕਿਸੇ ਨੂੰ ਹਸਾਇਆ ਹੋਇਆ ਤੇ ਹੱਸੇਗਾ, ਰਵਾਇਆ ਹੋਇਆ ਤੇ ਰੋਵੇਂਗਾ। ਜੇ ਅੱਜ ਰੋਣੋਂ ਨਹੀਂ ਨਾ ਹਟਦਾ ਤੇ ਸਮਝ ਨਹੀਂ ਕਿਸੇ ਨੂੰ ਰਵਾਇਆ ਹੈ, ਦੁੱਖ ਦਿੱਤਾ ਹੋਵੇਗਾ। ਹਾਂ, ਯਾਦ ਸ਼ਕਤੀ ਹੌਲੀ ਹੈ, ਤੈਨੂੰ ਚੇਤਾ ਨਹੀਂ ਰਹਿੰਦਾ। ਅੱਜ ਬਚਪਨ ਵਿੱਚ ਅਸੀਂ ਕੀ ਕਰਦੇ ਰਹੇ ਹਾਂ, ਅੱਜ ਕਿੱਥੇ ਚੇਤਾ ਸਾਨੂੰ। ਤੇ ਬਚਪਨ ਦਾ ਜੇ ਚੇਤਾ ਨਹੀਂ ਤੇ ਪਿਛਲੇ ਕਰਮਾਂ ਦਾ ਕੀ ਚੇਤਾ ਹੋਵੇਗਾ ਸਾਨੂੰ। ਇਸ ਕਰਕੇ ਜਿੰਨੀ ਹੋਸ਼ ਹੈ, ਤੈਨੂੰ ਲੱਗੇ ਵੀ ਨਾ ਵੀ ਮੈਂ ਗਲਤ ਕੰਮ ਨਹੀਂ ਕੀਤਾ, ਦੁੱਖ ਕਾਹਦਾ ਹੈ, ਤੇ ਸਮਝ ਲਈ ਤੈਨੂੰ ਚੇਤਾ ਭੁੱਲ ਗਿਆ ਹੈ, ਕੋਈ ਪਿੱਛੇ ਮਾੜਾ ਕੰਮ ਕੀਤਾ ਜ਼ਰੂਰ ਹੋਵੇਗਾ। ਐਵੇਂ ਦੁੱਖ ਨਹੀਂ ਦਿੰਦਾ। ਜਿਹੜੀ ਫਸਲ ਬੀਜੀ ਹੈ ਅੱਜ ਨਹੀਂ ਤੇ ਕੱਲ ਵੱਢਣੀ ਪੈਣੀ ਹੈ। ਇਹ ਸਰੀਰ ਕਰਮ ਭੂਮੀ ਹੈ। ਇਹਦੇ ਦਰਮਿਆਨ ਜੈਸੇ ਵੀ ਤੂੰ ਕਰਮ ਬੀਜੇ ਹੋਏ ਨੇ, ਕਰਮ ਕੀਤੇ ਹੋਏ ਨੇ, ਉਹ ਵੱਢਣੇ ਪੈਣੇ ਨੇ। ਕਿਸੇ ਦਾ ਗੁਨਾਹ ਨਹੀਂ ਹੈ। ਜੇ ਤੈਨੂੰ ਦੁੱਖ ਮਿਲਿਆ, ਰੱਬ ਦੋਸ਼ੀ ਨਹੀਂ ਹੈ। ਸੁੱਖ ਮਿਲਿਆ ਹੈ, ਤੂੰ ਆਪ ਬੀਜਿਆ ਹੈ।
दुख बीजिया है तू आप बीजिया है, रब ते फाली दे रहा है। मंडी 'च फसल तू खड़ी है, किद्दां दी परवरिश कीती है, सरकारां ने फल ही देना है। नाले भी कह दिता दद्दा दोष ना देऊ किसै, दोष कर्मा आपणिया, जो मैं किया सो मैं पाया, दोष ना दीजै अवरजना। किसे नूं दोष ना दे, बीजिया है ते वढना पवेगा। इहों पातशाह कहिंदे ने जो बीजिया सी लुणै उही वढना पिया अंत नूं, जिहड़े कर्म कीते सी उन्हां दा हिसाब देना पिया। नानक प्रभ शरणागति, चरण बोहित प्रभ देत। महाराज कहिंदे अखीर विच ना चाहुंदियां भी बुरे कर्म साथों हो जाते ने। हिसाब किताब च ना पई भी चंगे कीते जां माड़े कीते, जे हिसाब च पै गया ना ते जे आखेगा जी फसल ते चंगी सी मोली माड़ा दिता ते उन्हें सारियां कापियां खोल लैणियां ते करतूत विरले दी चंगी हुंदी है। बहुते आपां माड़ा ही करदे आ काम। महाराज कहिंदे भी फिर जिवें जज अगे तरला लैंदा ना बंदा भी छाड़े ना फाइलों नूं, गुनाह बड़े ने, गिणती कोई नहीं है, पर तेरे हाथ विच कलम है, तू बदल सकता है। गल मुकी है तरले ते। जदों कोई बंदा मरदा आपां एक बचन करदे हैं ना, की कहने हुंदे, लेखै कतहे ना छूटी है, खिन खिन भूलन हार, बख्शण हार बख्श लै नानक पार उतार। हे गुरु नानक साहब, जे लेखियां च पै गए ते गुनाह बड़े ने, कालख बड़ी है मेरे चम दे उत्ते, मेरे मन दे उत्ते। इदां करो जो कुछ भी कीता पाड़ के सुट दे, तेरे अगे तरला ही, रब दा वास्ता ही, संसार सागर तो 84 लख जून तो इन्हां नरकां तो पार करके सानू चरनां विच बिठाला है। तगड़े अगे तरला ही लिया जांदा है। तां ही ते अरदास वेले तरले लेने आपां सारे खलो के जी इनू चरनां विच निवास बख्शिओ। जाने अणजाने विच भुल्लां गलतियां त्रुटियां कर बैठदा है बंदा। मापे बख्शिंद हुंदे ने, बच्चे गलती करदे ने, आपां तरला लैने आ, तू साडा पिता ते माता है गुरु नानक, तू मेरा पिता, तू है मेरा माता, ते साडे माता पिता हो बच्चे भुल्लण हार ने। तरला लिया जांदा भी बख्श दो। महाराज कहिंदे ने जे द्वैश विच उमर लंघ रही है, तरला लै, होरां पदार्थां दे मोह नालों मन दे भांडे विच गुरु नानक दा मोह टिक जावे ते तरले वाले नूं ओह प्रवानगी दे दिंदा है। छे भादोए नरक ना पाई है, गुर रखण वाला हेत। जिन्हां ने दवैत विच उमर लंघाई, पदार्थां दे मोह विच गुरु नानक नूं पिछे हट गए, उन्हां लई पिछे जे कह के आए ना, जम पता नहीं कित्थे लै गए, कहिंदे नरकां विच लैके चले सन। पर जे तरला लै लिया, गुरु नानक साहब दे दर दा तरला लै लिया, पातशाह सारी उम्र पाप करदियां गुनाह विच लंघ गई है, नरकां विच सानू सुटण लगे ने। गुर रखण वाला हेत, तेरे नाल हेत प्रेम करन वाले, तेरे दर दा तरला लैण वाले नरकां तो बच जांदे ने, 84 लख तो बच जांदे ने। तेरे अगे तरला है, सानू बचा ला। ते गुरु अर्जन साहब कहिंदे ने, गुरु नानक साहब दे विच ही ऐसी समर्था है, भादों दे महीने विच किसे भी दिन ये संपूर्ण अपने जीवन दरमियान जतन करी गुरु नानक दे अगे तरले लैण दा। जिहड़ा उहदे अगे तरले लैंदा है उहनूं नरक चों भी कढ लैंदा है, उहनूं संसार सागर तो पार लै जांदा है। दवैत वाले नरक विच जाने ने ते बचेगा किहड़ा, कहिंदे गुर रखण वाला हेत। कहिंदे भा दोए, छे भा दोए नरक ना पाई है, नरक तो ओही बचेगा जेड़ा गुरु नानक नाल प्रेम करदा है। भाव के भावें संगरांद है, कोई दिन तिहार है, कोई महीना है, पार उतारा केवल गुरु नानक नाल प्रेम करन वाले दा है। वैसे साहा गणे ना करे विचार,
ਸਾਡੇ ਲਈ 12 ਮਹੀਨੇ ਹੀ ਇੱਕ ਜੈਸੇ ਨੇ। ਸੰਗਰਾਂਦ ਵੀ ਫੇਰ ਹੀ ਸਫਲੀ ਹੈ, ਇਹ ਨਹੀਂ ਵੀ ਸੰਗਰਾਂਦ ਹੈ ਤੇ ਸਫਲੀ ਹੋ ਗਈ ਜੇ ਗੁਰੂ ਦੇ ਦਰ ਤੇ ਆਵੇਂਗਾ। ਹਰ ਉਹ ਦਿਨ ਫਿਰ ਸਫਲਾ ਹੈ ਜੇ ਗੁਰੂ ਦੇ ਦਰ ਤੇ ਆਵੇਂਗਾ। ਸਾਹੇ ਲਿਖਣ ਵਾਲਾ ਹੀ ਗੁਰੂ ਨਾਨਕ ਹੈ। ਗੁਰੂ ਨਾਨਕ ਖੁਸ਼ ਹੋ ਗਿਆ ਤੇ ਕਿਰਪਾ ਕਰਦਾ ਹੈ, ਸਮਾਂ ਸੁਖਾਲਾ ਬਤੀਤ ਹੁੰਦਾ ਹੈ। ਦੁੱਖ ਪਹੁੰਚਦੇ ਹੀ ਨਹੀਂ, ਤੇ ਜੇ ਦੁੱਖ ਪੋ ਵੀ ਜਾਣ ਤੇ ਦੁੱਖ ਮਹਿਸੂਸ ਹੀ ਨਹੀਂ ਕਰਦਾ ਬੰਦਾ। ਐਸਾ ਦ੍ਰਿੜ ਨਿਸ਼ਚਾ ਦੇ ਦਿੰਦਾ ਹੈ। ਐਵੇਂ ਥੋੜਾ 9.5-10 ਲੱਖ ਕੁਰਬਾਨੀ ਹੈ ਖਾਲਸੇ ਦੀ। ਦੁੱਖ ਲੱਗਦਾ ਹੀ ਨਹੀਂ। ਬਾਣੀ ਪੜ੍ਹਦੇ ਸਨ ਜਦੋਂ, ਦੁੱਖ ਲੱਗਦਾ ਹੀ ਨਹੀਂ। ਭਾਵੇਂ ਆਰੇ ਨਾਲ ਚੀਰ ਦਿੱਤੇ ਗਏ, ਦਰਦ ਹੁੰਦਾ ਹੀ ਨਹੀਂ, ਕਿਉਂਕਿ ਗੁਰੂ ਨਾਨਕ ਵਿੱਚ ਐਸੀਆਂ ਬਰਕਤਾਂ ਨੇ। ਐਸਾ ਟੀਕਾ ਲਾ ਦਿੰਦਾ ਬਾਣੀ ਦਾ, ਫਿਰ ਜਿੰਨੇ ਮਰਜ਼ੀ ਹਥਿਆਰ ਚੱਲੀ ਜਾਣ, ਫਿਰ ਕਿੱਥੇ ਦਰਦ ਹੁੰਦਾ। ਪਰ ਸਾਡੇ ਕੋਲੋਂ ਟੀਕਾ ਲਵਾਇਆ ਹੀ ਨਹੀਂ ਜਾਂਦਾ, ਬਾਣੀ ਪੜ੍ਹੀ ਨਹੀਂ ਜਾਂਦੀ। ਇਸ ਕਰਕੇ ਸਾਨੂੰ ਵਿਕਾਰ ਦੁੱਖ ਤੰਗ ਕਰਦੇ ਨੇ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਖੁਸ਼ ਕਰ ਲਿਆ, ਉਹਨਾਂ ਨੂੰ ਦੁੱਖ ਹੋ ਨਹੀਂ ਸਕਦਾ। ਭੁੱਲ ਚੁੱਕ ਦੀ ਖਿਮਾ। ਵਿਚਾਰ ਕਰਦਿਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਐਤਵਾਰ ਫਿਰ ਆਪ ਸੰਗਤਾਂ ਦੇ ਰਾਤ 7 ਤੋਂ 9 ਵਜੇ ਤੱਕ ਦਿਦਾਰੇ ਕਰਕੇ ਫਿਰ ਇੰਡੀਆ ਨੂੰ ਵਾਪਸੀ ਹੈ। ਗੁਰੂ ਮਹਾਰਾਜ ਦੀ ਬਾਣੀ ਅਗੰਮ ਬੋਧ ਹੈ। ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਿਆਂ ਕਰਨ ਦੇ ਲਈ ਪਹੁੰਚ ਕਰਕੇ ਕਥਾ ਵਿਚਾਰ ਐਤਵਾਰ ਸਰਵਣ ਕਰਿਓ ਜੀ। ਭੁੱਲ ਚੁੱਕ ਦੀ ਖਿਮਾ। ਦੀਨ ਦੁਨੀਆ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਇਹ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾ ਦਈਏ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਗ੍ਰੰਥੀ